ਸਵਾਗਤ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਆਪਣੇ ਸਮੇਂ ਮੁਤਾਬਕ ਅਸੀਂ ਰੋਜ਼ ਪਹੁੰਚ ਜਾਈਦਾ ਜੀ। ਅੱਜ ਵੀ ਜੋ ਕੁਝ ਖਬਰਾਂ ਦੇ ਨਾਲ ਸੰਬੰਧਿਤ ਹੈ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਇੱਕ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਵੀ ਅਸੀਂ ਪੈਨਸ਼ਨਾਂ ਦੇ ਮਾਮਲੇ 'ਚ ਬੜਾ ਵੱਡਾ ਐਲਾਨ ਕਰ ਦਿੱਤਾ, ਉਹਦੀ ਕੀ ਕਹਾਣੀ ਹੈ। ਫਿਰ ਕੁਛ ਇੱਕ ਚੀਜ਼ਾਂ ਐਸੀਆਂ ਨੇ ਜਿਹਦੇ 'ਚ ਹੁਣ ਸਿਆਸਤ ਵੀ ਹੋ ਰਹੀ ਹੈ ਅਤੇ ਦੇਸ਼ ਭਗਤੀ ਵੀ ਚੱਲ ਰਹੀ ਹੈ। ਦੇਸ਼ ਭਗਤੀ ਵਰਸਸ ਸਿਆਸਤ, ਉਹਦੀ ਗੱਲ ਵੀ ਕਰਨੀ ਬਣਦੀ ਹੈ। ਕੁਝ ਖਬਰਾਂ ਹੋਰ ਨੇ, ਆਪਾਂ ਉਹਨਾਂ 'ਤੇ ਵੀ ਚੱਲਾਂਗੇ। ਨਾਲ ਆਪਣੇ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਠੀਕ ਨੇ। ਆਹ ਅੱਜ ਤੇ ਤੁਹਾਨੂੰ ਬਲੈਕ ਬੇਰੀਜ਼ ਖਵਾਈਆਂ। ਦੇਖੋ ਮੌਸਮੀ ਫਰੂਟ ਖਾਣਾ ਚਾਹੀਦਾ। ਹਾਂ ਨਹੀਂ, ਪਰ ਜਿਹੜਾ ਇੱਦਾਂ ਸੜਕ ਦੇ ਕੰਢੇ ਤੋਂ ਮਿਲ ਜੇ ਫ੍ਰੀ 'ਚ, ਉਹਦੇ ਨਾਲ ਦਾ ਨਜ਼ਾਰਾ ਨਹੀਂ ਨਾ। ਮੌਸਮੀ ਫਰੂਟ ਤੇ ਹੋਇਆ, ਸੜਕ ਦਾ ਕੰਢਾ ਹੋਵੇ, ਰੇਲਵੇ ਟਰੈਕ ਕੋਲੋਂ ਦੀ ਲੰਘਦਾ ਹੋਵੇ, ਨਿਗਾਹ ਕਿਸੇ ਦੀ ਗਈ ਨਾ ਹੋਵੇ, ਖਾਦ ਪਿਆ ਨਾ ਹੋਵੇ, ਆਹ ਆਰਗੈਨਿਕ ਸ਼ੁੱਧ। ਤੇ ਤੁਸੀਂ ਦੇਖੋ ਕਿ ਉਹਨੂੰ ਧੋਣ ਦਾ ਵੀ ਹਲੇ ਵੇਲ ਨਹੀਂ, ਪਾਣੀ ਹੈ ਨਹੀਂ, ਐਂ ਤੋੜ ਕੇ ਫੂਕ ਮਾਰ ਕੇ ਚੱਲ ਅੰਦਰ। ਹਾਂ ਨਹੀਂ ਚਲੋ, ਇਹਦਾ ਮਤਲਬ ਇਹ ਹੋ ਗਿਆ ਕਿ ਅੱਗੇ ਮਲਿਆਂ ਦੇ ਬੇਰ ਖਾਂਦੇ ਹੁੰਦੇ ਸੀ ਇਦਾਂ। ਆਹ ਹੈ ਤਾਂ ਉਹ ਵੀ ਮਤਲਬ ਇੱਦਾਂ ਹੈ ਨਾ। ਖੱਟ ਮਿੱਠਾ ਜਿਹਾ ਕੰਮ। ਆਹੋ ਆਹ ਚਲੋ ਖੈਰ, ਇਹ ਅੱਜ ਸਾਡੇ ਧਿਆਨ 'ਚ ਆ ਗਿਆ। ਹੁਣ ਇਹ ਬਲੈਕ ਬੇਰੀ ਤੁਸੀਂ ਲੱਭ ਲਿਓ ਆਪ ਕੀ ਹੈ। ਇਹ ਤਾਂ ਬੇਸਿਕਲੀ ਮੇਰਾ ਖਿਆਲ ਜਿੱਦਾਂ ਆਹੋ ਸ਼ਤੂਤ ਨੂੰ ਵੀ ਲੱਗਦੇ ਹੁੰਦੇ ਨਾ ਇਸ ਤਰ੍ਹਾਂ ਦਾ, ਉਹਦਾ ਇੱਕ ਡਿਫਰੈਂਟ ਜਿਹਾ ਰੂਪ ਆਪਾਂ ਕਹਿ ਸਕਦੇ ਹਾਂ। ਥੋੜ੍ਹਾ ਜਿਹਾ ਵੱਡਾ, ਰਸੀਲਾ ਜ਼ਿਆਦਾ ਸੀ। ਰਸੀਲਾ ਜ਼ਿਆਦਾ ਹੈ। ਚਲੋ ਇਹ ਸਾਰਾ ਕੁਛ ਤੇ ਚੱਲਦੇ ਰਹਿਣਾ। ਵਟਸਐਪ 'ਤੇ ਗੱਲ ਇਹ ਆ ਕਿ ਵੀ ਪਹਿਲਾਂ ਐਲਾਨ ਹੋਇਆ, ਐਲਾਨ ਤੋਂ ਬਾਅਦ ਨੋਟਿਸ ਕੱਢਿਆ, ਅਤੇ ਨੋਟਿਸ ਪਿਛਲੇ ਰਾਜਪਾਲ ਸਾਹਿਬ ਦੇ ਕੋਲ ਗਿਆ, ਅਤੇ ਰਾਜਪਾਲ ਸਾਹਿਬ ਨੇ ਫਾਈਲ ਮਾਰੀ ਚੱਕ ਕੇ, ਕਹਿੰਦੇ ਭਾਜੂ ਇੱਦਾਂ ਕਿੱਦਾਂ। ਉਹ ਕਹਿੰਦੇ ਠੀਕ ਹੈ ਜੀ, ਕੋਈ ਗੱਲ ਨਹੀਂ, ਫਿਰ ਵਿਧਾਨ ਸਭਾ ਦੇ ਵਿੱਚ ਕਰ ਲਾਂਗੇ। ਲੰਘੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਉਹਨਾਂ ਨੇ ਉਹ ਕੰਮ ਕਰ ਲਿਆ ਸੀ, ਅਤੇ ਹੁਣ ਉਹਦਾ ਕਰਤਾ ਨੋਟੀਫਿਕੇਸ਼ਨ ਜਾਰੀ। ਦੁਬਾਰਾ ਨਵੇਂ ਰਾਜਪਾਲ ਸਾਹਿਬ ਕੋਲ ਦੇ ਫਾਈਲ ਗਈ, ਉਹਨਾਂ ਨੇ ਹਰੇ ਪੈਨ ਨਾਲ ਘੁੱਗੀ ਮਾਰ ਦਿੱਤੀ ਉੱਤੇ, ਅਤੇ ਹੁਣ ਕਹਿੰਦੇ ਪੱਕਾ ਹੋ ਗਿਆ ਵੀ ਇੱਕ ਵਾਰੀ MLA ਭਾਵੇਂ 4 ਵਾਰੀ MLA ਬਣ ਜਾਵੇ, ਪੈਨਸ਼ਨ 21 ਵਾਰ ਦੀ ਮਿਲਣੀ, ਯਾਨੀ ਕਿ ਇੱਕ MLA ਤੇ ਇੱਕ ਪੈਨਸ਼ਨ। ਉਹ ਹੋ ਗਿਆ ਕਾਨੂੰਨ ਪਾਸ। ਵਿਧਾਨ ਸਭਾ ਦੀਆਂ ਚੋਣਾਂ ਤੋਂ ਬਹੁਤ ਪਹਿਲਾਂ ਆਮ ਆਦਮੀ ਪਾਰਟੀ ਉਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੀ ਸੀ। ਉਹਨਾਂ ਹਰਪਾਲ ਸਿੰਘ ਚੀਮਾ ਸਾਹਿਬ ਵਿਰੋਧੀ ਧਿਰ ਦੇ ਨੇਤਾ ਸੀ ਉਦੋਂ, ਤਾਂ ਉਹਨਾਂ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦਾ ਘਰੇ ਵਫਦ ਉਦੋਂ ਰਾਜਪਾਲ ਸਾਹਿਬ ਨੂੰ ਮਿਲਿਆ, ਸਰਕਾਰ ਨੂੰ ਮਿਲਿਆ ਕਿ ਦੇਖੋ ਪੰਜਾਬ ਦੇ ਸਿਰ ਕਰਜ਼ਾ ਬੜਾ ਚੜ੍ਹਿਆ, ਰੁਪਈਆ ਟਕਾ ਹੈ ਕੋਈ ਨਹੀਂ, ਲੋਕ ਡਿਵੈਲਪਮੈਂਟ ਦੇ ਲਈ ਸਟਰਕਚਰ ਬਣਾਉਣਾ, ਮੁੱਢਲਾ ਢਾਂਚਾ, ਸੜਕਾਂ, ਪੁਲ, ਨਹਿਰਾਂ, ਜੇ ਉਹ ਸਾਰਾ ਕੁਛ, ਤਨਖਾਹਾਂ ਪੂਰੀਆਂ ਦੇਣੀਆਂ, ਪੈਨਸ਼ਨਾਂ ਦੀਆਂ ਸਕੀਮਾਂ, ਪੈਸੇ ਹੈ ਨਹੀਂ ਕਿ ਆਪਾਂ ਐਂ ਕਰੀਏ ਕਿ ਬੰਦਾ ਕਈ ਵਾਰ ਭਾਵੇਂ MLA ਬਣ ਜਾਵੇ, ਪੈਨਸ਼ਨ ਉਹਦੀ ਵੱਜੀ ਉਹ ਹੋਵੇ, ਗੁਜ਼ਾਰਾ ਹੋ ਤਾਂ, ਕਿ ਆਪਾਂ ਜਿੰਨੀ ਵਾਰੀ ਬੰਦਾ MLA ਬਣਦਾ ਉਨੀ ਵਾਰੀ 50-60 ਹਜ਼ਾਰ ਰੁਪਏ ਉਹਦੀ ਪੈਨਸ਼ਨ 'ਚ ਵਾਧਾ ਕਰਦੇ ਨੇ। 5-5 ਲੱਖ ਰੁਪਈਆ ਪੈਨਸ਼ਨ ਦੇ ਹੱਕਦਾਰ ਬੰਦੇ ਵੀ ਬੈਠੇ ਆ। ਮੰਗ ਪੱਤਰ ਉਹਨਾਂ ਨੇ ਲਿਖਿਆ, ਟਾਈਪ ਕੀਤਾ, ਸਾਈਨ ਕੀਤੇ ਗਏ, ਉਹਨਾਂ ਨੂੰ ਸਮਾਂ ਦਿੱਤਾ ਗਿਆ, ਚਾਹ ਦਾ ਕੱਪ ਪਿਆਇਆ ਗਿਆ, ਮੰਗ ਪੱਤਰ ਫੜ ਲਿਆ ਗਿਆ, ਪਰ ਮੰਗ ਪੱਤਰ ਉਹ ਮੰਗ ਪੱਤਰ ਹੀ ਰਿਹਾ, ਉੱਤੇ ਕਾਰਵਾਈ ਕੋਈ ਨਹੀਂ ਹੋਈ। ਫਿਰ ਵਿਧਾਨ ਸਭਾ ਦੀਆਂ ਚੋਣਾਂ ਆਈਆਂ, ਵਾਅਦੇ ਹੋਣੇ ਸ਼ੁਰੂ ਹੋਏ, ਤੇ ਬਹੁਤੇ ਵਾਅਦੇ ਵਫਾ ਨਹੀਂ ਹੁੰਦੇ। ਸਿਆਸੀ ਧਿਰ ਭਾਵੇਂ ਕੋਈ ਵੀ ਹੋਵੇ, ਉਹ ਲੱਖ ਕਹਿੰਦੇ ਰਹਿਣ ਕਿ ਅਸੀਂ 98, 99, 94% ਪੂਰੇ ਕਰਤੇ, ਪਰ ਕੰਮ ਹੁੰਦਾ ਨਹੀਂ ਪ੍ਰੈਕਟੀਕਲੀ। ਬਾਕੀ ਕਿਸੇ ਧਿਰ ਨੇ ਇਹ ਵਾਅਦਾ ਨਹੀਂ ਸੀ ਕੀਤਾ, ਜਿੰਨੀ ਮੇਰੀ ਜਾਣਕਾਰੀ ਹੈ। ਜੇ ਕਿਸੇ ਹੋਰ ਸਿਆਸੀ ਪਾਰਟੀ ਨੇ ਵਾਅਦਾ ਕੀਤਾ ਤਾਂ ਭਾਈ ਤੁਸੀਂ ਦੱਸ ਦਿਓ, ਭੁੱਲ ਵੀ ਹੋ ਜਾਂਦੀ ਹੈ। ਪਰ ਆਮ ਆਦਮੀ ਪਾਰਟੀ ਨੇ ਇਹ ਵਾਅਦਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਆਈ, ਅਸੀਂ ਕਾਨੂੰਨ ਬਣਾਵਾਂਗੇ, ਸੋਧ ਕਰਾਂਗੇ ਕਿ ਇੱਕ ਵਿਅਕਤੀ ਜਿੰਨੀ ਵਾਰੀ ਮਰਜ਼ੀ MLA ਬਣ ਜਾਏ, ਉਹਨੂੰ ਪੈਨਸ਼ਨ ਇੱਕੋ ਜਿੰਨੀ ਲੱਗੂਗੀ, ਜਾਣੀ ਕਿ ਤਕਰੀਬਨ 75,000 ਬਣਦੀ ਹੈ ਭੱਤੇ ਭੁੱਤੇ ਪਾ ਕੇ, ਕਿ ਤੁਸੀਂ ਇੱਕ ਵਾਰੀ MLA ਬਣ ਕੇ ਮੁੜ ਕੇ ਇਲੈਕਸ਼ਨ ਨਹੀਂ ਲੜੀ, ਹਾਰ ਗਿਆ, ਸਾਬਕਾ ਹੋ ਗਿਆ, ਤੁਹਾਡੇ ਖਾਤੇ 'ਚ ਮਹੀਨੇ ਬਾਅਦ 75,000 ਆ ਜੂ। ਤੁਸੀਂ 2 ਵਾਰੀ MLA ਬਣੇ, 4 ਵਾਰੀ ਬਣੇ, 6 ਵਾਰੀ ਬਣੇ, 7 ਵਾਰੀ ਬਣੇ, ਕੋਈ ਫਰਕ ਨਹੀਂ ਪੈਂਦਾ, ਰੁਪਈਆ ਤੁਹਾਨੂੰ 75,000 ਹੀ ਮਿਲਣਾ, ਪੈਨਸ਼ਨ ਪਲੱਸ ਭੱਤੇ ਬਰਾਬਰ 75,000। ਉਹਦੇ ਤੋਂ ਬਾਅਦ ਰੌਲਾ ਪੈ ਗਿਆ, ਇਹਨਾਂ ਦੀ ਸਰਕਾਰ ਬਣ ਗਈ। ਫਿਰ ਲੋਕ ਕਹਿਣ ਕਿ ਹੁਣ ਦੇਖਦੇ ਆ ਕਰਦੇ ਕਿ ਨਹੀਂ ਕਰਦੇ, ਕਿਉਂਕਿ ਇਹਨਾਂ ਦੇ ਆਪਣੇ ਕਈ ਬੰਦੇ ਦੂਜੀ ਵਾਰੀ ਜਿੱਤ ਗਏ, ਸੇਕਾ ਤਾਂ ਇਹਨਾਂ ਨੂੰ ਵੀ ਲੱਗਣਾ। ਚਲੋ ਜੀ, ਇਹਨਾਂ ਨੇ ਆਰਡੀਨੈਂਸ ਜਾਰੀ ਕੀਤਾ, ਵਿਧਾਨ ਸਭਾ 'ਚ ਨਹੀਂ ਲੈ ਕੇ ਗਏ ਜਿੱਦਾਂ ਤੁਸੀਂ ਦੱਸਿਆ। ਤਾਂ ਰਾਜਪਾਲ ਸਾਹਿਬ ਦੇ ਕੋਲ ਫਾਈਲ ਗਈ, ਤੇ ਉਹ ਕਹਿੰਦੇ ਸੀ ਕਿ ਨਹੀਂ ਦੇਖੋ ਸੈਸ਼ਨ ਤਾਂ ਆਉਣ ਵਾਲਾ, ਆਪਾਂ ਆਰਡੀਨੈਂਸ ਤਾਂ ਉਦੋਂ ਜਾਰੀ ਕਰਦੇ ਹਾਂ ਜਦੋਂ ਬਹੁਤ ਕਾਹਲ ਹੋਵੇ, ਐਮਰਜੈਂਸੀ ਹੋਵੇ, ਤੇ ਸੈਸ਼ਨ ਅਜੇ ਦੂਰ ਹੋਵੇ, ਬੁਲਾ ਨਾ ਸਕਿਆ ਜਾਂਦਾ ਹੋਵੇ। ਤੁਸੀਂ ਐਂ ਕਰੋ, ਆਹ ਫਾਈਲ ਚੱਕੋ। ਤੁਸੀਂ ਕਹੇ ਵਗਾ ਕੇ ਮਾਰੀ, ਮੈਂ ਵਿੱਚੋਂ ਕਿੱਟੇ ਸ਼ਬਦ ਚੱਕ ਲਿਆ। ਇਹਨਾਂ ਨੇ ਵਿਧਾਨ ਸਭਾ 'ਚ ਪੇਸ਼ ਕਰ ਦਿੱਤਾ, ਤੇ ਇਹਦੇ ਦਰਮਿਆਨ ਹੀ, ਕਿਉਂਕਿ ਬਹੁਮਤ ਇਹਨਾਂ ਦਾ 92 ਬੰਦੇ ਨੇ ਸੁੱਖ ਨਾ, ਕਈ ਸਾਬਕਾ ਵਿਧਾਇਕ ਅਦਾਲਤਾਂ 'ਚ ਚਲੇ ਗਏ ਸੀਗੇ। ਕਈ ਸਾਬਕਾ ਵਿਧਾਇਕਾਂ ਨੇ ਇਤਰਾਜ਼ ਵੀ ਪ੍ਰਗਟ ਕੀਤਾ ਸੀ। ਉਹ ਕਹਿੰਦੇ ਸੀ ਦੇਖੋ ਗੱਲ ਇਹ ਹੈ ਕਿ ਜੇ ਤਾਂ ਸਾਡੇ ਤੋਂ ਇਮਾਨਦਾਰੀ ਨਾਲ ਕੰਮ ਕਰਾਉਣਾ, ਕਿਉਂਕਿ ਅਸੀਂ ਖਰਚਿਆਂ 'ਚ ਜਾਂਦੇ ਹਾਂ, ਹਲਕਿਆਂ 'ਚ ਜਾਂਦੇ ਹਾਂ, ਸਾਡੇ ਕੋਲ ਖਰਚੇ ਹੁੰਦੇ ਆ, 20 ਚੀਜ਼ਾਂ ਨੇ, ਜੇ ਤਾਂ ਤੁਸੀਂ ਚਾਹੁੰਦੇ ਉਂਗਲੀ ਟੇਢੀ ਕਰੀਏ ਤਾਂ ਫਿਰ ਪੈਨਸ਼ਨਾਂ ਘਟਾ ਦਿਓ,
ਇੱਕ ਹੀ ਰਹਿਣ ਦਿਓ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰੀਏ, ਉਹ ਕਹਿੰਦੇ 100 ਬੰਦਾ ਦਿਹਾੜੀ ਦਾ ਆਉਂਦਾ, ਚਾਹ ਬਣਦੀ ਹੈ, ਖਰਚੇ ਕਿੱਥੋਂ ਕੱਢਣੇ ਆ, ਨਿਆਣੇ ਵੀ ਪਾਲਣੇ ਆ, ਕਈਆਂ ਐਮਐਲਏਜ਼ ਨੇ ਕਿਹਾ ਸੀ। ਪਰ ਇਹਨਾਂ ਨੇ ਗੱਲ ਨਹੀਂ ਸੁਣੀ। ਇਹਨਾਂ ਨੇ ਵਿਧਾਨ ਸਭਾ 'ਚ ਮਤਾ ਪਾਸ ਕਰਾਇਆ, ਰਾਜਪਾਲ ਸਾਹਿਬ ਨੂੰ ਗਿਆ, ਰਾਜਪਾਲ ਸਾਹਿਬ ਦੇ ਦਸਤਖਤ ਬਹੁਤ ਵੱਡੀ ਚੀਜ਼ ਆ, ਅੱਜ ਕੱਲ੍ਹ ਨਹੀਂ ਕਰਦੇ ਕਈ ਵਾਰੀ, ਉਹਨਾਂ ਨੇ ਦਸਤਖਤ ਕਰਤੇ, ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰਤਾ, ਜਾਣੀ ਹੁਣ ਅਗਲੇ ਮਹੀਨੇ ਜਿਹੜੀ ਪੈਨਸ਼ਨ ਮਿਲਣੀ ਹੈ, ਚਾਹੇ ਕੋਈ 5 ਵਾਰੀ ਦਾ ਐਮਐਲਏ ਸਾਬਕਾ ਹੋ ਗਿਆ, ਚਾਹੇ ਕੋਈ 6 ਵਾਰੀ ਦਾ, ਚਾਹੇ ਕੋਈ 2 ਵਾਰੀ ਦਾ, ਇੱਕੋ ਜਿੰਨਾ ਚੈੱਕ ਸਾਰਿਆਂ ਦੇ ਖਾਤੇ ਦੇ ਵਿੱਚ ਆਉਣਾ, ਜਮ੍ਹਾਂ ਹੋਣਾ। ਹਾਂ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਜ਼ਿਕਰ ਕਰਨਾ ਭੁੱਲਣਾ ਨਹੀਂ ਆਪਾਂ। ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਭਾਈ ਮੇਰੀਆਂ ਪੈਨਸ਼ਨਾਂ ਤਾਂ ਬਹੁਤ ਬਣਦੀਆਂ, ਪਰ ਮੈਂ ਪੈਨਸ਼ਨ ਲੈਣੀ ਨਹੀਂ, ਉਹ ਪੰਜਾਬ ਦੇ ਲੋਕਾਂ ਦੀ ਡਿਵੈਲਪਮੈਂਟ ਦੇ ਉੱਤੇ ਖਰਚ ਲਿਓ। ਉਹਨਾਂ ਦਾ ਜ਼ਿਕਰ ਕਰਨਾ ਬਣਦਾ। ਇੱਕ ਪਾਸੇ ਉਹ ਵੀ ਲੀਡਰ ਨੇ ਜਿਨ੍ਹਾਂ ਨੇ ਪੈਨਸ਼ਨ ਕਹਿਤਾ ਚਾਹੀਦੀ ਇੱਕੋ ਹੀ ਆ, ਇੱਕ ਪਾਸੇ ਉਹ ਨੇ ਜਿਹੜੇ ਕਹਿੰਦੇ ਮੈਂ ਪੈਨਸ਼ਨ ਲੈਣੀ ਹੀ ਨਹੀਂ, ਤਾਂ ਇੱਕ ਪਾਸੇ ਉਹ ਨੇ ਜਿਹੜੇ ਕਹਿੰਦੇ ਸਾਡੇ ਕੋਲ ਗੁਜ਼ਾਰਾ ਹੀ ਨਹੀਂ ਹੁੰਦਾ, ਭਾਈ ਕਰੀਏ ਕੀ। ਪਰ ਸੰਧਾਲੀਆ ਸਾਹਿਬ, ਮੈਂ ਤਾਂ ਇੱਕੋ ਹੀ ਕਹਿਣਾ ਗੱਲ, ਨਹੀਂ ਹੁੰਦਾ ਗੁਜ਼ਾਰਾ ਤੁਹਾਡਾ, ਸਾਨੂੰ ਪਤਾ ਹੈ। ਜਦੋਂ ਤੁਸੀਂ ਐਮਐਲਏ ਨਹੀਂ ਵੀ ਸੀਗੇ, ਹਲਕਾ ਇੰਚਾਰਜ ਸੀ ਆਪੋ ਆਪਣੀ ਪਾਰਟੀ ਦੇ, ਜਦੋਂ ਤੁਸੀਂ ਇਲੈਕਸ਼ਨ ਲੜਨੀ ਸੀ, ਉਦੋਂ ਵੀ ਪੱਤੀ ਲਿਆਉਂਦੇ ਹੋਣੇ, ਉਦੋਂ ਵੀ ਖੰਡ ਲਿਆਉਂਦੇ ਹੋਣੇ ਆ, ਉਦੋਂ ਵੀ ਤੁਹਾਡੇ ਪਤੀਲੇ ਦੇ ਵਿੱਚ ਚਾਹ ਬਣਦੀ ਹੋਣੀ ਹੈ। ਗੱਡੀਆਂ ਤਾਂ ਤੁਹਾਡੀਆਂ ਉਦੋਂ ਵੀ ਘੂੰ ਕਰਦੀਆਂ ਹਲਕੇ 'ਚ ਫਿਰਦੀਆਂ ਸੀ, ਲੋਕਾਂ ਨੇ ਘਰੇ ਬੈਠਿਆਂ ਨੂੰ ਤਾਂ ਵੋਟਾਂ ਕਿਸੇ ਨੇ ਪਾ ਨਹੀਂ ਸੀ ਦਿੱਤੀਆਂ। ਪਹਿਲੀ ਗੱਲ ਇਹ। ਦੂਸਰੀ, ਬੜੇ ਲੋਕ ਨੇ ਜਿਨ੍ਹਾਂ ਨੂੰ ਪੈਨਸ਼ਨ ਹੈ ਹੀ ਨਹੀਂ। ਤੁਹਾਡੀਆਂ ਹੀ ਸਰਕਾਰਾਂ ਹੁਣ ਨੇ, ਤੁਹਾਡੀਆਂ ਹੀ ਪਹਿਲਾਂ ਰਹੀਆਂ, ਚਾਹੇ ਕੋਈ ਅਧਿਆਪਕ ਹੈ, ਚਾਹੇ ਕੋਈ ਕਿਸੇ ਹੋਰ ਡਿਪਾਰਟਮੈਂਟ 'ਚ ਕੰਮ ਕਰਦਾ ਹੈ, ਪ੍ਰਾਈਵੇਟ ਬੰਦੇ ਕੰਮ ਕਰਦੇ, 3.25 ਕਰੋੜ ਦੀ ਆਬਾਦੀ ਹੈ ਪੰਜਾਬ ਦੀ, ਜੇ 1 ਕਰੋੜ ਬੰਦਾ ਵੀ ਕੰਮ ਕਰਦਾ, ਪੈਨਸ਼ਨ ਨਹੀਂ ਹੈਗੀ। ਉਹਨਾਂ ਨੇ ਵੀ ਤਾਂ ਗੁਜ਼ਾਰਾ ਕਰਨਾ, ਉਹਨਾਂ ਦਾ ਢਿੱਡ ਵੀ ਦੁਖਦਾ, ਦਵਾਈ ਵੀ ਲੈਂਦੇ, ਉਹਨਾਂ ਦੇ ਨਿਆਣਿਆਂ ਨੇ ਕੱਪੜੇ ਵੀ ਪਾਉਣੇ ਆ, ਉਹਨਾਂ ਦੇ ਬਜ਼ੁਰਗ ਬੇਬੇ ਪਾਪੂ ਉਹ ਬਿਮਾਰ ਠਮਾਰ ਵੀ ਹੁੰਦੇ ਆ, ਉਹਨਾਂ ਦਾ ਵੀ ਜੀ ਕਰਦਾ ਦੋਤੀ ਦੋਤਾ ਪੋਤੀ ਪੋਤਾ ਕੋਈ ਹੋਵੇ ਤਾਂ ਉਹਦੇ ਹੱਥ ਤੇ 4 ਰੁਪਈਏ ਰੱਖੀਏ। ਉਹਨਾਂ ਨੂੰ ਵਿਆਹ ਸ਼ਾਦੀ ਵੀ ਆਉਂਦਾ ਸੰਧਾਲੀਆ ਸਾਹਿਬ, ਉਹਨਾਂ ਦੇ ਘਰੇ ਬਿਜਲੀ ਦਾ ਬਿੱਲ ਵੀ ਆਉਂਦਾ। ਜੇ ਤੁਹਾਡਾ ਗੁਜ਼ਾਰਾ ਨਹੀਂ ਹੁੰਦਾ, ਜੇ ਤੁਹਾਨੂੰ ਲੱਗਦਾ ਕਿ ਭਾਈ ਸਾਡੇ ਤਾਂ ਸਾਰਾ ਕੁਝ ਖਿੱਚ ਕੇ ਹੀ ਲੈ ਗਏ ਅੰਦਰੋਂ, ਤਾਂ ਜਿਹੜਾ ਬਾਕੀ ਸਾਰੇ ਪੰਜਾਬ ਦਾ ਖਿੱਚ ਕੇ ਤੁਸੀਂ ਲੈ ਗਏ ਉਹ ਕਿੱਥੇ ਆ? ਇਹ ਦੇਖੋ, ਮੈਨੂੰ ਲੱਗਦਾ ਆਪਾਂ ਇੱਥੇ ਭਗਵੰਤ ਮਾਨ ਹੋਣ ਵਾਲੀ ਉਹ ਗੱਲ ਕੋਟ ਕਰ ਲੈਂਦੇ ਹਾਂ। ਕਿਹੜੀ? ਉਹ ਕਹਿੰਦੇ ਵੀ ਦੇਖੋ ਗੱਲ ਇਹ ਆ ਵੀ ਕਿਸੇ ਚਿੱਠੀ ਨਹੀਂ ਪਾਈ ਕਿ ਵੀਰ ਤੂੰ ਇਹ ਕੰਮ ਜ਼ਰੂਰ ਕਰ। ਇਹ ਤਾਂ ਬੜਾ ਸਿੰਪਲ ਜਿਹਾ ਫੰਡਾ ਨਾ। ਮੰਨ ਲਓ ਅੱਜ ਕਿਸੇ ਬੰਦੇ ਨੇ ਹੱਟੀ ਪਾਈ ਜੀ, ਹੱਟੀ ਕਹਿੰਦਾ ਨਹੀਂ ਚੱਲੀ ਯਾਰ, ਬਹੁਤ ਔਖੇ ਭਰਾਵਾ, ਅਸੀਂ ਤੇ ਆਪਣੇ ਨਾਲ ਸੌਦਾ ਵੀ ਚੰਗਾ ਲਿਆਂਦਾ, ਥੋੜਾ ਜਿਹਾ ਮਾਰਜਨ ਵੀ ਘੱਟ ਰੱਖਿਆ, ਸੁਧਾਰ ਵੀ ਕਰ ਲਿਆ, ਉਹ ਜਾਣੇ ਕੋਈ ਨਿੱਕਾ ਮੋਟਾ ਨਾਲ ਕੋਈ ਚੀਜ਼ ਇੱਕ ਅੱਧੀ ਫ੍ਰੀ ਵੀ ਦਿੱਤੀ ਵੀ ਚਲੋ ਗਾਹਕ ਆਵੇ, ਹੈ ਨਾ, ਨਹੀਂ ਚੱਲਿਆ। ਹੁਣ ਜੇ ਨਹੀਂ ਚੱਲੀ ਤੇ ਮਤਲਬ ਇਹ ਥੋੜਾ ਵੀ ਆਪਾਂ ਉੱਥੇ ਗਲੀ 'ਚ ਬਹਿ ਜਾਈਏ ਵੀ ਲੈ ਵੀਰ ਮੇਰੀ ਹੱਟੀ ਜ਼ਰੂਰ ਚੱਲਣੀ ਚਾਹੀਦੀ ਹੈ, ਇੱਦਾਂ ਕਿੱਦਾਂ? ਉਹ ਕਹਿੰਦੇ ਨਹੀਂ ਹੱਟੀ ਚੱਲੀ ਕੋਈ ਹੋਰ ਖੋਲ੍ਹ ਲਓ। ਹੁਣ ਚਲੋ ਆਪਾਂ ਇਹਨੂੰ ਇੱਦਾਂ ਨਹੀਂ ਕਹਿੰਦੇ ਵੀ ਇਹ ਕਾਰੋਬਾਰ ਹੈ, ਕਿਉਂਕਿ ਕੋਈ ਵੀ ਨਹੀਂ ਕਹਿੰਦਾ। ਉਹ ਕਹਿੰਦੇ ਨਹੀਂ, ਰਾਜਨੀਤੀ ਤਾਂ ਸੇਵਾ ਹੈ ਵੀਰ ਜੀ। ਹੁਣ ਪਹਿਲੀ ਗੱਲ ਤਾਂ ਇਹ ਵੀ ਜੇ ਮੈਂ ਸੇਵਾ ਕਰਨੀ ਹੈ ਫਿਰ ਮੈਂ ਮੇਵਾ ਕਿਉਂ ਭਾਲਦਾ। ਦੂਜੀ ਗੱਲ ਇਹ ਵੀ ਜੇ ਆਲਰੇਡੀ ਜਿੱਦਾਂ ਤੁਸੀਂ ਦੱਸਿਆ ਵੀ ਜਦੋਂ ਤੱਕ ਮੇਵਾ ਨਹੀਂ ਸੀ ਮਿਲਿਆ, ਇੱਕ ਅੱਧੀ ਵਾਰ ਵੀ ਆਪਣੇ ਤੇ ਮੋਹਰ ਨਹੀਂ ਸੀ ਲੱਗੀ ਵੀ ਇਹ ਹਲਕਾ ਵਿਧਾਇਕ ਨੇ, ਉਦੋਂ ਵੀ ਤੇ ਚਾਹ ਪਾਣੀ ਦਾ ਖਰਚਾ ਹੈਗਾ ਸੀ। ਉਦੋਂ ਚਾਹ ਪਾਣੀ ਦਾ ਛੱਡ ਕੇ ਹੋਰ ਕਈ ਖਰਚੇ ਕਰਨੇ ਪੈਂਦੇ ਆ। ਅਸੀਂ ਨਹੀਂ ਕਹਿੰਦੇ ਬਾਅਦ 'ਚ ਵਿਰੋਧੀ ਪਾਰਟੀਆਂ ਵਾਲੇ ਦੋਸ਼ ਲਾਉਂਦੇ ਵੀ ਫਲਾਣੇ ਨੇ ਇੰਨੇ ਦੇ ਕੇ ਟਿਕਟ ਲਈ ਹੋ। ਹੁਣ ਗੱਲ ਇਹ ਵੀ ਜੇ ਆਪਣੇ ਕੋਲ ਉਹ ਹੈਗੇ ਆ ਵੀ ਇੰਨੇ ਦੇ ਕੇ ਤੇ ਆਪਾਂ ਟਿਕਟ ਲੈ ਸਕਦੇ ਹਾਂ, ਤੇ ਫਿਰ ਜੇ ਆਪਾਂ ਐਵੇਂ ਚਾਹ ਦੇ, ਪੱਤੀ ਦੇ, ਦੁੱਧ ਦੇ, ਕੁਰਸੀਆਂ ਦੇ, ਚਾਨਣੀਆਂ ਦੇ ਖਰਚੇ ਗਣਾਈ ਜਾਈਏ ਤੇ ਲੋਕਾਂ ਨੂੰ ਐਂ ਕਹੀਏ ਵੀ ਤੁਸੀਂ ਟੈਕਸ ਦਿਓ ਵੀਰ ਮੇਰੋ, ਸਾਨੂੰ ਪੈਨਸ਼ਨ ਮਿਲਣੀ ਬਹੁਤ ਜ਼ਰੂਰੀ ਹੈ, ਤੇ ਫਿਰ ਲੋਕ ਵੀ ਤਾਂ ਸਵਾਲ ਪੁੱਛ ਹੀ ਸਕਦੇ ਨੇ ਵੀ ਭਾਜੀ ਵੀ ਏਡੀ ਵੀ ਕੀ ਵੇਲਣੇ 'ਚ ਬਾਂਹ ਆਏ ਵੀ ਕਿਸੇ ਹੋਰ ਨੂੰ ਮੌਕਾ ਦੇ ਦਿਓ, ਤੁਸੀਂ ਕਾਹਨੂੰ ਐਵੇਂ ਖਰਚ ਕਰਦੇ। ਨਾਲੇ ਐਤਕੀ ਤਾਂ ਐਗਜ਼ਾਮਪਲ ਸੈੱਟ ਹੋ ਗਈ ਨਾ। ਹੁਣ ਆਹ ਜਿਹੜੇ 92 ਜਿੱਤੇ ਨੇ ਆਮ ਆਦਮੀ ਪਾਰਟੀ ਦੇ, ਇਹਨਾਂ 'ਚੋਂ ਕਿੰਨੇ ਕੁ ਨੇ ਜਿਨ੍ਹਾਂ ਨੇ ਚਾਹ ਪਿਆ ਕੇ ਤੇ ਖਰਚ ਕਰਕੇ ਜਿੱਤੇ ਨੇ? ਲੋਕਾਂ ਨੇ ਵੋਟਾਂ ਪਾਈਆਂ ਹੀ ਨੇ। ਹਾਂ, ਗਾਂ ਹੁਣ ਅਗਲੀ ਵਾਰ ਵੋਟਾਂ ਉਦੋਂ ਪੈਣੀਆਂ ਜਦੋਂ ਇਹਨਾਂ ਨੇ ਆਪਣਾ ਸਾਰਾ ਹੀ ਕਾਰਗੁਜ਼ਾਰੀ ਕਰਕੇ ਦੱਸੀ ਵੀ ਅਸੀਂ 5 ਸਾਲਾਂ 'ਚ ਆਹ ਕਿਹਾ ਸੀ, ਆਹ ਕਰਤਾ, ਤੇ ਸਾਡੇ ਕੰਮਾਂ ਦੇ ਹਿਸਾਬ ਨਾਲ ਜੇ ਸਾਨੂੰ ਜਿਤਾਉਣੇ ਹੋ ਤਾਂ ਠੀਕ ਆ, ਨਹੀਂ ਤੇ ਫਿਰ ਲੀਡਰ ਬਹੁਤ ਵੀਰ ਜੀ ਵਾਧੂ। ਜੇ ਮੈਂ ਗਲਤ ਨਹੀਂ ਤਾਂ 2500 ਰੋਜ਼ ਦਾ ਬਣਦਾ, ਜਾਣੀ ਜੇ 1000 ਰੋਜ਼ ਦਾ ਹੋਵੇ ਤਾਂ 30,000, ਜੇ 2000 ਰੋਜ਼ ਦਾ ਮਿਲਦਾ ਹੋਵੇ 60,000, ਤਾਂ ਜੇ 500 ਹੋਰ ਤੇ 15,000, ਜਾਣੀ ਮੇਰੇ ਮੁਤਾਬਕ ਜੇ 30 ਦਿਨਾਂ ਦਾ ਮਹੀਨਾ ਤਾਂ 2500 ਰੁਪਈਆ ਇੱਕ ਸਾਬਕਾ ਵਿਧਾਇਕ ਜਦੋਂ ਸਵੇਰੇ ਉੱਠਦਾ ਉਹਦੇ ਸਿਰਹਾਣੇ ਥੱਲੇ ਪਿਆ ਹੁੰਦਾ। 100 ਦੇ 25 ਨੋਟ, ਜੇ 500 ਦਾ ਨੋਟ ਹੈ ਜੇ ਚੱਲਦਾ ਤਾਂ 5 ਨੋਟ, ਜੇ 2000 ਦਾ ਚੱਲਦਾ ਇੱਕ 2000 ਦਾ ਨਾਲ 100 ਦੇ 5 ਨੋਟ। ਮੈਂ 20 ਦੇ ਵੀ ਕਰ ਦਿੰਦਾ ਜੇ ਕਹੋ ਤਾਂ, ਜਾਣੀ ਜੇ ਗਿਣਤੀ ਵਧਾਉਣੀ ਆ ਤਾਂ। ਬਿਲਕੁਲ ਠੀਕ। ਹੁਣ 2500 ਰੁਪਈਆ ਰੋਜ਼ ਦਾ, ਪਹਿਲੀ ਗੱਲ ਹੈ ਕਿ ਜਿਹੜੇ ਬਹੁਤ ਸਤਿਕਾਰਯੋਗ ਨੇ, ਸਾਬਕਾ ਵਿਧਾਇਕ ਹੋਣ ਦਾ ਮਤਲਬ ਹੈ ਕਿ ਲੋਕਾਂ ਇੱਕ ਵਾਰੀ ਉਹ ਵੋਟਾਂ ਪਾ ਕੇ ਜਿਤਾਏ ਨੇ, ਉਹਨਾਂ ਨੂੰ ਲੋਕਾਂ ਦਾ ਫਤਵਾ ਮਿਲਿਆ। ਠੀਕ ਹੈ, ਸਾਬਕਾ ਵਿਧਾਇਕ ਸਾਹਿਬ ਤੇ ਮੌਜੂਦਾ ਵਿਧਾਇਕ ਸਾਹਿਬ ਜਿੰਨੇ ਵੀ ਤੁਸੀਂ ਬੰਦੇ ਹੋ ਸਾਰੇ ਸਤਿਕਾਰਯੋਗ ਹੋ। ਤੁਹਾਡੇ ਕੋਲ ਲੋਕ ਆਉਂਦੇ ਆ ਚੱਲ ਕੇ, ਇੱਕ ਆਸ ਨਾਲ ਆਉਂਦੇ ਆ। ਤੇ ਪੰਜਾਬ ਦਾ ਕੋਈ ਵੀ ਬੰਦਾ, ਮੰਨ ਲਓ ਕਿ ਇੱਕ ਕਿਸਾਨ ਖੇਤ ਵਿੱਚ ਗੋਡੀ ਕਰਦਾ ਹੈ, ਇੱਕ ਬੰਦਾ ਫੈਕਟਰੀ ਦੇ ਵਿੱਚ ਲੋਹਾ ਕੁੱਟਦਾ ਹੀ, ਇੱਕ ਦੁਕਾਨਦਾਰ ਆਪਣੀ ਕਰਿਆਨੇ ਦੁਕਾਨ ਤੇ ਬੈਠਾ, ਇੱਕ ਕੁਲਫੀਆਂ ਵਾਲਾ ਕੁਲਫੀ ਵੇਚਦਾ ਹੈ,
ਜਾਂ ਇੱਕ ਬੇਰੁਜ਼ਗਾਰ ਹੈ, ਬਿਲਕੁਲ ਉਹਨਾਂ ਦੇ ਵਿੱਚੋਂ ਕੋਈ ਕਹਿੰਦਾ ਛੱਡ ਯਾਰ ਅੱਜ ਕੀ ਲੋਹਾ ਕਰਨਾ, ਲੀਡਰ ਸਾਹਿਬ ਕੋ ਚਾਹ ਪੀਣ ਚੱਲਦੇ ਆ। ਕਿਸਾਨ ਆਪਣਾ ਰੰਬਾ ਛੱਡ ਕੇ ਖੇਤ ਦੇ ਵਿੱਚ ਕਹਿੰਦਾ ਛੱਡ ਯਾਰ ਬਣਾ ਐਵੇਂ ਗੋਡੀ ਆ ਨਾ, ਲੀਡਰ ਸਾਹਿਬ ਕੋ ਜਾ ਕੇ ਚਾਹ ਪੀ ਕੇ ਆਉਣੇ ਆ। ਜਾਂ ਕੋਈ ਅਧਿਆਪਕ ਹੈ, ਕੋਈ ਹੋਰ ਕੰਮ ਕਰਦਾ ਹੈ। ਮੈਂ ਇੱਕ ਗੱਲ ਦਾਅਵੇ ਨਾਲ ਕਹਿ ਦਿੰਦਾ ਕਿ ਕੋਈ ਵੀ ਪੰਜਾਬ ਦਾ ਬੰਦਾ, ਪਾਰਟੀ ਦਾ ਵਰਕਰ, ਸਪੋਰਟਰ ਕੋ ਕੰਮ ਕਰਾਉਣ ਵਾਲਾ ਕਿਸੇ ਲੀਡਰ ਦੇ ਕੋਲੇ ਚਾਹ ਪੀਣ ਨਹੀਂ ਜਾਂਦਾ, ਕਿਉਂਕਿ ਚਾਹ ਸੁੱਖ ਨਾਲ ਪੰਜਾਬੀਆਂ ਦੇ ਘਰ ਦੇ ਵਿੱਚ ਘੱਟੋ ਘੱਟ 2 ਟਾਈਮ ਜ਼ਰੂਰ ਬਣਦੀ ਹੈ। ਇਹੀ ਇੱਕ ਚੀਜ਼ ਹੈ, ਤੁਸੀਂ ਕਿੰਨੇ ਵੀ ਆਰਥਿਕ ਤੌਰ ਤੇ ਨਿੱਘਰ ਜਾਓ, ਚਾਹੇ ਉਹ ਮਾੜੀ ਆ ਚਾਹੇ ਉਹ ਚੰਗੀ ਆ, ਪਰ ਚਾਹ ਜ਼ਰੂਰ ਬਣਦੀ ਹੈ। ਦੂਸਰੀ ਗੱਲ, ਜੇ ਭੁਲੇਖਾ ਨਾ ਕਿ ਅਸੀਂ ਲੋਕਾਂ ਨੂੰ ਚਾਹ ਪਿਲਾਉਂਦੇ ਆ, ਲੋਕ ਚਾਹ ਘਰ ਜਾ ਕੇ ਵੀ ਪੀ ਲੈਣਗੇ, ਲੋਕ ਚਾਹ ਪੀਣ ਨਹੀਂ ਆਉਂਦੇ, ਲੋਕ ਤੁਹਾਡੇ ਕੋਲ ਕਿਸੇ ਕੰਮ ਆਉਂਦੇ ਆ, ਕਿਸੇ ਆਸ ਨਾਲ ਆਉਂਦੇ ਆ। ਤੁਸੀਂ ਕੰਮ ਉਹਦਾ ਨਾ ਕਰੋ, ਕੱਲੀ ਚਾਹ ਪਿਲਾ ਕੇ ਤੋਰ ਦਿਓ, ਤੁਹਾਨੂੰ ਵੋਟ ਨਹੀਂ ਪਾਉਣਗੇ। ਤੁਸੀਂ ਚਾਹ ਨਾ ਪਿਲਾਓ, ਉਹਦੇ ਨਾਲ ਤੁਰੋ, ਜਿਹੜਾ ਜੈਨੂਅਨ ਕੰਮ ਜੈਨੂਅਨ ਤਰੀਕੇ ਹੋ ਸਕਦਾ ਉਹ ਕਰੋ। ਚਾਹ ਤੁਸੀਂ ਸਾਰੀ ਉਮਰ ਨਾ ਪਿਲਾਓ, ਤੁਹਾਨੂੰ ਉਹ ਵੋਟਾਂ ਪਾਉਣਗੇ। ਜਾਣੀ ਖਰਚ ਕਾਹਦੇ ਤੇ ਕਰਨਾ ਆਪਾਂ? ਤੁਸੀਂ ਕੁੜਤਾ ਪਜਾਮਾ ਥੋੜ੍ਹਾ ਜਿਹਾ ਸਸਤਾ ਸਵਾ ਲਓ, ਤੁਸੀਂ ਗੱਡੀ ਜ਼ਰੂਰ 25 ਲੱਖ ਦੀ ਦੇ ਵਿੱਚ ਬਹਿਣਾ, ਤੁਸੀਂ ਸਸਤੀ ਕਾਰ ਲਓ ਜਿਹੜੀ ਤੇ ਇਹ ਤੇਲ ਘੱਟ ਖਾਂਦੀ ਏ, ਉਹਦੇ ਵਿੱਚ ਜਾਓ। ਤੁਸੀਂ ਏਸੀ ਵਾਲੀ ਕਾਰ ਨਾ ਲਓ, ਤੁਸੀਂ ਆਪਦੇ ਖਰਚ ਘਟਾਓ। ਬਿਲਕੁਲ ਪੰਜਾਬ ਦੇ ਲੋਕਾਂ ਨੇ ਜੇ ਤੁਹਾਨੂੰ ਵਿਆਹ ਤੇ ਸੱਦਣਾ ਹੈ, ਜੇ ਤੁਹਾਨੂੰ ਥਾਣੇ ਉਰੇ ਧਰਨਾ ਦੇਣ ਨੂੰ ਸੱਦਣਾ ਹੈ, ਉਹਨਾਂ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਸਾਬਕਾ ਵਿਧਾਇਕ ਸਾਹਿਬ ਸਾਈਕਲ ਤੇ ਆਏ ਆ ਕਿ ਉਹ ਹੈਲੀਕਾਪਟਰ ਤੇ ਆਏ ਆ। ਖਰਚੇ ਤਾਂ ਆਪਾਂ ਆਪ ਹੀ ਕੰਟਰੋਲ ਕਰਨੇ ਆ। ਜੇ ਆਪਾਂ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਆ ਤੁਹਾਡਾ 5 ਕਿਲੋ ਆਟੇ ਨਾਲ ਸਰ ਜਾਂਦਾ ਹੈ, ਤੁਹਾਡਾ 2 ਕਿਲੋ ਦਾਲ ਨਾਲ ਸਰ ਜਾਂਦਾ ਹੈ, ਤੁਹਾਡਾ 75,000 2500 ਰੁਪਈਆ ਰੋਜ਼ ਦਾ, ਜੇ ਆਪਣਾ ਉਹਦੇ ਨਾਲ ਨਹੀਂ ਸਰਦਾ, ਐਫੀਡੈਵਿਟ ਦਿਖਾਓ ਆਪਣੇ ਪਿਛਲੀ ਇਲੈਕਸ਼ਨ ਦੇ ਕੱਢ ਕੇ। ਜਿਹੜੇ ਬੰਦੇ ਵੀ ਵਿਰੋਧ ਕਰਦੇ ਨਾ, ਇਹ ਕੰਮ ਨਹੀਂ, ਮੈਂ ਕਹਿੰਦਾ ਇਹ ਕੰਮ ਅਕਾਲੀ ਕਰਦੇ, ਇਹ ਕੰਮ ਕਾਂਗਰਸੀ ਕਰਦੇ, ਇਹ ਕੰਮ ਭਾਜਪਾ ਵਾਲੇ ਕਰਦੇ, ਕੋਈ ਵੀ ਕਰਦੇ, ਅਸੀਂ ਇਦਾਂ ਹੀ ਬੋਲਣਾ ਸੀ। ਕਿਉਂਕਿ 5 ਸਾਲਾਂ 'ਚ ਉਹਨਾਂ ਦਾ ਦਾਅਵਾ ਹੈ ਕਿ 100 ਕਰੋੜ ਰੁਪਈਆ ਸੰਧਾਲੀਆ ਸਾਹਿਬ ਬਚਣਾ ਹੈ। ਇੱਕ ਪਿੰਡ ਨੂੰ ਜੇ ਕਰੋੜ ਰੁਪਈਆ ਦੇ ਦੇਣ ਤਾਂ 5 ਸਾਲਾਂ ਦੇ ਵਿੱਚ ਪੰਜਾਬ ਦੇ 100 ਪਿੰਡ ਕਰੋੜਪਤੀ ਹੋ ਗਏ। ਨਹੀਂ, ਇਹਦੇ ਆਪਾਂ ਇਹ ਵੀ ਬੇਨਤੀ ਕਰੀਏ, ਹੁਣ ਗੱਲ ਇਹ ਆ ਵੀ ਜਦੋਂ ਬੰਦਾ MLA ਚੁਣਿਆ ਹੁੰਦਾ ਨਾ, ਉਦੋਂ ਉਹਨੂੰ ਪੈਨਸ਼ਨ ਨਹੀਂ ਮਿਲਦੀ ਹੁੰਦੀ, ਕਿਉਂਕਿ ਉਦੋਂ ਉਹ ਕੰਮ ਤੇ ਆ, ਉਦੋਂ ਉਹਨੂੰ ਤਨਖਾਹ ਮਿਲਦੀ। ਹੁਣ ਤਨਖਾਹ ਕਿੰਨੀ ਕੁ ਮਿਲਦੀ ਉਹਦਾ ਵੀ ਆਪਾਂ ਨੂੰ ਪਤਾ ਹਿਸਾਬ ਕਿਤਾਬ ਦਾ ਜੀ। ਦੂਜੀ ਗੱਲ ਇਹ ਵੀ ਜਿਹਨੇ ਕੰਮ ਆਉਣਾ ਉਹਨੇ ਚੁਣੇ ਦੇ ਕੋਲ ਹੀ ਆਉਣਾ, ਉਹਨੇ ਜਿਹੜਾ ਸਾਬਕਾ ਉਹਦੇ ਕੋਲ ਤੇ ਜਾਣਾ ਨਹੀਂ, ਕਿਉਂਕਿ ਜਿਹਦੀ ਸਰਕਾਰ ਆ ਵੀਰ ਮੇਰਾ ਕੰਮ ਤਾਂ ਉਸੇ ਨੇ ਕਰਨਾ। ਪਿਛਲੇ ਦਿਨਾਂ 'ਚ ਆਪਾਂ ਵੇਖ ਹਟੇ। ਤੀਸਰੀ ਗੱਲ ਇਹਦੇ 'ਚ ਆਪਾਂ ਇਹ ਐਡ ਕਰੀਏ ਕਿ ਵੀ ਜਦੋਂ ਆਪਣੇ ਕੋਲ ਟੈਲੀਫੋਨ ਆ ਤੇ ਕੰਪਨੀ ਵਾਲੇ ਵੀ 200-250 ਦਾ ਪੈਕੇਜ ਦੇ ਦਿੰਦੇ ਵੀ ਕਾਲ ਫ੍ਰੀ ਵੀਰ, ਤੁਸੀਂ ਜਿੰਨੀ ਮਰਜ਼ੀ ਕਰ ਲਿਓ। ਆਪਾਂ ਵਰਕਰ ਨੂੰ ਇਹ ਸਹੂਲਤ ਦਈਏ ਹਾਂ ਵੀ ਜਿਹੜਾ ਉਹ ਰੰਬੇ ਵਾਲਾ ਬੰਦਾ, ਜੇ ਉਹ ਇੱਕ ਵਾਰਾਂ ਤੁਰੇ ਆਣ ਕੇ ਉੱਥੇ ਗੇਟ ਅੱਗੇ ਖਲੋਵੇ, ਫਿਰ ਆਖੇ ਸਾਹਿਬ ਕਦੋਂ ਮਿਲਣਗੇ, ਸਾਹਿਬ ਨਹਾਉਂਦੇ ਜੀ, ਸਾਹਿਬ ਚਾਹ ਪੀਂਦੇ, ਸਾਹਿਬ ਰੋਟੀ ਖਾਂਦੇ, ਹੁਣ ਸਾਹਿਬ ਆ ਕੇ ਬਹਿੰਦੇ ਆ, 20 ਬੰਦੇ ਅੱਗੇ ਲੱਗੇ ਆ, 21ਵਾਂ ਉਹਦੀ ਵਾਰੀ ਆਈ, ਉਹਦੇ ਬਾਅਦ ਉਹਦੀ ਗੱਲ ਸੁਣੀ, ਚੰਗਾ ਫਿਰ ਤੂੰ ਕੱਲ੍ਹ ਨੂੰ ਆਈ। ਉਹੋ ਜਿਹੇ ਕੰਮ ਕਰਾਉਣ ਨਾਲੋਂ ਚੰਗਾ ਨਹੀਂ ਵੀ ਉਹਨੂੰ ਵੀਰ ਮੇਰੇ ਨੂੰ ਫੋਨ ਦਿੱਤਾ ਹੋਵੇ, ਉਹ ਉੱਥੋਂ ਫੋਨ ਕਰੇ, ਅਗਲਾ ਦੱਸੇ ਵੀ ਜੇ ਕੰਮ ਹੀ ਕਰਾਉਣਾ, ਆਪਾਂ ਇਹ ਨਹੀਂ ਕਹਿੰਦੇ ਵੀ ਕੰਮ ਨਾ ਕਰੋ, ਲੋਕਾਂ ਦੇ ਕਰੋ, ਉੱਥੋਂ ਉਹ ਤੁਹਾਨੂੰ ਫੋਨ ਕਰ ਦੇਵੇ, ਤੁਸੀਂ ਗਾਂ ਅੱਗੇ ਫੋਨ ਕਰ ਦੇਵੇ, ਕਾਲ ਦਾ ਕੋਈ ਖਰਚਾ ਨਹੀਂ, ਉਹੀ ਲੱਗਾ, ਨਾਲੇ ਤੇ ਉਹਦੀ ਦਿਹਾੜੀ ਬਚ ਗਈ, ਨਾਲੇ ਤੁਹਾਡੀ ਚਾਹ ਬਚ ਗਈ। ਇਹ ਤੋਂ ਵਧੀਆ ਸੌਦਾ ਕਿਹੜਾ? ਸੰਧਾਲੀਆ ਸਾਹਿਬ ਸਸਤੀ ਕਾਰ ਹੋਵੇ ਜਿਹੜੀ ਤੇਲ ਘੱਟ ਖਾਂਦੀ ਹੈ। ਮੈਂ ਕਹਿੰਦਾ ਕਿ ਜੇ ਉਹ ਰੋਜ਼ 5 ਘੰਟੇ ਵੀ ਚਲਾਉਣ, ਹਲਕੇ 'ਚ ਚਲਾਉਣੀ ਹੈ, ਤੇ ਹਲਕਾ ਬਹੁਤ ਦੂਰ ਨਹੀਂ ਹੁੰਦਾ, ਬਾਹਰ ਨਹੀਂ ਜਾਣਾ, ਮੈਨੂੰ ਨਹੀਂ ਲੱਗਦਾ ਕਿ 1000 ਰੁਪਏ ਦਾ ਤੇਲ ਖਾਊਗੀ ਕਿ ਖਾਊਗੀ, ਨਹੀਂ ਖਾਊਗੀ। 1000 ਦਾ ਜਾਣੀ ਫੇਰ ਵੀ ਦਿੱਤਾ। ਮੈਂ ਕਹਿੰਦਾ ਕਿ ਅਸੀਂ ਸਾਬਕਾ ਵਿਧਾਇਕਾਂ ਨੂੰ ਇਹ ਸਲਾਹ ਦਿੰਦੇ ਹਾਂ, ਚਾਹੇ ਇਹਨਾਂ ਦੇ ਆ ਚਾਹੇ ਕਿਸੇ ਦੇ ਆ, ਤੁਸੀਂ ਕਿਸੇ ਨੂੰ ਘਰ ਸੱਦੋ ਹੀ ਨਾ, ਕਾਰ ਆਪਣੇ 'ਚ ਬੈਠੋ, ਤੇਲ ਜਿਹੜੀ ਪੈਨਸ਼ਨ ਮਿਲਦੀ ਉਹਦੇ ਵਿੱਚੋਂ ਪਵਾਓ, ਚਾਹ ਵੀ ਅਗਲੇ ਦੇ ਘਰ ਜਾ ਕੇ ਪੀਓ, ਲੋਕਾਂ ਨੂੰ ਕਹੋ ਟੈਲੀਫੋਨ ਕਰੋ ਜੀ ਜੇ ਤੁਹਾਨੂੰ ਕੋਈ ਸਮੱਸਿਆ, ਤੁਹਾਡੇ ਘਰ ਚੱਲ ਕੇ ਆਉਂਦੇ ਆ। ਨਾਲੇ ਤਾਂ ਦਰਸ਼ਨ ਦਿਦਾਰੇ ਹੋ ਗਏ, ਨਾਲੇ ਲੋਕਾਂ ਕੋਲ ਪਹੁੰਚ ਗਏ, ਅਗਲੇ ਕਹਿਣਗੇ ਲੀਡਰ ਸਾਹਿਬ ਸਾਡੇ ਘਰ ਆਏ ਆ, ਚੱਲ ਕੇ ਆਏ ਆ, ਨਾਲੇ ਚਾਹ ਦਾ ਖਰਚਾ ਬਚ ਗਿਆ। ਇਹ ਗੱਲ ਹੈਗੀ। ਦੇਖੋ ਕਾਰਨ ਇਹ ਆ ਵੀ ਇਹ ਜਿਹੜੀ ਚੀਜ਼ ਹੋਈ ਆ, ਬਹੁਤਾ ਕਰਕੇ ਸਾਰਿਆਂ ਨੇ ਐਕਸੈਪਟ ਕਰ ਲਿਆ, ਆਪਾਂ ਵੀ ਮੰਨ ਲੈਂਦੇ ਹਾਂ। ਜ਼ਿਆਦਾਤਰ ਲੀਡਰਾਂ ਨੇ ਕਿਹਾ ਵੀ ਠੀਕ ਹੈ ਯਾਰ, ਚਲੋ ਚੰਗਾ। ਹਾਂ, ਕੁਛ ਕੁ ਦਾ ਇਤਰਾਜ਼ ਸੀਗਾ, ਉਹ ਇਤਰਾਜ਼ ਆਪੇ ਥੋੜੇ ਦਿਨਾਂ ਤੱਕ ਦੂਰ ਹੋ ਜਾਊਗਾ। ਇੱਕ ਚੁਣੌਤੀ ਵੀ ਆਈ ਹੈ ਆਮ ਆਦਮੀ ਪਾਰਟੀ ਦੀ, ਕਿਉਂਕਿ ਜਦੋਂ ਕੋਈ ਲੀਡਰ ਕੰਮ ਕਰਦਾ ਨਾ, ਜਿੱਥੇ ਵੀ ਕੰਮ ਕਰਦਾ ਹੈ, ਗੁਜਰਾਤ ਮਾਡਲ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਿਹਾ ਸੀ ਕਿ ਸਾਡਾ ਬਹੁਤ ਵਧੀਆ, ਤਾਂ ਉਹ ਕਹਿੰਦੇ ਸੀ ਲਾਗੂ ਕਰਕੇ ਵਿਖਾਓ, ਬਾਕੀ ਸੂਬੇ 'ਚ ਤੁਹਾਡੀਆਂ ਸਰਕਾਰਾਂ, ਨਹੀਂ ਤਾਂ ਸਾਨੂੰ ਦਿਓ ਮੌਕਾ, ਅਸੀਂ ਲਾਗੂ ਕਰਦੇ ਹਾਂ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਅਸੀਂ ਹਰ ਇੱਕ MLA ਦੀ ਪੈਨਸ਼ਨ ਜਿਹੜਾ ਸਾਬਕਾ MLA ਇੱਕ ਕਰਤੀ ਹੈ, ਜਿੱਥੇ ਕਾਂਗਰਸ ਦੀਆਂ ਸਰਕਾਰਾਂ ਕਹਿੰਦੇ ਕਰਕੇ ਵਿਖਾਓ, ਜਿੱਥੇ BJP ਦੀਆਂ ਸਰਕਾਰਾਂ ਕਹਿੰਦੇ ਕਰਕੇ ਵਿਖਾਓ, ਜਿੱਥੇ ਕਿਸੇ ਹੋਰ ਧਿਰ ਦੀ ਸਰਕਾਰ ਹੈ ਕਹਿੰਦੇ ਕਰਕੇ ਵਿਖਾਓ। ਅਗਲਿਆਂ ਤਾਂ ਭਾਈ ਕਹਿਣਾ, ਤੇ ਜਦੋਂ ਅਗਲਿਆਂ ਕਹਿਤਾ ਤੇ ਮੇਰੇ ਜਵਾਬ ਦੇਖਦੇ ਕੀ ਆਉਂਦਾ। ਜੀ ਇਹਦੇ ਉੱਦਾਂ ਹੋ ਗਿਆ ਨਾ ਵੀ ਜਿੱਦਾਂ ਮੰਨ ਲਓ ਵੀ ਸਵੇਰੇ ਮੈਂ ਆਖਾਂ ਵੀ ਵੀਰ ਅੱਜ ਤੋਂ ਮੈਂ ਇੱਕੋ ਰੋਟੀ ਖਾਣੀ ਹੈ, ਵਾਠ ਇੱਕ ਖਾ ਕੇ ਖਾ ਰੋਟੀ ਨੂੰ, ਚਲੋ ਮੇਰੀ ਤੇ ਚਰਬੀ ਚੁਰਬੀ ਹਿਸਾਬ ਨਾਲ 4 ਦਿਨ ਲੰਘ ਜਾਣ।
ਤੇ ਮੈਨੂੰ ਦੂਜੇ ਦਿਨ ਫੜ ਕੇ ਪਤਾ ਲੱਗੇ 15ਵੇਂ ਦਿਨ ਗਲੂਕੋਸ਼ ਲਵਾਇਆ ਹੋਇਆ ਆਪਾਂ ਉੱਥੇ ਪਾਸੇ ਖੜੇ ਕਿ ਗੱਲ ਪਤਾ ਨਹੀਂ ਕੀ ਗੱਲ ਹੋ ਗਈ, ਰਹਿੰਦਾ ਜੇ ਜਾਂਦਾ ਬੰਦਾ ਰੋਟੀ ਤੇ ਖਾਂਦਾ ਇੱਕ ਟਾਈਮ ਇੱਕ ਇਦਾਂ ਨਹੀਂ ਕਹਿਣਾ ਸੀ ਵੀ ਰਹਿੰਦਾ ਜਾਂਦਾ, ਇਹ ਕੋਈ ਖਾਣ ਲੱਗ ਪਿਆ ਹੋਣਾ ਆਵੇਂ ਹੁੰਦਾ ਆ ਕੋ ਪੁੱਠਾ ਸਿੱਧਾ ਖਾਣ ਲੱਗ ਪੈਣਾ ਪਾਉ ਕਿਹੜਾ ਪਤਾ ਲੱਗਦਾ ਇੱਥੇ। ਚਲੋ ਆਪਾਂ ਇਹ ਮੰਨਦੇ ਹਾਂ ਵੀ ਹੁਣ ਜੇ ਇਹ ਫੈਸਲਾ ਹੋਇਆ, ਇਹ ਫੈਸਲਾ ਉਹਨਾਂ ਨੇ ਲਾਗੂ ਕਰਤਾ ਤੇ ਇਸ ਫੈਸਲੇ ਦੇ ਨਾਲ ਜਿਵੇਂ ਉਹ ਕਹਿੰਦੇ ਆ ਵੀ ਅਸੀਂ ਆਪਣੀਆਂ ਗਰੰਟੀਆਂ ਆਪਣੇ ਵਾਅਦੇ ਪੂਰੇ ਕਰੀ ਜਾ ਰਹੇ ਹਾਂ, ਉੱਦਾਂ ਆਪਾਂ ਮੰਨ ਲੈਂਦੇ ਵੀ ਉਹਨਾਂ ਨੇ ਜੋ ਵਾਅਦਾ ਕੀਤਾ ਸੀ ਪੂਰਾ ਕਰਤਾ। ਇਹਦਾ ਜੋ ਪ੍ਰਭਾਵ ਪਊਗਾ ਚੰਗਾ ਮਾੜਾ ਉਹ ਆਉਣ ਵਾਲੇ ਟਾਈਮ 'ਚ ਲੋਕਾਂ ਨੇ ਆਪੇ ਦੱਸ ਦੇਣਾ ਵੀ ਭਾਈ ਫਾਇਦਾ ਨੁਕਸਾਨ। ਵਿਰੋਧੀਆਂ ਨੇ ਕਈ ਤਰ੍ਹਾਂ ਦੇ ਦੋਸ਼ ਲਾਏ ਸੀ ਕਿ ਵੱਧ ਸਿਕਿਉਰਿਟੀ ਲੈਂਦੇ ਆ ਘਰਾਂ ਦੇ ਉੱਤੇ ਖਰਚ ਕਰਨ ਲੱਗੇ ਆ, ਜਿੱਥੇ ਵੀ ਕਿਤੇ ਸਰਕਾਰ ਕਿ ਇਹਨਾਂ ਨੇ ਬਾਹਰਲੇ ਸੂਬੇ ਵਾਲਿਆਂ ਨੂੰ ਸਿਕਿਉਰਿਟੀ ਦਿੱਤੀ ਆ, ਫੈਸਿਲਿਟੀ ਦਿੱਤੀ ਹੈ। ਭਾਈ ਜੇ ਕਿਤੇ ਵੀ ਇਧਰਲੇ ਪਾਸਿਓਂ ਬਚਾ ਕੇ ਤੇ ਹੋਰ ਪਾਸੇ ਵਾਧੂ ਖਰਚ ਕਰਦੇ ਹੋ ਤਾਂ ਹਟ ਜਾਓ। ਜਿੱਦਣ ਕਿਤੇ ਆਥੈਂਟਿਕ ਪੁਖਤਾ ਜਾਣਕਾਰੀ ਲਿਖਤੀ ਰੂਪ ਦੇ ਵਿੱਚ ਕਿਸੇ ਪਾਸੇ ਸਾਹਮਣੇ ਆ ਗਈ ਤਾਂ ਅਸੀਂ ਦੂਜੇ ਪਾਸੇ ਨੂੰ ਹੋ ਜਾਣਾ। ਨਹੀਂ ਉਹ ਤਾਂ ਹੈ, ਖਿੱਦੋ ਰੱਖ ਲੈਣੀ ਇੱਕ ਇੱਕ ਕਰਕੇ ਲੀਰ ਬਾਹਰ ਨਿਕਲਣੀ ਹੈ ਨਾ। ਚਲੋ ਆਪਾਂ ਬੇਨਤੀ ਕਰਦੇ ਹਾਂ ਵੀ ਉਹ ਕੰਮ ਨਾ ਆਵੇ। ਬਾਕੀ ਚਲੋ ਜੇ ਪੰਜਾਬ ਦੇ ਭਲੇ ਦੀ ਗੱਲ ਹੈ ਤੇ ਵਧੀਆ ਗੱਲ ਆ। ਦੂਜੀ ਗੱਲ ਇਹ ਆ WhatsApp ਕਿ ਵੀ ਹੁਣ ਕਿਉਂਕਿ ਆਜ਼ਾਦੀ ਦਿਹਾੜਾ ਤੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਤਿਰੰਗਾ ਯਾਤਰਾਵਾਂ ਨਿਕਲ ਰਹੀਆਂ ਨੇ, ਵੱਖ-ਵੱਖ ਪੋਲੀਟੀਕਲ ਪਾਰਟੀਆਂ ਕੱਢ ਰਹੀਆਂ, BJP ਕੱਢ ਰਹੀ ਆ, ਕਾਂਗਰਸ ਪਾਰਟੀ ਕੱਢ ਰਹੀ, ਆਮ ਆਦਮੀ ਪਾਰਟੀ ਨੇ ਵੀ ਸ਼ੁਰੂ ਕਰ ਲਿਆ। ਨਾਲ ਦੀ ਨਾਲ ਉੱਧਰੋਂ BJP ਵੱਲੋਂ ਇਹ ਵੀ ਹੋਕਾ ਵੀ ਘਰ ਘਰ ਤਿਰੰਗਾ ਜਿਹੜਾ ਜੀ ਉਹ ਹੋਵੇ। ਬਹੁਤ ਸਾਰੇ ਲੀਡਰਾਂ ਨੇ, ਬਹੁਤ ਸਾਰੇ ਪਾਰਟੀ ਵਰਕਰਾਂ ਨੇ, ਸਪੋਰਟਰਾਂ ਨੇ, ਆਮ ਲੋਕਾਂ ਨੇ ਵੀ ਆਪਣੇ ਘਰਾਂ ਦੇ ਤਿਰੰਗੇ ਲਾਏ। ਚੰਗੀ ਗੱਲ ਹੈ, ਮਤਲਬ ਆਜ਼ਾਦੀ ਦੇ 75 ਸਾਲ ਬਾਅਦ ਮਤਲਬ ਇਕਜੁੱਟਤਾ ਜਾਂ ਕਹਿ ਲਓ ਕਿ ਆਜ਼ਾਦੀ ਨੂੰ ਮੰਨਣਾ ਜਾਂ ਉਹਦਾ ਪ੍ਰਦਰਸ਼ਨ ਕਰਨਾ ਵੀ ਅਸੀਂ ਆਜ਼ਾਦ ਹਾਂ, ਚੰਗੀ ਗੱਲ ਹੈ। ਪਰ ਦੂਜੇ ਪਾਸੇ ਰਾਜਾ ਵੜਿੰਗ ਸਾਹਿਬ ਨੇ ਇਤਰਾਜ਼ ਕੀਤਾ। ਉਹ ਕਹਿੰਦੇ ਵੀ ਇਹ ਗੱਲ ਠੀਕ ਨਹੀਂ ਕੋਈ ਵੀ, ਮਤਲਬ ਮੁਲਕ ਜੇ ਆਜ਼ਾਦ ਹੋ ਗਿਆ ਤੇ ਇੱਕ ਆਜ਼ਾਦ ਬੰਦੇ ਨੂੰ ਆਪਾਂ ਮਜਬੂਰ ਕਰੀ ਜਾਈਏ ਵੀ ਤੂੰ ਤਿਰੰਗਾ ਖਰੀਦ ਕੇ ਲੈ, ਉੱਦਾਂ ਤੇਰੇ ਘਰ ਤੇ ਲਹਿਰਾਉਣਾ ਹੀ ਨਹੀਂ। ਵੀ ਮਤਲਬ ਜੇ ਮਾਤੜਿਆ ਉਹਦੇ ਕੋਲ ਨਹੀਂ ਪਹੁੰਚ ਤੇ ਸਗੋਂ ਸਰਕਾਰ ਉਹਨੂੰ ਦੇਵੇ ਵੀ ਵੀਰ ਮੇਰਾ ਚੱਲ ਬਾਕੀ ਸਹੂਲਤਾਂ ਮੈਂ ਤੈਨੂੰ ਦਿੰਦੇ ਹਾਂ, ਤੂੰ ਇੱਕ ਵਾਰ ਇਹ ਤੇ ਅਹਿਸਾਸ ਕਰਨਾ ਵੀ ਤੇਰੇ ਘਰ ਤੇ ਵੀ ਤਿਰੰਗਾ ਝੰਡਾ ਹੈਗਾ। ਸੰਧਾਲੀਆ ਸਾਹਿਬ ਜਦੋਂ 15 ਅਗਸਤ ਆਉਂਦਾ ਨਾ ਉਹਦੇ ਤੋਂ ਪਹਿਲਾਂ ਬਹੁਤ ਕੁਝ ਚੇਤੇ ਆਉਂਦਾ, ਕਿਉਂਕਿ ਅਸੀਂ ਕਈ ਵਾਰੀ ਜਾਂ ਤਾਂ ਇੱਧਰ ਹੁੰਦੇ ਹਾਂ ਤੇ ਜਾਂ ਇੱਧਰ ਹੁੰਦੇ ਹਾਂ, ਵਿਚਾਲੇ ਵਾਲਾ ਰਸਤਾ ਸਾਡੇ ਕੋਲ ਕੋਈ ਨਹੀਂ। ਬਹੁਤ ਸਾਰੇ ਲੋਕ ਕਹਿੰਦੇ ਜੀ ਆਜ਼ਾਦੀ ਦਾ ਸਤਿਕਾਰ ਕਰਨਾ ਚਾਹੀਦਾ। ਕਈ ਇੱਦਾਂ ਦੇ ਵੀ ਬੰਦੇ ਨੇ ਜਿਹੜੇ ਕਹਿੰਦੇ ਜੀ ਆਜ਼ਾਦੀ ਮਿਲੀ ਕਿੱਥੇ ਹੈ, ਆਮ ਹੀ ਸਵਾਲ ਖੜਾ ਹੋ ਜਾਂਦਾ। ਫਿਰ ਚੇਤਾ ਆਉਂਦਾ ਸੀ 1857 ਦਾ ਉਹ ਪਹਿਲਾ ਆਜ਼ਾਦੀ ਪ੍ਰਾਪਤੀ ਦਾ ਯੁੱਧ ਜਿਹੜਾ ਸਫਲ ਹੋ ਗਿਆ ਸੀ। ਉਹਦੇ ਤੋਂ ਬਾਅਦ ਫਿਰ ਪ੍ਰੋਸੈਸ ਚੱਲਿਆ, ਕਈ ਕੁਛ ਚੱਲਿਆ। 1906-7 ਦੇ ਨੇੜੇ ਜਾ ਕੇ ਜਦੋਂ ਪਗੜੀ ਸੰਭਾਲ ਜੱਟਾ ਲਹਿਰ ਚੱਲੀ, ਉਹਦੇ ਤੋਂ ਬਾਅਦ ਫਿਰ ਵਿਸ਼ਵ ਯੁੱਧ ਵੀ ਸ਼ੁਰੂ ਹੋ ਗਿਆ। ਫਿਰ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਆ ਗਏ, ਉਹਦੇ ਵਿੱਚੇ ਗਦਰੀ ਬਾਬਿਆਂ ਦਾ ਜਿਹੜਾ ਇੱਕ ਪੂਰੇ ਦਾ ਪੂਰਾ ਇੱਕ ਸਮਾਂ ਚੱਲਿਆ। ਜਾਣੀ ਇਹ ਮੈਂ ਬਹੁਤ ਥੋੜ੍ਹੀਆਂ ਗੱਲਾਂ ਕਰ ਰਿਹਾ। ਉਹਦੇ ਤੋਂ ਬਾਅਦ ਵੀ ਕਿੰਨਾ ਕੁਛ ਚੱਲਿਆ, ਜਾਣੀ ਹਜ਼ਾਰਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਆਪਣੀਆਂ। ਉਹ ਪੰਜਾਬੀ ਸੀ, ਗੈਰ ਪੰਜਾਬੀ ਸੀ, ਉੱਧਰ ਨਹੀਂ ਚੱਲਦੇ। ਫਿਰ 1947 ਆਇਆ। ਨਤੀਜਾ ਕੀ ਨਿਕਲਿਆ ਕੀ ਨਹੀਂ ਨਿਕਲਿਆ ਇੱਕ ਵੱਖਰੀ ਗੱਲ ਹੈ, ਕਿਉਂਕਿ ਮੈਂ ਸਿਰਫ ਉੱਥੇ ਆ ਰਿਹਾ ਕਿ ਰੋਟੀ ਪੱਕ ਕੇ ਮਿਲ ਗਈ। ਇਹ ਕਹਿੰਦਾ ਜੀ ਸਵਾਦ, ਦੂਜਾ ਕਹਿੰਦਾ ਨਹੀਂ ਸਵਾਦ ਹੈ। ਉਹ ਕਿਸੇ ਨੇ ਕਣਕ ਬੀਜੀ ਹੈ, ਕਿਸੇ ਨੇ ਕਣਕ ਵੱਢੀ ਹੈ, ਕਿਸੇ ਨੇ ਗਾਈ ਹੈ, ਕਿਸੇ ਨੇ ਮੁੜ ਕੇ ਉਹਦਾ ਦਾਣੇ ਜਿਹੜੇ ਉਹਨੂੰ ਸਾਂਭਿਆ, ਕੋਈ ਉਹਨੂੰ ਚੱਕੀ ਤੇ ਲੈ ਕੇ ਗਿਆ, ਕਿਸੇ ਨੇ ਆਟਾ ਜਿਹੜਾ ਉਹ ਪਿਆਇਆ, ਉਹਦੇ ਤੋਂ ਬਾਅਦ ਕੋਈ ਉਹਨੂੰ ਵਾਪਸ ਲੈ ਕੇ ਆਇਆ। ਫਿਰ ਕਿਸੇ ਬੀਬੀ ਨੇ ਆਟਾ ਗੁੰਨਿਆ, ਉਹ ਰੋਟੀ ਬੇਲੀ ਹੈ, ਪੇੜਾ ਕੀਤਾ ਹੈ, ਤਵੇ ਤੇ ਪਾਈ ਹੈ, ਪੂਣੇ 'ਚ ਲਪੇਟੀ ਹੈ, ਫਿਰ ਤੁਹਾਡੇ ਕੋਲ ਆਈ ਹੈ। ਤੇ ਅਸੀਂ ਉਹ ਸਾਰੀ ਪ੍ਰਕਿਰਿਆ ਦੇ ਉੱਤੇ ਨਜ਼ਰਸਾਨੀ ਕਰਨ ਦੀ ਜਗ੍ਹਾ ਦੇ ਉੱਤੇ ਜਾਂ ਇੱਥੇ ਆ ਤਾਂ ਜਾਂ ਇੱਥੇ ਇੱਕ ਗੱਲ ਤਾਂ ਸਾਨੂੰ ਮੰਨਣੀ ਪਊਗੀ ਕਿ ਪਹਿਲਾਂ ਹੱਕ ਨਹੀਂ ਸੀ, ਹੁਣ ਹੱਕ ਹੈਗੇ ਆ। ਤੇ ਜੇ ਸੁਧਾਰ ਦੀ ਲੋੜ ਆ ਤਾਂ ਬੈਟਨ ਸਾਡੇ ਹੱਥ ਆ। ਜਿਹੜੇ ਇਸ ਵੇਲੇ ਅਸੀਂ ਸਾਹ ਲੈ ਰਹੇ ਹਾਂ, ਜਿਹੜੀਆਂ ਉਸ ਵੇਲੇ ਦੀਆਂ ਸਥਿਤੀਆਂ ਸੀ, ਆਜ਼ਾਦੀ ਘੁਲਾਟੀਆਂ ਨੇ ਉਹਦੇ ਵਿੱਚ ਕੰਮ ਕੀਤਾ ਜੋ ਉਹਨਾਂ ਦੀ ਡਿਊਟੀ ਬਣਦੀ ਸੀ। ਅੱਜ ਸਾਡਾ ਕੰਮ ਆ, ਅਸੀਂ ਕੰਮ ਕਰ ਰਹੇ ਕਿ ਨਹੀਂ ਕਰ ਰਹੇ। ਅਸੀਂ ਤਾਂ ਕੱਪੜੇ ਦਾ ਝੋਲਾ ਲੈ ਕੇ ਸਬਜ਼ੀ ਖਰੀਦਣ ਨਹੀਂ ਜਾਂਦੇ, ਅਸੀਂ ਕੁਰਬਾਨੀਆਂ ਤਾਂ ਕੀ ਕਰਨੀਆਂ ਤੇ ਕੁਰਬਾਨੀਆਂ ਕਰਨ ਵਾਲੇ ਨੂੰ ਅਸੀਂ ਐਂ ਕਰਕੇ ਮਾਈਨਸ ਕਰ ਦਿੰਦੇ ਹਾਂ। ਦੂਸਰੀ ਗੱਲ ਸੰਧਾਲੀਆ ਸਾਹਿਬ ਕਿ ਤਿਰੰਗਾ ਯਾਤਰਾ ਸਾਰੀਆਂ ਸਿਆਸੀ ਧਿਰਾਂ ਕੱਢ ਰਹੀਆਂ, ਉਹਦਾ ਹੱਕ ਹੈ ਤੇ ਫਰਜ਼ ਵੀ ਹੈ ਦੇਸ਼ ਦੇ ਪ੍ਰਤੀ ਲੋਕਾਂ ਦੇ ਮਨਾਂ ਦੇ ਵਿੱਚ ਪਿਆਰ ਪੈਦਾ ਕਰਨਾ। ਬਹੁਤ ਚੰਗੀ ਗੱਲ ਹੈ, ਸਾਰੇ ਜਣੇ ਤਿਰੰਗਾ ਯਾਤਰਾ ਕੱਢਣ। ਫਿਰ ਕਿਤੇ ਨਾ ਕਿਤੇ ਮਨ ਦੇ ਵਿੱਚ ਆਉਂਦਾ ਸੀ, ਮੈਨੂੰ ਯਾਦ ਆਈ ਬਰਿੰਦਰਮੀਤ ਸਿੰਘ ਪਾੜਾ ਗੁਰਦਾਸਪੁਰ ਤੋਂ MLA ਨੇ, ਕਾਂਗਰਸ ਪਾਰਟੀ ਦੇ, ਪਿਛਲੀ ਵਾਰੀ ਵੀ ਜਿੱਤੇ ਸੀ, ਯੰਗ ਨੇ, ਨੌਜਵਾਨ ਨੇ। ਹਲਕੇ ਦੇ ਲੋਕ ਉਹਨਾਂ ਬਾਰੇ ਕੀ ਸੋਚਦੇ ਆ ਇਹ ਹਲਕੇ ਦੇ ਲੋਕਾਂ ਨੂੰ ਪਤਾ ਹੋ, ਪਰ ਦੂਜੀ ਵਾਰੀ MLA ਬਣੇ ਅਗਲੇ। ਉਹਨਾਂ ਨੇ ਨਾ ਇੱਕ ਗੱਲ ਕਹੀ, ਕਹਿੰਦੇ ਜੇ ਅੱਜ ਪਾਰਟੀ ਨੇ ਤਿਰੰਗਾ ਯਾਤਰਾ ਕੱਢਣ ਦਾ ਹੁਕਮ ਦਿੱਤਾ ਸੀ ਤੇ ਅਸੀਂ ਹਲਕੇ ਦੇ ਵਿੱਚ ਹੋ ਕੇ ਆਏ ਹਾਂ। ਮੈਨੂੰ ਉਹਨਾਂ ਦੀ ਇੱਕ ਗੱਲ ਟੁੰਬ ਗਈ। ਉਹ ਪਤਾ ਉਹਨਾਂ ਨੇ ਐਵੇਂ ਹੀ ਕਹਿਤੀ, ਸੋਚ ਵਿਚਾਰ ਕੇ, ਕਈ ਸੀਰੀਅਸ ਹੋ ਕੇ, ਕਈ ਉਹਨਾਂ ਨੂੰ ਪਤਾ ਹੋਊਗਾ। ਬਰਿੰਦਰਮੀਤ ਸਿੰਘ ਪਾੜਾ ਉਹ ਕਹਿੰਦੇ ਰੱਬ ਸਾਨੂੰ ਲੀਡਰਾਂ ਨੂੰ ਸਮੱਤ ਬਖਸ਼ੇ। ਮੈਂ ਫਿਰ ਦੁਹਰਾਉਣਾ, ਕਾਂਗਰਸ ਦੇ ਮੌਜੂਦਾ MLA, ਪੰਜਾਬ ਦੇ 117 ਚੋਂ ਇੱਕ MLA ਬਰਿੰਦਰਮੀਤ ਸਿੰਘ ਪਾੜਾ ਨੇ ਕਿਹਾ ਕਿ ਰੱਬ ਸਾਨੂੰ ਲੀਡਰਾਂ ਨੂੰ ਸਮੱਤ ਬਖਸ਼ੇ
ਸਾਡੀ ਬਹੁਤ ਵੱਡੀ ਡਿਊਟੀ ਹੈ, ਅਸੀਂ ਪੂਰੀ ਨਹੀਂ ਕਰ ਪਾਉਂਦੇ। ਉਹ ਕਹਿੰਦੇ ਜੀ ਦੇਖੋ ਸਾਡੀ ਡਿਊਟੀ ਹੈ ਕਿ ਲੋਕ ਆਜ਼ਾਦੀ ਦਾ ਨਿੱਘ ਮਾਣਨ, ਪਰ ਕਈ ਪੱਖਾਂ ਕਰਕੇ ਨਹੀਂ ਮੰਨ ਰਹੇ ਤਾਂ ਗਲਤੀ ਸਾਡੀ ਹੈ। ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਜੀ ਅਸੀਂ ਲੋਕਾਂ ਨੂੰ ਕਈ ਵਾਰੀ ਇਦਾਂ ਵੀ ਹੁੰਦਾ ਪ੍ਰੈਸ਼ਰ ਹੇਠ ਲਿਆਉਂਦੇ ਆ ਕਿ ਨਾਲ ਆ ਜਾਣ। ਉਹਨਾਂ ਨੇ ਆਪਣੀ ਨਹੀਂ ਗੱਲ ਕੀਤੀ, ਸਾਰਿਆਂ ਦੀ ਕੀਤੀ ਤੇ ਸਾਰਿਆਂ 'ਚੋਂ ਵੀ ਨੇ। ਮੈਂ ਕਹਿੰਦਾ ਕਿ ਤਿਰੰਗਾ ਯਾਤਰਾ ਜਦੋਂ ਕੋਈ ਲੀਡਰ ਦੇਸ਼ ਦੀ ਆਨ ਸ਼ਾਨ ਤਿਰੰਗਾ ਕਿਸੇ ਵਿਅਕਤੀ ਵਿਸ਼ੇਸ਼ ਨੂੰ ਫੜਾਉਂਦੇ ਆ, ਹੁਕਮ ਜਾਰੀ ਕਰਦੇ ਆ, ਕਹਿੰਦੇ ਆ ਕਿ ਭਾਈ ਅਸੀਂ ਸਲੂਟ ਕਰਨਾ ਹੈ, ਉਦੋਂ ਮਾੜਾ ਜਿਹਾ ਸੋਚਣਾ ਵਿਚਾਰਨਾ ਜ਼ਰੂਰ ਚਾਹੀਦਾ ਕਿ ਭਾਈ ਕਿਤੇ ਪੈਸੇ ਲੈ ਕੇ ਵੋਟਾਂ ਤਾਂ ਨਹੀਂ ਖਰੀਦਦੇ, ਕੀ ਲੋਕਾਂ ਦੇ ਨਾਲ ਕੋਈ ਝੂਠਾ ਵਾਅਦਾ ਤਾਂ ਨਹੀਂ ਕਰਦੇ, ਲੋਕਾਂ ਦੇ ਹੱਥ ਦੇ ਵਿੱਚ ਠੂਠਾ ਤਾਂ ਨਹੀਂ ਫੜਾਈ ਜਾਂਦੇ। 70-75 ਸਾਲ ਤੋਂ ਸੰਧਾਲੀਆ ਸਾਹਿਬ ਦੇਸ਼ ਲੀਡਰਾਂ ਦੇ ਹੱਥ ਹੀ ਹੈ, ਆਮ ਬੰਦਿਆਂ ਨੇ ਦੇਸ਼ ਤਾਂ ਨਹੀਂ ਚਲਾਇਆ, ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ। ਤੇ ਜੇ ਆਪਾਂ ਕਹੀਏ ਕਿ ਭਾਈ ਅੱਧੀ ਜਨਤਾ ਨੂੰ ਸਬਸਿਡੀ ਦੇ ਉੱਤੇ ਆਟਾ ਦਾਲ ਸਕੀਮ ਦੇ ਕੇ ਆਪਾਂ ਉਹਨਾਂ ਤੋਂ ਆਸ ਕਰੀਏ ਕਿ ਭਾਈ ਉਹ ਬਹੁਤ ਵਧੀਆ ਕਹਿਣ ਕਿ ਭਾਈ ਸਾਰਾ ਕੁਝ ਠੀਕ ਹੈ, ਉਹ ਕਹਿਣਗੇ, ਉਹਨਾਂ ਨੂੰ ਕਹਿਣ ਦਾ ਮੌਕਾ ਦਿਓ। ਤੁਹਾਨੂੰ ਦੇਸ਼ ਦਾ ਤਿਰੰਗਾ ਝੰਡਾ ਉਹਨਾਂ ਤੱਕ ਪਹੁੰਚਾਉਣ ਦੀ ਲੋੜ ਨਹੀਂ ਪੈਣੀ, ਤੁਸੀਂ ਆਪਦੀ ਡਿਊਟੀ ਕਰੋ। ਜੇ ਤੁਸੀਂ ਡਿਊਟੀ ਕਰੋਗੇ, ਅੱਜ ਵੀ ਹੁਣ ਜਦੋਂ ਆਪਾਂ ਇੱਕ MLA ਇੱਕ ਪੈਨਸ਼ਨ ਦੀ ਗੱਲ ਕਰਦੇ ਸੀ, ਮੇਰੇ ਮਨ 'ਚ ਆਉਂਦਾ ਸੀ ਇੱਕ ਸਾਬਕਾ ਵਿਧਾਇਕ, ਮੈਂ ਨਾਂ ਨਹੀਂ ਲੈਣਾ, ਉਹਨਾਂ ਨੇ ਕਿਹਾ ਸੀ ਅਸੀਂ ਬੱਚੇ ਪੜ੍ਹਾਉਣੇ ਆ। ਬਿਲਕੁਲ ਠੀਕ ਗੱਲ ਹੈ। ਤੁਹਾਡੇ ਤੋਂ ਜੇ 70 ਜਮਾ 5 ਬਰਾਬਰ 75,000 ਮਹੀਨਾ, ਜਾਣੀ ਕਿ 2500 ਰੁਪਈਆ ਰੋਜ਼ ਦੇ ਵਿੱਚ ਨਿਆਣੇ ਨਹੀਂ ਪੜ੍ਹਦੇ, ਤਾਂ ਪੰਜਾਬ ਦੀ ਗੱਲ ਹੀ ਕਰ ਲੈਣੇ, ਸਾਰੇ ਭਾਰਤ ਨੂੰ ਲਾਂਭੇ ਰੱਖੀਏ। ਇੱਥੇ ਅੱਧਿਓਂ ਥੋੜੀ ਜਿਹੀ ਘੱਟ ਆਬਾਦੀ ਗਰੀਬੀ ਰੇਖਾ ਦੇ ਕੋਲ ਘੁੰਮਦੀ ਹੈ। ਇੱਕ ਪਾਸੇ ਤੁਸੀਂ ਕਹਿੰਦੇ ਹੁੰਦੇ ਹੋ ਅਸੀਂ ਜੀ ਸਰਕਾਰੀ ਸਕੂਲ ਬੜੇ ਵਧੀਆ ਕਰਤੇ, ਸਰਕਾਰੀ ਕਾਲਜ ਬੜੇ ਵਧੀਆ ਕਰਤੇ, ਅਸੀਂ ਯੂਨੀਵਰਸਿਟੀਆਂ ਖੋਲ੍ਹ ਦਿੱਤੀਆਂ, ਸਾਡੀ ਤਾਂ ਵਿੱਦਿਆ ਨੰਬਰ 1 ਹੈ, ਤੁਸੀਂ ਨਿਆਣੇ ਆਪਣੇ ਉੱਥੇ ਪੜ੍ਹਾਓ। ਯਾਨੀ ਆਪਦੇ ਤੁਹਾਡੇ ਨਿਆਣੇ ਹੋਰ ਕਿਤੇ ਪੜ੍ਹਨ, ਜਿਨ੍ਹਾਂ ਨੂੰ ਕਹਿੰਦੇ ਆ ਕਿ ਭਾਈ ਉਹ ਨਿਆਣੇ ਕਿਤੇ ਹੋਰ ਪੜ੍ਹਨ, ਤੁਸੀਂ ਲੋਕਾਂ ਨੂੰ ਕਹੋ ਕਿ ਭਾਈ ਸਬਸਿਡੀ ਦੇ ਉੱਤੇ ਆ ਸਾਰਾ ਕੁਝ ਲੈ ਲਓ, ਫਿਰ ਕਹੋ ਕਿ ਅਸੀਂ ਹੁਣ ਆਹ ਚੀਜ਼ਾਂ ਤੁਹਾਡੇ ਤੱਕ ਕੱਪੜਦੀਆਂ ਕਰਨੀਆਂ, ਬਿਜਲੀ ਦਾ ਮੀਟਰ ਹਰ ਇੱਕ ਦੇ ਘਰ ਲੱਗਣਾ। ਕਿਤੇ ਨਾ ਕਿਤੇ ਤੁਸੀਂ ਤਿਰੰਗਾ ਯਾਤਰਾ ਕੱਢਦੇ ਹੋ, ਤੁਹਾਡਾ ਸਤਿਕਾਰ ਹੈ, ਬਹੁਤ ਚੰਗੀ ਗੱਲ ਹੈ, ਪਰ ਜਦੋਂ ਵੀ ਉਸ ਤਿਰੰਗੇ ਝੰਡੇ ਵੱਲ ਦੇਖੋ, ਖਾਸ ਤੌਰ ਤੇ 15 ਅਗਸਤ ਨੂੰ, ਆਪਣਾ ਸਵੈ ਪੜਚੋਲ, ਸਵੈ ਮੁਲਾਂਕਣ ਜ਼ਰੂਰ ਕਰਿਓ ਕਿ ਭਾਈ ਅਸੀਂ ਡੀਟੀ ਕਰ ਰਹੇ ਹਾਂ ਕਿ ਨਹੀਂ, ਡਿਊਟੀ ਕਰ ਰਹੇ ਹਾਂ ਕਿ ਡੀਟੀ ਕਰ ਰਹੇ ਹਾਂ, ਇਹਦੇ ਵਿੱਚ ਫਰਕ ਲੱਭਣਾ ਪਊਗਾ। ਇਹਦੇ 'ਚ ਇੱਕ ਗੱਲ ਤਾਂ ਹੈਗੀ ਆ ਵਾਟ ਸਾਹਿਬ ਕਿ ਵੀ ਇਹ ਜਿੰਨਾ ਕੁਝ ਵੀ ਇਸ ਵਕਤ ਹੈਗਾ ਨਾ ਸਿਸਟਮ ਬਣਿਆ, ਉਹ ਵਨ ਵੇ ਹੈ। ਉਹ ਵਨ ਵੇ ਹੈ, ਮੈਨੂੰ ਲੱਗਦਾ ਵੀ 75 ਸਾਲ ਬਾਅਦ ਵੀ ਉੱਪਰੋਂ ਜੋ ਚੱਲਦਾ ਉਹ ਥੱਲੇ ਸੰਗਤ ਤੱਕ ਪਹੁੰਚਦਾ ਹੀ ਹੈ, ਮਤਲਬ ਲੋਕਾਂ ਤੱਕ ਜਾਂਦਾ ਹੀ ਹੈ। ਮੰਨ ਲਓ ਉੱਪਰੋਂ ਹੁਕਮ ਆ ਗਿਆ ਤਾਂ ਮੰਨਣਾ ਪੈਣਾ, ਉੱਪਰੋਂ ਸਹੂਲਤ ਮਿਲ ਗਈ ਤਾਂ ਮੰਨ ਲਈ, ਉੱਪਰੋਂ ਗੱਲ ਚੱਲੀ ਸੀ ਥੱਲੇ ਤੱਕ ਪਹੁੰਚੀ ਤਾਂ ਠੀਕ ਹੈ, ਜਾਂ ਉੱਤੋਂ 100 ਰੁਪਇਆ ਚੱਲਿਆ ਥੱਲੇ 5 ਹੀ ਪਹੁੰਚੇ ਤਾਂ ਵੀ ਠੀਕ ਹੈ। ਮੁਸ਼ਕਿਲ ਹੈ ਵੀ ਸਾਰਾ ਕੁਝ ਵਨ ਵੇ ਹੈ। ਲੋਕਾਂ ਨੂੰ 5 ਸਾਲ ਹੀ ਉਦੋਂ ਲਿਆਉਂਦੇ, ਅੱਛਾ ਯਾਰ ਵੇਖਾਂ ਹੋਏ ਮੁੰਨਣ ਵਾਲੀਆਂ ਹੋ ਗਈਆਂ ਭੇਡਾਂ, ਕਹਿੰਦਾ ਹਾਂਜੀ ਲਿਆਓ। ਇਹ ਉੱਦਾਂ ਹੀ ਜਿੱਦਾਂ ਸ਼ਾਮ ਜਿਹਨੂੰ ਅਗਲਾ ਕਹਿੰਦਾ ਅੱਛਾ ਫਿਰ ਹੁਣ ਦੁੱਧ ਚੋਈਏ, ਕਹਿੰਦਾ ਲਿਆਓ ਫਿਰ ਕੱਲੀ ਕੱਲੀ ਗਾਂ, ਹੁਣ ਕੱਲੀ ਕੱਲੀ ਮੱਝ, ਸ਼ਾਮ ਨੂੰ ਇੱਕ ਰਾਮ ਮੱਝਾਂ ਚੋਲੀਆਂ, ਉਦੋਂ ਬਾਅਦ ਵਿਹਲੇ। ਗੱਲ ਇਹ ਆ ਵੀ ਇੱਕ ਬਹੁਤ ਸਾਰੇ ਮੁਲਕਾਂ ਦੇ ਵਿੱਚ ਚੱਲਦਾ ਕੰਮ, ਅਜੇ ਤੱਕ ਇੱਥੇ ਕਦੀ ਕਿਸੇ ਨੇ ਉਹ ਡਿਬੇਟ ਨਹੀਂ ਸ਼ੁਰੂ ਕੀਤੀ ਵੀ ਵੀਰ ਮੇਰਿਆ ਜੇ ਤੁਹਾਨੂੰ ਲੱਗਦਾ ਵੀ ਅੱਜ ਲੀਡਰ ਚੁਣ ਲਿਆ, ਆਪਾਂ ਉਦੋਂ ਕੱਪੜਾ ਲੈਣ ਜਾਈਏ ਉਹਨਾਂ ਵੀ ਲਿਖਿਆ ਦਾ ਗਰੰਟੀ ਵੀਰ ਮੇਰਾ ਵੀ 15 ਦਿਨਾਂ ਨੂੰ ਜੇ ਤੈਨੂੰ ਨਾ ਚੰਗਾ ਲੱਗੇ ਮੋੜ ਜੀ। ਕਈ ਦੇ ਤੇ ਇਹ ਵੀ ਸਟੋਰ ਹੈ, ਉਹ ਕਹਿੰਦੇ 6 ਮਹੀਨੇ ਮੋੜ ਜੀ, ਕੋਈ ਫਰਕ ਨਹੀਂ ਪੈਂਦਾ ਜੇ ਤੇਰੀ ਨਹੀਂ ਤਸੱਲੀ। ਆਪਾਂ ਲੀਡਰ ਚੁਣ ਲੈਂਦੇ ਆ, 2 ਮਹੀਨੇ ਬਾਅਦ ਪਤਾ ਲੱਗਦਾ ਵੀ ਉਹ ਤੇਰਾ ਭਲਾ ਜੇ ਗਲਤੀ ਹੋ ਗਈ, ਉਹਦਾ ਕੋਈ ਤਰੀਕਾ ਇਹ ਨਹੀਂ ਵੀ ਇੱਕ ਰਨ ਨਿਕਲ ਗਿਆ ਤੇ ਨਿਕਲ ਗਿਆ, 5 ਸਾਲ ਬਾਅਦ ਮੁੜਨਾ ਉਹਨੇ, ਹੈ ਨਾ। ਉੱਤੇ ਕੋਈ ਡਿਬੇਟ ਨਹੀਂ ਕਰਦਾ। ਮੈਨੂੰ ਇਹ ਲੱਗਦਾ ਵੀ ਇਹ ਵੀ ਇੱਕ ਵਿਸ਼ਾ ਡਿਬੇਟ ਦਾ ਹੈਗਾ ਵੀ ਯਾਰ ਇੱਕ ਵਾਰ ਤੁਸੀਂ ਮੋਹਰ ਲਾਤੀ, 5 ਸਾਲਾਂ ਦੇ ਵਿੱਚ ਜਿਹੜੇ ਲੋਕ ਚੁਣਨ ਵਾਲੇ ਨੇ ਉਹਨਾਂ ਕੋਲ ਤੇ ਅਧਿਕਾਰ ਚਾਹੀਦਾ ਨਾ ਵੀ ਵੀਰ ਮੇਰਾ ਠੀਕ ਹੈ ਅਸੀਂ ਤੈਨੂੰ ਦੇਖਾਂਗੇ। ਚਲੋ ਮੰਨ ਲਓ 1 ਸਾਲ ਵੀ 1 ਸਾਲ ਨਹੀਂ ਬੁਲਾ ਸਕਦੇ, 1 ਸਾਲ ਤੇ ਰਹਿਣਾ ਹੀ ਆ, ਵੀ 1 ਸਾਲ ਦੇ ਬਾਅਦ ਕਦੀ ਵੀ ਕਿੰਨੇ % ਲੋਕ ਜਿਹੜੇ ਨੇ ਉਹ ਡਿਮਾਂਡ ਕਰਨ ਤੇ ਉਹ ਜਿਹੜਾ ਆਪਣਾ ਨੁਮਾਇੰਦਾ ਹੈ ਉਹਨੂੰ ਵਾਪਸ ਬੁਲਾ ਸਕਦੇ ਹੋਣ। ਜੇ ਇਹ ਵਾਲੀ ਮੇਰੇ ਖਿਆਲ ਨਾਲ ਆਪਸ਼ਨ ਹੋ ਜਾਵੇ ਤੇ ਫਿਰ ਉੱਪਰ ਵੀ ਕੁੰਡਾ ਰਹੂਗਾ ਤੇ ਹੋਊਗਾ ਸਿਸਟਮ 2 ਵੇ, ਕਿਉਂਕਿ ਘੱਟੋ ਘੱਟ ਲੋਕ ਤੇ ਕਹਿਣ ਵਾਲੇ ਬਣਨਗੇ ਨਾ ਵੀ ਮੰਨ ਲਓ ਜਦੋਂ 4.5 ਸਾਲ ਬਾਅਦ ਲੀਡਰ ਆਊਗਾ ਤਾਂ ਅਗਰ ਹਾਂਜੀ ਐਤਕੀ ਫਿਰ ਮੈਨੂੰ ਵੋਟਾਂ ਪਾਇਓ, ਹੈ ਨਾ, ਘੱਟੋ ਘੱਟ ਉਹ ਸਿਸਟਮ ਖਰਾਬ ਹੋਊਗਾ। ਇਹ ਆਊਗਾ ਵੀ 1 ਸਾਲ ਬਾਅਦ ਅਗਲਾ ਗੇੜਾ ਮਾਰੂਗਾ ਵੀ ਵੇਖਿਓ ਮੈਨੂੰ ਕਿਤੇ ਵਾਪਸ ਨਾ ਸੱਦ ਲਿਓ, ਮੈਂ ਕੰਮ ਤੁਹਾਡੇ ਸਾਰੇ ਕਰਨ ਡਿਆ, ਹੈ ਨਾ, ਉੱਤੇ ਵੀ ਕੁੰਡਾ ਰਹੂਗਾ। ਮੈਨੂੰ ਲੱਗਦਾ ਵੀ ਕਹਿਣ ਦੀ ਲੋੜ ਨਹੀਂ ਪੈਣੀ ਫਿਰ ਵੀ ਸਾਨੂੰ ਲੀਡਰਾਂ ਨੂੰ ਕਰਨਾ ਚਾਹੀਦਾ, ਫਿਰ ਆਪਣਾ ਵੀ ਕਰਨਾ ਉਹਨਾਂ ਨੇ। ਜਿੱਥੇ ਤੁਸੀਂ ਬੈਠੇ ਹੋ ਨਾ ਇਸ ਲਈ ਕੁਰਸੀ ਦੀ ਗੱਲ ਨਹੀਂ ਕਰਦਾ, ਮੁਲਕ ਟੁਕੜੇ ਦੀ ਗੱਲ ਕਰਦਾ, ਧਰਤੀ ਦੇ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦਾ ਇੱਕ ਸੂਬਾ। ਮੈਂ ਪੰਜਾਬ ਦੇ ਲੀਡਰਾਂ ਨੂੰ ਜ਼ਰੂਰ ਦੱਸਦਾ, ਉਹ ਕਹਿੰਦੇ ਹੁੰਦੇ ਆ ਕਿ ਅਸੀਂ ਬਣਾ ਦੇਣਾ ਜੀ ਕੈਨੇਡਾ, ਬਣਾ ਦੇਣਾ ਪੰਜਾਬ। ਭਾਰਤ ਦੇ ਬਹੁਤ ਸਾਰੇ ਲੀਡਰ ਕਹਿੰਦੇ ਹੁੰਦੇ ਅਸੀਂ ਕੈਨੇਡਾ, ਅਮਰੀਕਾ, ਇੰਗਲੈਂਡ ਵਰਗਾ ਬਣਾ ਦੇਣਾ ਭਾਰਤ। ਸੰਧਾਵਾਲੀਆ ਸਾਹਿਬ ਜਦੋਂ ਲੀਡਰ ਤਿਰੰਗਾ ਯਾਤਰਾ ਕੱਢਦੇ ਆ, ਕਿਉਂਕਿ ਆਮ ਲੋਕਾਂ ਦੇ ਮਨਾਂ 'ਚ ਸਤਿਕਾਰ ਹੈ, ਰਾਸ਼ਟਰਮੰਡਲ ਖੇਡਾਂ ਸੀ, ਓਲੰਪਿਕ ਖੇਡਾਂ ਸੀ, ਏਸ਼ੀਆਈ ਖੇਡਾਂ ਆਉਂਦੀਆਂ, ਜਦੋਂ ਭਾਰਤ ਦਾ ਕੋਈ ਖਿਡਾਰੀ ਜਿੱਤਦਾ ਨਾ, ਲੋਕਾਂ ਨੂੰ ਕਹਿਣ ਨਹੀਂ ਜਾਣਾ ਪੈਂਦਾ ਕਿ ਤੁਸੀਂ ਤਾੜੀਆਂ ਮਾਰੋ। ਲੋਕ ਆਪਣੇ ਘਰ ਦੇ ਵਿੱਚ ਕੁਰਸੀ ਤੇ ਬੈਠੇ, ਟਾਟ ਤੇ ਬੈਠੇ, ਟੁੱਟੀ ਮੰਜੀ ਤੇ ਬੈਠੇ ਦੇਖਦੇ ਹੁੰਦੇ ਟੀਵੀ ਤੇ ਕਿ ਕੀ ਇਹੋ ਸਾਡਾ ਖਿਡਾਰੀ ਜਿੱਤੂ ਕਿ ਨਹੀਂ ਜਿੱਤੂ। ਜਦੋਂ ਉੱਠ ਕੇ ਖੜੇ ਹੋ ਜਾਂਦੇ ਆ, ਤਾੜੀਆਂ ਮਾਰਦੇ, ਹਾਲਾਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਰੋਟੀ ਅਚਾਰ ਨਹੀਂ ਖਾਣੀ ਹੈ।
ਦੇਸ਼ ਦੇ ਪ੍ਰਤੀ ਪਿਆਰ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਹੈ, ਉਹਨਾਂ ਦੇ ਮਨ 'ਚ ਹੈਗਾ। ਜਦੋਂ ਦੇਸ਼ ਦੇ ਉੱਤੇ ਕੋਈ ਹਮਲਾ ਕਰਦਾ, ਸਰਕਾਰ ਕਹਿੰਦੀ ਆ ਕਿ ਭਾਈ ਲੋੜ ਹੈ, ਲੋਕਾਂ ਨੇ ਗਹਿਣੇ ਵੀ ਲਾ ਲਾ ਕੇ ਦੇਤੇ ਸੀ ਕਿ ਨਹੀਂ ਦੇਤੇ ਸੀ ਕਿ ਭਾਈ ਆਪਾਂ ਦੇਸ਼ ਬਚਾਉਣਾ ਹੈ। ਆ ਪਿਛਲੇ ਸਮੇਂ ਦੇ ਵਿੱਚ ਕੋਵਿਡ ਆਇਆ, ਲੋਕਾਂ ਨੂੰ ਕਹਿਣ ਦੀ ਲੋੜ ਤਾਂ ਨਹੀਂ ਪਈ ਕਿ ਭਾਈ ਇੱਕ ਦੂਜੇ ਦੀ ਮਦਦ ਕਰੋ, ਲੰਗਰ ਲਾਤੇ ਸੀ ਕਿ ਨਹੀਂ ਲੋਕਾਂ ਨੇ। ਸੰਧਾਲੀਆ ਸਾਹਿਬ, ਇੱਕ ਗੱਲ ਜਿਹੜੀ ਬਹੁਤ ਚੰਗੇ ਤਰੀਕੇ ਦੇ ਨਾਲ ਸੋਚਣੀ ਪਊਗੀ ਕਿ ਜਿੱਥੇ ਆਪਾਂ ਬੈਠੇ ਹਾਂ, ਲੀਡਰ ਕਹਿੰਦੇ ਜੀ ਸਾਡੇ ਗੁਜ਼ਾਰੇ ਨਹੀਂ ਹੁੰਦੇ ਤੁਹਾਡੇ ਗੁਜ਼ਾਰੇ। ਇੱਥੇ ਇੱਕ ਬੰਦਾ ਮੰਨ ਲਓ MLA ਬਣ ਗਿਆ, ਤੁਸੀਂ ਇੱਕ ਵਾਰੀ MLA ਬਣ ਗਏ ਹੋ ਇਸ ਸੂਬੇ ਦੇ ਵਿੱਚ, ਤੁਹਾਨੂੰ ਪੈਨਸ਼ਨ ਨਹੀਂ ਮਿਲਣੀ। ਦੂਜੀ ਵਾਰੀ ਤੁਸੀਂ ਹਾਰ ਗਏ ਜਾਂ ਤੁਸੀਂ ਕੁਛ ਹੋ ਗਿਆ ਨਾ, ਤੁਸੀਂ MP ਬਣ ਗਏ ਹੋ, ਤੁਹਾਨੂੰ ਇੱਕ ਵਾਰੀ ਜਿੱਤੇ ਹੋ, ਮੁੜ ਕੇ ਤੁਸੀਂ ਇਲੈਕਸ਼ਨ ਨਹੀਂ ਲੜੀ ਜਾਂ ਹਾਰ ਗਏ, ਕੁਛ ਵੀ ਹੋ ਗਿਆ, ਪਾਰਟੀ ਨੇ ਟਿਕਟ ਦਿੱਤੀ, ਤੁਹਾਨੂੰ ਪੈਨਸ਼ਨ ਮਿਲਣੀ ਹੋਈ ਹੈ ਨਹੀਂ। ਤੁਸੀਂ ਘੱਟੋ ਘੱਟ 1.5 ਟਰਮ ਪੂਰੀ ਕਰੋ, ਯਾਨੀ ਕਿ 4 ਸਾਲ ਦੀ ਮਿਆਦ ਹੈ, ਤੁਸੀਂ ਘੱਟੋ ਘੱਟ 6 ਸਾਲ MLA MP ਰਹੋ। ਸੂਬਿਆਂ 'ਚ ਵੱਖ-ਵੱਖ ਨਿਯਮ ਵੀ ਨੇ। ਤੁਸੀਂ ਮੰਨ ਲਓ 35 ਸਾਲ ਦੀ ਉਮਰ ਦੇ ਵਿੱਚ ਗੁਰਪ੍ਰੀਤ ਸਿੰਘ ਸੰਧਾਲੀਆ ਇੱਥੇ ਦਾ MLA ਜਾਂ MP ਬਣ ਗਿਆ, ਯਾਨੀ ਕੁੱਲ ਮਿਲਾ ਕੇ ਇੰਨਾ ਕੁ ਨਿਯਮ ਹੈ। 35 ਤੋਂ 39 ਸਾਲ ਤੱਕ 4 ਸਾਲ ਤੁਸੀਂ 1 ਸਾਲ ਰਹੇ, ਮੁੜ ਕੇ ਲੋਕਾਂ ਨੇ ਤੁਹਾਨੂੰ ਭਜਾਤਾ, ਨਹੀਂ ਕੰਮ ਕੀਤਾ, ਜਾ ਕੇ ਕੰਮ ਕਰੋ, ਤੁਸੀਂ ਖੇਤਾਂ 'ਚ ਕੰਮ ਕਰੋ, ਤੁਸੀਂ ਕਿਤੇ ਸਟੋਰ ਦੇ ਉੱਤੇ ਨੌਕਰੀ ਕਰੋ, ਰੋਟੀ ਖਾਣ ਦੇ ਲਈ ਤੁਹਾਨੂੰ ਕੰਮ ਕਰਨਾ ਪਊਗਾ, 1 ਰੁਪਈਆ ਨਹੀਂ। ਹਾਂ, ਤੁਸੀਂ ਮੰਨ ਲਓ ਦੂਜੀ ਵਾਰ ਵੀ ਬਾਈ ਚਾਂਸ ਜਿੱਤ ਗਏ, ਤੁਸੀਂ 35 ਸਾਲ ਤੋਂ 39 ਸਾਲ ਤੱਕ MLA ਰਹੇ, 39 ਤੋਂ 41 ਤੱਕ ਫੇਰ ਹੈ, 41 ਹੋ ਗਿਆ, 6 ਸਾਲ ਹੋ ਗਏ ਘੱਟੋ ਘੱਟ, ਫਿਰ ਤੁਸੀਂ ਪੈਨਸ਼ਨ ਦੇ ਹੱਕਦਾਰ ਹੈ। ਪਰ ਇਹ ਨਹੀਂ ਕਿ ਤੁਸੀਂ ਮੁੜ ਕੇ 41 ਸਾਲ ਦੀ ਉਮਰ 'ਚ ਹਾਰ ਗਿਆ ਜਾਂ 43 ਦੀ ਉਮਰ 'ਚ ਹਾਰ ਗਿਆ। ਉਹ ਕਹਿੰਦੇ ਠੀਕ ਹੈ, ਤੁਸੀਂ ਹਾਰ ਗਏ, ਤੁਸੀਂ ਪੈਨਸ਼ਨ ਦੇ ਹੱਕਦਾਰ ਹੋ, ਪਰ 41 ਸਾਲ ਦੀ ਉਮਰ ਤੋਂ ਲੈ ਕੇ 58 ਸਾਲ ਜਾਂ 60 ਸਾਲ ਦੀ ਉਮਰ ਤੱਕ ਭਾਊ ਕੰਮ ਕਰ। ਜਦੋਂ 58 ਦਾ ਹੋਏਗਾ, ਜਦੋਂ ਬਾਕੀ ਦੇਸ਼ ਦੇ ਲੋਕਾਂ ਨੂੰ ਪੈਨਸ਼ਨ ਮਿਲਦੀ ਹੈ, ਉਦੋਂ ਦਿਆਂਗੇ ਪੈਨਸ਼ਨ, ਕੋਈ ਗੱਲ ਨਹੀਂ, ਬਿਲਕੁਲ ਕੋਈ ਇਤਰਾਜ਼ ਵਾਲੀ ਗੱਲ ਨਹੀਂ, ਉਦੋਂ ਬੰਦੀ ਹੈ। ਪਰ ਅਜੇ ਹੱਡ ਪੈਰ ਤੇਰੇ ਕਾਇਮ ਨੇ, ਤੂੰ ਅਗਲੇ ਇਲੈਕਸ਼ਨ ਲੜਨੀ ਹੋਊਗੀ, ਭਾਊ ਜਾ ਕੇ ਸਟੋਰ ਤੇ ਕੰਮ ਕਰ, ਖੇਤਾਂ 'ਚ ਕੰਮ ਕਰ, ਟਰੱਕ ਚਲਾ, ਕੋਈ ਇੰਸ਼ੋਰੈਂਸ ਕਰ, ਕੋਈ ਘਰ ਖਰੀਦ ਵੇਚ ਦਾ ਕੰਮ ਕਰ, ਸਾਨੂੰ ਕੋਈ ਲੈਣਾ ਦੇਣਾ ਨਹੀਂ, ਪਰ ਅਸੀਂ ਰੋਟੀ ਤੈਨੂੰ ਦੇਵਾਂਗੇ, ਪੈਨਸ਼ਨ ਤੈਨੂੰ ਦੇਵਾਂਗੇ, ਪਰ ਜਦੋਂ 58 ਜਾਂ 60 ਸਾਲ ਦਾ ਹੋ ਗਿਆ ਨਿਯਮ ਦੇ ਮੁਤਾਬਕ ਅਸੀਂ ਉਦੋਂ ਦੇਵਾਂਗੇ। ਤੇ ਸਾਡੇ ਵਾਲੇ ਕਹਿੰਦੇ ਆ ਕਿ ਅਸੀਂ ਕੁਰਸੀ ਤੋਂ ਲਿੱਥੇ ਨਹੀਂ, ਸਾਨੂੰ ਪੈਸੇ ਚਾਹੀਦੇ ਆ, ਅਸੀਂ ਨਿਆਣੇ ਕਿੱਦਾਂ ਪੜ੍ਹਾਉਣੇ ਆ, ਜਦੋਂ ਬਾਕੀ ਭਾਰਤ ਦੇ ਲੋਕ ਪੜ੍ਹਾਉਂਦੇ ਉਦੋਂ ਤੁਸੀਂ ਪੜ੍ਹਾਉਣੇ ਆ। ਨਹੀਂ, ਉਹ ਤਾਂ ਹੈਗਾ ਹੀ ਆ। ਇਹ ਤਾਂ ਤੁਸੀਂ ਬਾਅਦ ਵਾਲਿਆਂ ਦੀ ਗੱਲ ਕਰਦੇ ਨੇ ਜਿਹੜੇ ਲੱਥ ਗਿਆ। ਜਿਹੜੇ ਹੈਗੇ ਵੀ ਨੇ, ਮੰਨ ਲਓ ਚੁਣੇ ਹੋਏ MP ਨੇ ਜਾਂ ਚੁਣੇ ਹੋਏ MLA ਨੇ, ਈਵਨ ਮੰਤਰੀ ਵੀ ਕਿਉਂ ਨਹੀਂ ਆ। ਪਿਛਲੇ ਦਿਨੀ ਇੱਕ ਛੋਟੇ ਜਿਹੇ ਸਮਾਗਮ 'ਤੇ ਜਾਣ ਦਾ ਮੌਕਾ ਮਿਲਿਆ, ਸਮਾਗਮ ਕਿਤੇ ਸੜਕ 'ਤੇ। ਹੁਣ ਇੱਕ ਪਾਸੇ ਤਾਂ ਆਮ ਲੋਕ ਖੜੇ, ਮੀਡੀਆ ਖੜਾ, ਦੂਜੇ ਪਾਸੇ ਇੱਕ ਹੋਰ ਝੁੰਡ ਜਿਹਾ ਖਲੋਤਾ, ਝੁੰਡ ਲੋਕਾਂ ਦਾ। ਹੁਣ ਬੰਦਾ ਸੋਚਦਾ ਵੀ ਯਾਰ ਇਹ ਕੌਣ, ਨਵਾਂ ਬੰਦੇ ਨੂੰ, ਯਾਰ ਇਹ ਬੰਦੇ ਕਿਤੇ ਵੇਖੇ ਲੱਗਦੇ ਯਾਰ, ਕੌਣ ਬੰਦੇ ਹਨ ਜੀ। ਹੁਣ ਵੇਖਣ ਤੋਂ ਬਾਅਦ ਜਦੋਂ ਕਿਸੇ ਨੇ ਦੱਸਿਆ, ਉਹ ਕਹਿੰਦੇ ਜੀ ਆਹ MP ਸਾਹਿਬ ਨੇ, MLA ਸਾਹਿਬ ਨੇ, ਆਹ ਮੰਤਰੀ ਸਾਹਿਬ ਨੇ, ਆਹ ਮੌਜੂਦਾ MLA ਸਾਹਿਬ ਨੇ, ਆਹ ਸਾਬਕਾ MLA ਸਾਹਿਬ ਨੇ, ਆਹ ਫਲਾਣੇ MP ਨੇ, ਆਹ ਥੋੜ੍ਹੇ ਜਿਹੇ ਉੱਥੋਂ ਦੇ ਮੈਂਬਰ ਪਾਰਲੀਮੈਂਟ ਨੇ। ਬੰਦਾ ਸੋਚਦਾ ਵੀ ਯਾਰ ਇਕੱਲਾ ਹੀ ਬੰਦਾ ਹੀ, ਇਕੱਲੇ ਬੰਦੇ ਨੇ ਆਪਣੀ ਕਾਰ ਲੈਣ ਕੇ ਪਾਰਕ ਉੱਥੇ ਕੀਤੀ ਜਿੱਥੇ ਆਮ ਲੋਕਾਂ ਦੀ ਲੱਗੀ, ਨਾਲ ਆਪ ਚਲਾ ਕੇ ਆਇਆ। ਕੋਈ ਨਾਲ ਸਿਕਿਉਰਿਟੀ ਵਾਲਾ ਨਹੀਂ, ਕੋਈ ਨਾਲ PA ਨਹੀਂ, ਕੋਈ ਗਨਮੈਨ ਨਹੀਂ, ਕੋਈ ਕੁਛ ਨਹੀਂ। ਉਹੀ ਬੋਤਲਾਂ ਜਿਹੜੀਆਂ ਆਮ ਬੰਦੇ ਲਈ ਪਈਆਂ ਸੀ ਪਾਣੀ ਵਾਲੀਆਂ, ਉੱਥੋਂ ਆਪ ਖੁਦ ਚੁੱਕ ਕੇ ਪਾਣੀ ਪੀ ਕੇ ਉੱਥੇ ਜਿਹੜਾ ਉਹ ਲਿਫਾਫਾ ਰੱਖਿਆ ਵੀ ਮੇਰਾ, ਉਹਦੇ ਤੂੰ ਸੁੱਟ ਕੇ ਆਉਣੀ ਹੈ, ਉਹਦੇ ਸੁੱਟ ਕੇ ਆਉਣਾ, ਤੇ ਨਾਲ ਉਸੇ ਤਰ੍ਹਾਂ ਹੀ ਖਲੋਣਾ। ਹੁਣ ਗੱਲ ਇਹ ਹੈ ਵੀ ਜੇ ਏਡੇ ਵੱਡੇ, ਇਹਦਾ ਮਤਲਬ ਵੀ ਕੈਨੇਡਾ ਕਿਤੇ ਗਰੀਬ ਦੇਸ਼ ਹੈ ਵੀ ਯਾਰ ਉਹ ਸਹੂਲਤਾਂ ਨਹੀਂ ਦੇ ਸਕਦਾ ਹੈ ਨਾ। ਜੇ ਇਹਨਾਂ ਦਾ ਸਿਸਟਮ ਇਸ ਤਰ੍ਹਾਂ ਚੱਲੀ ਜਾਂਦਾ ਤੇ ਫਿਰ ਆਪਣੇ ਵਾਲੇ ਪਾਸੇ ਉਧਰ ਕੋਈ ਚਾਹ ਦਾ ਹਿਸਾਬ ਹੀ ਨਹੀਂ ਹੋਣ ਡਿਆ। ਸੰਧਾਲੀਆ ਸਾਹਿਬ, ਕਈ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਤੰਗ ਕਰਦੀਆਂ, ਪਰੇਸ਼ਾਨ ਕਰਦੀਆਂ। ਆਪਣੇ ਸਭ ਤੋਂ ਵੱਡੀ ਲੜਾਈ ਕਾਹਦੀ ਪੈਂਦੀ? ਘਰਾਂ ਦੀ। ਸਾਨੂੰ ਜੀ ਘਰ ਨਹੀਂ ਮਿਲਿਆ, ਸਾਨੂੰ ਵੱਡਾ ਘਰ ਚਾਹੀਦਾ, ਸਾਨੂੰ ਛੋਟਾ ਚਾਹੀਦਾ, ਉਸ ਘਰ ਦੇ ਵਿੱਚ ਪਰਦੇ ਇਦਾਂ ਦੇ ਚਾਹੀਦੇ, ਉਹ ਚਾਹੀਦਾ, ਸਾਨੂੰ ਗੱਡੀਆਂ ਨਵੀਆਂ ਚਾਹੀਦੀਆਂ, ਮੇਰੀ ਗੱਡੀ ਪੁਰਾਣੀ ਆ, ਰਾਹ 'ਚ ਠੁੱਕ 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 ਕਰਕੇ ਰੁਕ ਗਈ। ਕਮਾਲ ਦੀ ਗੱਲ ਹੈ ਯਾਰ, ਤੁਸੀਂ ਇੱਥੇ ਆਉਂਦੇ ਹੋ, ਸਾਰੇ ਲੀਡਰ ਹੁੰਦੇ ਇੱਥੇ, ਤੇ ਇੱਥੇ ਜੇ ਕੋਈ ਬੰਦਾ MLA ਚੁਣਿਆ ਜਾਂਦਾ, MP ਚੁਣਿਆ ਜਾਂਦਾ, ਕੋਈ ਸਰਕਾਰ ਉਹਨੂੰ ਕਾਰ ਨਹੀਂ ਦਿੰਦੀ, ਕੋਈ ਸਰਕਾਰ ਉਹਨੂੰ ਰੋਜ਼ ਦਾ ਆਪਦੇ ਘਰ ਤੋਂ ਦੁੱਧ ਦਾ ਪੈਕਟ ਖਰੀਦਣ ਜਾਣ ਦਾ ਕੋਈ ਖਰਚ ਨਹੀਂ ਦਿੰਦੀ, ਕੋਈ ਉਹਨੂੰ ਰਾਜਧਾਨੀ ਦੇ ਵਿੱਚ ਘਰ ਨਹੀਂ ਮਿਲਦਾ, ਬਿਲਕੁਲ ਨਹੀਂ ਮਿਲਦਾ, ਕੋਈ ਸਿਕਿਉਰਿਟੀ ਨਹੀਂ ਮਿਲਦੀ, ਇੱਕ ਗਨਮੈਨ ਤੱਕ ਨਹੀਂ ਮਿਲਦਾ। ਆਪਣੇ ਉੱਥੇ ਗਨਮੈਨ ਵੀ ਚਾਹੀਦੇ, ਆਪਣੇ ਉੱਥੇ ਕਾਰਾਂ ਵੀ ਚਾਹੀਦੀਆਂ, ਆਪਣੇ ਉੱਥੇ ਘਰ ਵੀ ਚਾਹੀਦੇ, ਤੇ ਘਰ ਵੀ ਮੈਨੂੰ ਵਧੀਆ ਚਾਹੀਦਾ, ਵੱਡਾ ਚਾਹੀਦਾ। ਤੇ ਇੱਥੇ ਉਹ ਕਹਿੰਦੇ ਠੀਕ ਹੈ, ਵਿਧਾਨ ਸਭਾ ਦਾ ਸੈਸ਼ਨ ਚੱਲਦਾ, ਅਸੈਂਬਲੀ ਦਾ, ਪਾਰਲੀਮੈਂਟ ਦਾ, ਆਓ, ਜਿੰਨੇ ਦਿਨ ਸੈਸ਼ਨ ਚੱਲੂਗਾ ਤੁਹਾਨੂੰ ਰਹਿਣ ਨੂੰ ਖਰਚ ਦੇਵਾਂਗੇ, ਤੁਸੀਂ ਆਓ, ਰਸੀਦਾਂ ਰਸੂਦਾਂ ਨੇ ਜਮ੍ਹਾਂ ਕਰਾ ਦਿਓ, ਜਿੰਨੇ ਦਿਨ ਸਰਕਾਰੀ ਕੰਮ ਜਾਂਦੇ ਹੋ, ਕੋਈ ਗੱਲ ਨਹੀਂ, ਤੁਹਾਨੂੰ ਆਉਣ ਜਾਣ ਦਾ ਖਰਚ ਦੇਵਾਂਗੇ। ਕੋਈ ਕਾਰ ਨਹੀਂ ਮਿਲਣੀ, ਜੇ ਕਾਰ ਮਿਲਣੀ ਹੈ ਡਰਾਈਵਰ ਨਹੀਂ ਮਿਲਣਾ, ਕੋਈ ਸਿਕਿਉਰਿਟੀ ਦੀ ਲੋੜ ਨਹੀਂ। ਸਾਡੇ ਵਾਲਿਆਂ ਨੂੰ ਤਾਂ ਐਂ ਲੱਗਦਾ ਯਾਰ, ਮੈਂ ਜਾਣੀ 4 ਬੰਦੇ ਇੱਧਰ ਗਏ, ਹੁਣ ਗੁਰਪ੍ਰੀਤ ਸਿੰਘ ਸੰਧਾਲੀਆ ਲੀਡਰ ਤੁਰਿਆ ਜਾਂਦਾ ਹੋਵੇ, ਉਹ ਮੇਰੇ ਵਰਗੇ ਨੂੰ ਜਾਣੀ ਵੀ ਉਹ ਫੋਨ ਨਹੀਂ ਫੜ ਸਕਦੇ। ਫੋਨ ਕਿੱਦਾਂ? ਫੋਨ ਤਾਂ ਉਹ PA ਸਾਹਿਬ ਐਂ ਪਹਿਲਾਂ ਗੱਲ ਕਰਕੇ ਮੁੜ ਕੇ ਐਂ ਸਾਫ਼ ਕਰਕੇ ਐਂ ਫੜਾਉਣਗੇ,
ਯਾਰ ਕੀ ਗੱਲ ਹੋ ਗਈ ਹੈ? ਨਹੀਂ ਐ ਪਹਿਲਾਂ ਨਹੀਂ, ਪਹਿਲਾਂ ਸੁਣਨਾ, ਫਿਰ ਸੁਣਨ ਤੋਂ ਬਾਅਦ ਇੱਕ ਰਾਂ ਨੂੰ ਮਿਊਟ ਕਰਕੇ ਰੱਖਣਾ ਸਾਰੂ। ਸਾਹਿਬ ਤਾਂ ਬਿਜ਼ੀ ਨੇ ਜੀ, ਅਜੇ ਨਹੀਂ ਅਜੇ ਉਸ ਦੀ ਗੱਲ, ਮੈਨੂੰ ਭੁਲੇਖਾ ਪੈ ਗਿਆ ਕਿ ਹੋਰ ਦੀ ਪਿੱਠ ਸੀ। ਨਹੀਂ, ਤਿਰੰਗਾ ਯਾਤਰਾ ਵਧੀਆ ਹੈ, ਹਾਂ, ਦੇਸ਼ ਦਾ ਮਾਣ ਹੈ, ਸਤਿਕਾਰ ਹੈ, ਪੂਰਾ ਹੋਣਾ ਚਾਹੀਦਾ, ਪਰ ਆਪਣੇ ਤੇ ਝਾਤੀ ਮਾਰਨ ਦੀ ਲੋੜ ਹੈ ਵੀ ਕਿਤੇ ਆਪਾਂ ਕੁਝ ਇਹੋ ਜਿਹਾ ਤਾਂ ਨਹੀਂ ਕਰ ਲਿਆ ਵੀ ਜਿੰਨਾ ਕੁ ਆਪਣਾ ਮੁਲਕ ਹੈ, ਜਿੰਨੀ ਕੁ ਉਹਦੇ ਕੋਲੇ ਪੂੰਜੀ ਹੈ ਤੇ ਜਿਸ ਹਿਸਾਬ ਨਾਲ ਉੱਤੇ ਲੋਡ ਹੈ, ਬਰਡਨ ਹੈ ਵੀ ਆਉਣ ਵਾਲੇ 2-3 ਸਾਲਾਂ ਦੇ ਵਿੱਚ ਆਪਾਂ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਬਣਨ ਜਾ ਰਹੇ ਹਾਂ, ਉਹਦੇ ਹਿਸਾਬ ਨਾਲ ਕੁਛ ਇੱਦਾਂ ਦੇ ਨਹੀਂ ਵੀ ਜਿੱਦਾਂ ਮੰਨ ਲਓ ਜੇ ਆਪਾਂ ਲੀਡਰਾਂ ਨੂੰ ਇੱਦਾਂ ਮੰਨ ਲਏ ਵੀ ਪਰਿਵਾਰ ਦੇ ਮੁਖੀ ਨੇ ਵੀ ਨਿਆਣਾ ਜਿਹੜਾ ਉਹ ਤੇ ਆਪਾਂ ਵੇਖਿਆ ਯਾਰ ਉਹ ਤੇਰਾ ਭਲਾ ਹੋ ਜੇ, ਇਹਨੂੰ ਨਿੱਕਰ ਲੈ ਕੇ ਦੇਣੀ ਆ, ਇਹਦਾ ਸਕੂਲ ਦਾ ਕੁਛ ਕਰਨ ਵਾਲਾ, ਇਹਦੇ ਵਾਲ ਕਟਾਉਣ ਵਾਲੇ ਆ, ਇਹਨੂੰ ਚੱਪਲਾਂ ਨਹੀਂ ਇਹਦੇ ਪੈਰੀਂ, ਹੈ ਨਾ, ਵੀ ਇਹ ਸਾਰਾ ਕੁਝ ਵੇਖ ਕੇ ਤੇ ਆਪ ਉਹ ਆਖੇ ਵੀ ਮੈਂ ਤੇ ਬਦਾਮ ਹੀ ਖਾਣੇ, ਉਹ ਤੋਰੇ ਮੈਂ ਰੁਕਦਾ ਨਹੀਂ, ਹੈ ਨਾ। ਇਹਦਾ ਮਤਲਬ ਵੀ ਉਹਨੂੰ ਵੀ ਥੋੜ੍ਹਾ ਜਿਹਾ ਕੰਟਰੋਲ ਆਪਣਾ ਹੱਥ ਘੁੱਟ ਕੇ ਤੇ ਉਹ ਜਿਹੜੀਆਂ ਉਹਨਾਂ ਦੀਆਂ ਲੋੜਾਂ ਨੇ ਉਹ ਪੂਰੀਆਂ ਕਰਨੀਆਂ ਪੈਣਗੀਆਂ, ਫਿਰ ਜਾ ਕੇ ਗੱਡੀ ਚੱਲਣੀ ਆ। ਹਾਂ, ਜੇ ਸਿਆਸਤ ਕਿਤੇ ਹੋਰ ਤੁਰੀ ਫਿਰੇ, ਲੋਕ ਕਿਤੇ ਹੋਰ ਤੁਰੇ ਫਿਰਨ, ਜਿਹੜੀ ਗੱਲ ਮੈਂ ਅੱਗੇ ਕਹੀ ਵੀ ਇੱਕ ਰਾਂ ਵੋਟਾਂ ਲਈਆਂ 5 ਸਾਲ ਤੂੰ ਕੌਣ ਮੈਂ ਕੌਣ, ਫਿਰ ਇਹਦੇ ਭਾਵੇਂ ਤੁਸੀਂ 75 ਮਨਾਇਆ, ਮੈਂ ਨਾ 150 ਸਾਲਾਂ ਵੀ ਮਨਾ ਲਓ, ਉਦੋਂ ਵੀ ਹੋ ਸਕਦਾ ਲੋਕਾਂ ਨੂੰ ਇਸ ਤਰ੍ਹਾਂ ਤਿਰੰਗਾ ਯਾਤਰਾ ਕਰਾਉਣੀ ਪਵੇ। ਹਾਂ, ਜੇ ਉਹਦੇ ਵਿੱਚ ਆਹ ਵਾਲੀ ਗੱਲ ਆ ਜਾਵੇ ਵੀ ਕੁੰਡਾ ਹੋਵੇ ਵੀ ਵੀਰ ਮੇਰਾ ਤੇਰੇ ਕੋਲੇ ਮਹੀਨੇ 6 ਆ, 7ਵੇਂ ਮਹੀਨੇ ਤੋਂ ਅਸੀਂ ਕਾਰਗੁਜ਼ਾਰੀ ਵਾਲਾ ਕੈਲੰਡਰ ਫਰੋਲ ਕੇ ਨਾਲ ਹੀ ਸ਼ੁਰੂ ਕਰ ਦੇਣਾ ਵੀ ਭਾਜੀ ਸਾਡੇ ਵਾਲਾ ਲੀਡਰ ਨਹੀਂ ਇਹ ਕਰਦਾ ਕੰਮ, ਇਹਨੂੰ ਮੋੜ ਦਿਓ, ਅਸੀਂ ਵਾਪਸ ਮੋੜਨਾ, ਸਾਨੂੰ ਇਲੈਕਸ਼ਨ ਨਵੀਂ ਕਰਾ ਦਿਓ, ਫਿਰ ਦੇਖਿਓ ਆਉਂਦੇ ਕਰਾਂ। ਤੇ ਜੇ ਕਿਸੇ ਨੂੰ ਲੱਗਦਾ ਕਿ ਇਹ ਕਿੱਦਾਂ ਹੋ ਜੂ, ਇਹ ਕਿਤੇ ਸੰਭਵ, ਇਹ ਨਹੀਂ ਹੁੰਦਾ, ਕਈ ਮੁਲਕਾਂ 'ਚ ਹੁੰਦਾ, ਕਈ ਮੁਲਕਾਂ ਦੇ ਵਿੱਚ ਅਧਿਕਾਰ ਹੈਗਾ ਵੋਟਰਾਂ ਦੇ ਕੋਲੇ, ਜੇ ਤੁਹਾਨੂੰ ਲੱਗਦਾ ਤੁਹਾਡਾ MP MLA ਤੁਹਾਡੇ ਨਾਲ ਕੀਤੇ ਵਾਅਦਿਆਂ ਦੇ ਮੁਤਾਬਕ ਕੰਮ ਨਹੀਂ ਕਰਦਾ, ਤੁਹਾਡੀਆਂ ਆਸਾਂ ਤੇ ਖਰਾ ਨਹੀਂ ਉਤਰਦਾ, ਇੱਕ ਟਾਈਮ ਪੀਰੀਅਡ ਉਹਨਾਂ ਰੱਖਿਆ ਕਿ ਉਹਦੇ ਜਿੱਤਣ ਤੋਂ ਇੰਨੇ ਸਮੇਂ ਬਾਅਦ ਤੁਸੀਂ ਹਲਕੇ ਦੇ ਇੰਨੇ ਵੋਟਰ ਜੇ ਦਸਤਖਤ ਕਰਕੇ ਇਸ ਜਗ੍ਹਾ ਤੇ ਪਹੁੰਚਾ ਦਿਓਗੇ, ਅਸੀਂ ਬੰਦਾ ਬਰੰਗ ਲਿਫਾਫਿਆਂ ਨੂੰ ਵਾਪਸ ਮੋੜ ਦਿਆਂਗੇ, ਤੇ ਪ੍ਰੈਕਟੀਕਲੀ ਉੱਥੇ ਚੱਲਦਾ। ਹੁਣ ਸੰਧਾਲੀਆ ਸਾਹਿਬ, ਮਨਸੁਖ ਮਾਂਡਵੀਆ ਸਾਹਿਬ ਸਾਡੇ ਕੇਂਦਰ ਸਰਕਾਰ ਦੇ ਮਿਨਿਸਟਰ ਨੇ, ਉਹ ਲੁਧਿਆਣੇ ਆਏ, BJP ਦੇ ਲੀਡਰ ਨੇ ਵੱਡੇ, ਯਾਨੀ ਪੰਜਾਬ ਦੇ ਵਿੱਚ BJP ਦੇ ਸਿਰਫ 2 MLA ਤੇ 2 MP, ਕੁੱਲ 4 ਨੁਮਾਇੰਦੇ ਨੇ, ਤੇ ਇਹ ਪੰਜਾਬ ਤੋਂ ਨਹੀਂ ਜਿੱਤੇ, ਪਰ ਡਿਊਟੀਆਂ ਲੱਗੀਆਂ ਇਹਨਾਂ ਦੀਆਂ ਕਿ ਜਿਹੜੇ ਵੀ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਮਜ਼ੋਰ ਹੈ, ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ, ਉੱਥੇ ਤੁਸੀਂ ਜਾਓ। ਮਾਂਡਵੀਆ ਸਾਹਿਬ ਲੁਧਿਆਣੇ ਆਏ, ਪੰਜਾਬ ਭਾਜਪਾ ਦੀ ਸਾਰੀ ਲੀਡਰਸ਼ਿਪ ਉੱਥੇ ਆਈ, ਤਿਰੰਗਾ ਯਾਤਰਾ ਕੱਢੀ, ਤੇ ਬਾਅਦ ਵਿੱਚ BJP ਦੀ ਲੀਡਰਸ਼ਿਪ ਤੇ ਵਰਕਰਾਂ ਨੂੰ ਸੰਬੋਧਨ ਵੀ ਕੀਤੇ। ਉਹ ਕਹਿੰਦੇ ਜੀ ਦੇਖੋ 2 ਇਲੈਕਸ਼ਨ ਸਾਡੇ ਸਾਹਮਣੇ ਨੇ, ਇੱਕ ਸਥਾਨਕ ਨਿਕਾਏ ਚੁਣਾਵ, ਮਿਊਨਿਸਪੈਲਿਟੀ ਦੀਆਂ ਚੋਣਾਂ, ਆਪਣੀਆਂ ਸ਼ਹਿਰਾਂ ਦੀਆਂ ਵੋਟਾਂ ਪੈਣੀਆਂ ਜਿਹੜੀਆਂ, ਇੱਕ ਕਹਿੰਦੇ ਜੀ ਪਾਰਲੀਮੈਂਟ ਦੀ ਚੋਣ, ਤੇ ਅਸੀਂ ਦੋਨਾਂ ਦੇ ਉੱਤੇ ਪੂਰਾ ਧਿਆਨ ਦੇ ਰਹੇ ਹਾਂ। ਮੈਂ ਕਹਿੰਦੇ ਜੀ ਜਿੰਨੇ ਵਰਕਰਾਂ ਨੂੰ ਇੱਥੇ ਮਿਲਿਆ, ਜਿੰਨੇ ਲੋਕਾਂ ਨੂੰ ਇੱਥੇ ਮਿਲਿਆ, ਭਾਰਤੀ ਜਨਤਾ ਪਾਰਟੀ ਦੀ ਸਥਿਤੀ ਦਿਨੋਂ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ, ਹੋਰ ਸਾਰੀਆਂ ਪਾਰਟੀਆਂ ਕਮਜ਼ੋਰ ਹੋ ਰਹੀਆਂ। ਅਸੀਂ ਕਹਿੰਦੇ ਜੀ ਦੇਖਿਓ ਬਹੁਤ ਵਧੀਆ ਪ੍ਰਦਰਸ਼ਨ ਕਰਨਾ ਹੈ, ਲਗਾਤਾਰ ਇੱਕ ਤੋਂ ਬਾਅਦ ਇੱਕ। ਸੰਧਾਲੀਆ ਸਾਹਿਬ, ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਚੋਂ 94 ਬੰਦੇ, 4-5 ਕੈਬਨਿਟ ਮੰਤਰੀ ਜਿਹੜੇ ਮੋਦੀ ਸਾਹਿਬ ਦੀ ਗਵਰਨਮੈਂਟ ਦੇ ਵਿੱਚ ਨੇ, ਉਹਨਾਂ ਦੇ ਨਾਂ ਗਿਣੇ ਜਾ ਸਕਦੇ ਆ, ਜਿਹੜੇ ਹਰ 5-7 ਦਿਨ ਬਾਅਦ ਪੰਜਾਬ ਦੇ ਵਿੱਚ ਫੇਰਾ ਮਾਰਦੇ ਆ। ਤੇ ਲੁਧਿਆਣੇ ਦੇ ਵਿੱਚ ਆਪਾਂ ਨੂੰ ਪਤਾ ਕਿ ਬਹੁਤ ਵੱਡਾ ਇੱਕ ਸ਼ਹਿਰੀ ਵੋਟ ਬੈਂਕ ਹੈਗਾ, ਅੰਮ੍ਰਿਤਸਰ 'ਚ ਹੈਗਾ, ਜਲੰਧਰ ਦੇ ਵਿੱਚ ਹੈਗਾ, ਹੋਰ ਕਈ ਸ਼ਹਿਰ ਨੇ, ਉੱਥੇ ਲਗਾਤਾਰ ਉਹਨੇ ਫੋਕਸ ਕੀਤਾ ਹੋਇਆ ਕਿ ਭਾਈ ਪੌਣੇ 1-2 ਸਾਲ ਰਹਿ ਗਏ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ, ਪਹਿਲਾਂ ਸ਼ਹਿਰਾਂ ਦੀਆਂ ਵੋਟਾਂ ਵੀ ਆਉਣੀਆਂ, ਆਪਾਂ ਫਿਰ ਪ੍ਰਦਰਸ਼ਨ ਠੀਕ ਕਰੀਏ ਤਾਂ ਚੰਗਾ। ਹਾਂਜੀ, ਚਲੋ ਦੇਖੋ, ਜੇ ਉਹ ਆਉਂਦੇ ਆ ਵੀ ਹਾਂਜੀ ਸੈੱਟ ਨੇ, ਅਸੀਂ ਮਜ਼ਬੂਤ ਹਾਂ, ਤੇ ਫਿਰ ਮੰਨ ਲੈਣਾ ਚਾਹੀਦਾ, ਕਿਉਂਕਿ ਕਾਰਨ ਹੈ ਨਾ ਵੀ ਕਹਿਣ ਦੇ ਨਾਲ ਵੀ ਫਰਕ ਪੈਂਦਾ ਨਾ ਇਸ ਚੀਜ਼ ਦਾ। ਹੁਣ ਦੇਖੋ ਇੱਕ ਗੱਲ ਤਾਂ ਹੈਗੀ ਆ ਵੀ ਪਿਛਲੇ ਸਮੇਂ ਦੇ ਵਿੱਚ ਜਦੋਂ ਇਹ ਚਰਚਾ ਇਹ ਚੱਲੀ ਸੀ ਵੀ ਯਾਰ BJP ਹੁਣ ਇਕੱਲੀ ਰਹਿ ਗਈ ਜੀ, ਤੇ ਕੋਈ ਗੱਲ ਬਣੀ ਨਹੀਂ, ਅਕਾਲੀ ਦਲ ਨੂੰ ਵੀ ਲੱਗਿਆ ਵੀ ਨਹੀਂ ਯਾਰ ਇਹ ਬਸਪਾ ਨਾਲ ਗੱਠਜੋੜ ਕੋਈ ਗੱਲ ਬਣੀ ਨਹੀਂ, ਵੀ ਸ਼ਾਇਦ ਭੱਜੀਆਂ ਬਾਹਾਂ ਗੱਲ ਨੂੰ ਆ ਜਾਣ। ਉਹ 2 ਵਾਰਾਂ ਇੱਧਰੋਂ ਤਾਂ ਬਿਆਨ ਆਇਆ ਸੀ, ਇੱਧਰੋਂ ਉੱਧਰੋਂ ਵੀ ਹਾਂਜੀ ਨਹੀਂ ਸੋਚ ਰਹੇ ਹਾਂ, ਗੱਲ ਚੱਲ ਰਹੀ ਹੈ, ਇਸੇ ਕਰਕੇ ਰਾਸ਼ਟਰਪਤੀ ਦੇ ਲਈ ਜਿਹੜੇ ਉਹਨਾਂ ਦੇ ਉਮੀਦਵਾਰ ਨੇ ਉਹਨਾਂ ਨੂੰ ਵੀ ਆਪਾਂ ਸਪੋਰਟ ਕਰਨਾ ਹੈ। ਔਰ ਉੱਧਰੋਂ ਫਿਰ ਜਿਸ ਹਿਸਾਬ ਨਾਲ ਉਹਨਾਂ ਨੇ ਤੱਤਾ ਜਿਹਾ ਬਿਆਨ ਦਿੱਤਾ ਵੀ ਨਾ ਕੋਈ ਲੋੜ ਨਹੀਂ, ਅਸੀਂ ਇਕੱਲੇ ਹੀ ਠੀਕ ਹਾਂ। ਅਤੇ ਉਸ ਤੋਂ ਬਾਅਦ ਜਿੱਦਾਂ ਹੁਣ ਵੰਨ-ਸੁਵੰਨੇ ਲੀਡਰ ਸਾਹਿਬਾਨ ਆ ਰਹੇ ਨੇ, ਕਦੀ ਉਹ ਬਠਿੰਡੇ ਆਉਂਦੇ ਨੇ, ਕਦੀ ਲੁਧਿਆਣੇ ਆਉਂਦੇ ਨੇ, ਕੱਲ੍ਹ ਨੂੰ ਕਿਤੇ ਹੋਰ ਸ਼ਹਿਰ ਦਾ ਪ੍ਰੋਗਰਾਮ ਹੋਊਗਾ, ਅਤੇ ਫਿਰ ਉਹ ਸਿੱਧਾ ਸੰਪਰਕ ਆਪਣੇ ਵਰਕਰਾਂ ਨਾਲ ਸਾਧਦੇ ਆ, ਲੀਡਰਾਂ ਨਾਲ ਸਾਧਦੇ ਆ, ਉਹਨਾਂ ਤੋਂ ਫੀਡਬੈਕ ਲੈ ਕੇ ਉੱਪਰ ਜਾਂਦੇ, ਨਾਲੇ ਉਹਨਾਂ ਦੀ ਪਿੱਠ ਥਾਪੜਦੇ ਹੋਣਗੇ ਵੀ ਪਰਵਾਹ ਨਾ ਕਰੋ, ਕੋਈ ਗੱਲ ਨਹੀਂ, ਬੈਠੇ ਆਪਾਂ। ਅਤੇ ਫਿਰ ਭਾਈ ਪਾਰਟੀ ਤਾਂ ਮਜ਼ਬੂਤ ਹੈ ਹੀ ਨਹੀਂ, ਹੈ ਹੀ ਆ ਜੀ। ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਪ੍ਰਦਰਸ਼ਨ ਕੀਤੇ, ਐਲਾਨ ਪਹਿਲਾਂ ਹੀ ਕਰ ਦਿੱਤਾ ਸੀ ਪ੍ਰਧਾਨ ਧਾਮੀ ਸਾਹਿਬ ਦੀ ਅਗਵਾਈ 'ਚ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਸਿੱਖ ਕੈਦੀ ਨੇ, ਉਹਨਾਂ ਦੀ ਰਿਹਾਈ ਕਹਿੰਦੇ ਹੋ ਨਹੀਂ ਰਹੀ ਤੇ ਔਖਾ। ਤੇ ਕਮੇਟੀ ਇੱਕ ਬਣਾਈ ਸੀ, ਚਲੋ ਕਮੇਟੀ 'ਚ ਉਹਦੇ ਬੰਦੇ, ਇੱਕ ਮੈਂਬਰ ਤਾਂ MP ਬਣ ਗਿਆ ਉਹਨਾਂ ਦੇ ਵਿੱਚੋਂ, ਪਾਟੋ ਧਾੜ ਜੀ ਹੋ ਗਈ ਸੀ ਕਮੇਟੀ 'ਚ। ਉਹਦੇ ਤੋਂ ਬਾਅਦ ਫਿਰ ਸ਼੍ਰੋਮਣੀ ਕਮੇਟੀ ਨੇ ਸਮਾਂ ਮੰਗਿਆ, ਉਸ ਕਮੇਟੀ ਨੇ ਉੱਪਰਲੇ ਪਾਸਿਓਂ ਸਮਾਂ ਘੱਟ ਮਿਲਿਆ, ਫਿਰ SGPC ਨੇ ਕਹਿਤਾ ਸੀ ਗੱਲ ਨਹੀਂ ਬਣਦੀ ਇੱਦਾਂ, ਅਸੀਂ ਹੁਣ ਪਹਿਲਾਂ ਜ਼ਿਲ੍ਹਾ ਪੱਧਰ 'ਤੇ, ਫਿਰ ਸੂਬਾ ਪੱਧਰ 'ਤੇ, ਫਿਰ ਉੱਪਰ ਰਣਨੀਤੀ ਬਣਾ ਕੇ ਪ੍ਰੈਸ਼ਰ ਕ੍ਰੀਏਟ ਕਰਾਂਗੇ, ਅਸੀਂ ਬੰਦੀ ਸਿੰਘ ਰਿਹਾ ਕਰਾਉਣੇ ਆ।
ਧਾਮੀ ਸਾਹਿਬ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਪ੍ਰਦਰਸ਼ਨ ਹੋਇਆ, ਬਾਕੀ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਵੀ ਪ੍ਰਦਰਸ਼ਨ ਹੋਇਆ। ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਨਾਂ ਦੇ ਉੱਤੇ ਮੰਗ ਪੱਤਰ ਦਿੱਤੇ ਗਏ ਕਿ ਭਾਈ ਰਿਹਾ ਕਰੋ ਬੰਦੀ ਸਿੰਘ। ਕੈਪਟਨ ਸਾਹਿਬ ਨੇ, ਢੀਂਡਸਾ ਸਾਹਿਬ ਨੇ, ਬਹੁਤ ਸਾਰੇ ਲੀਡਰਾਂ ਨੇ ਪਿਛਲੇ ਦਿਨੀ ਮੰਗ ਕੀਤੀ ਸੀ। ਮਜੀਠੀਆ ਸਾਹਿਬ ਨੇ ਜੇਲ੍ਹੋਂ ਜ਼ਮਾਨਤ ਤੇ ਆਉਂਦੇ ਮੰਗ ਕੀਤੀ, ਜੇਲ੍ਹ ਦੇ ਗੇਟ ਦੇ ਬਾਹਰ, ਕਿ ਭਾਈ ਬੰਦੀ ਸਿੰਘ ਰਿਹਾ ਕਰੋ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਕਈ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਸਿੱਖ ਕੈਦੀ ਨੇ ਉਹਨਾਂ ਦੀ ਚੜ੍ਹਦੀ ਕਲਾ ਕਹਿੰਦੇ ਜੇ ਅੰਦਰ ਦੇਖੀ ਬੜੇ ਵਧੀਆ ਤਰੀਕੇ ਦੇ ਨਾਲ। ਹੁਣ ਦੇਖਦੇ ਹਾਂ ਕਿ ਐਸਜੀਪੀਸੀ ਦਾ ਅਗਲਾ ਕਦਮ ਕੀ ਹੋਊਗਾ ਜ਼ਿਲ੍ਹਾ ਪੱਧਰ ਤੋਂ ਬਾਅਦ। ਇਹ ਪਰ ਇੱਕ ਗੱਲ ਤਾਂ ਹੈਗੀ ਆ ਵੀ ਦੇਖੋ, ਜਦੋਂ ਤੋਂ ਵੀ ਇਹ ਚਰਚਾ ਚੱਲੀ ਆ ਬੰਦੀ ਸਿੰਘਾਂ ਦੀ ਰਿਹਾਈ ਵਾਲੀ, ਉਦੋਂ ਤੋਂ ਦੋ ਤਰ੍ਹਾਂ ਦੀ ਗੱਲ ਚੱਲਦੀ ਸੀ। ਇੱਕ ਤਾਂ ਇਹ ਚੱਲਦੀ ਸੀ ਕਿ ਵੀ ਇਹਨਾਂ ਜੀ ਇਲੈਕਸ਼ਨ ਸਟੰਟ ਹੈ, ਕਿਉਂਕਿ ਉਦੋਂ ਸੰਗਰੂਰ ਵਾਲੀ ਇਲੈਕਸ਼ਨ ਆ ਗਈ ਤੇ ਅਚਾਨਕ ਇਹ ਕਹਿਣ ਲੱਗ ਪਏ ਜੀ ਇਹ ਤਾਂ ਇਲੈਕਸ਼ਨ ਦੇ ਲਈ ਮੁੱਦਾ ਬਣਾਇਆ ਗਿਆ, ਕਿਉਂਕਿ ਉਦੋਂ ਰਾਜੋਆਣਾ ਸਾਹਿਬ ਦੀ ਭੈਣ ਜੀ ਹੁਣਾਂ ਨੂੰ ਉਮੀਦਵਾਰ ਵੀ ਬਣਾਇਆ ਗਿਆ ਸੀ ਅਕਾਲੀ ਦਲ ਵੱਲੋਂ। ਫਿਰ ਜਦੋਂ ਇਲੈਕਸ਼ਨ ਨਿਕਲ ਗਈ, ਉਹਦੇ ਬਾਵਜੂਦ ਵੀ ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਉਹਨਾਂ ਦੇ ਨਾਲ ਹੋਰ ਜਿਹੜੇ ਨਾਂ ਰੱਖਦੀਆਂ ਜਥੇਬੰਦੀਆਂ ਨੇ, ਉਹਨਾਂ ਦੀ ਗੱਲ ਹੋਵੇ, ਸਾਰਿਆਂ ਨੇ ਕਿਹਾ ਇਹੀ। ਹੁਣ ਗੱਲ ਇਹ ਆ ਵੀ ਜੇ ਉਹਦੇ ਤੋਂ ਬਾਅਦ ਵੀ ਇਸ ਮੁੱਦੇ ਦੇ ਉੱਪਰ ਅਗਲੇ ਪਹਿਰਾ ਦੇ ਰਹੇ ਨੇ, ਉਹਦੇ ਨਾਲ ਜਿਵੇਂ ਜਿਵੇਂ ਪ੍ਰੋਗਰਾਮ ਦਿੱਤਾ ਜਾ ਰਿਹਾ ਉਸ ਪ੍ਰੋਗਰਾਮ ਦੇ ਉੱਪਰ ਖਰੇ ਉਤਰ ਰਹੇ, ਇਹਦਾ ਮਤਲਬ ਵੀ ਜਿਹੜਾ ਮੁੱਦਾ ਹੈ ਉਹਨੂੰ ਐਡਰੈਸ ਕਰਨ ਦੇ ਲਈ ਉਹਨਾਂ ਵੱਲੋਂ ਇਮਾਨਦਾਰੀ ਹੈਗੀ ਹੈ। ਹਾਂ, ਸਾਹਮਣੇ ਵਾਲੇ ਪਾਸਿਓਂ ਕੋਈ ਐਲਾਨ ਹੁੰਦਾ ਕਿ ਨਹੀਂ ਹੁੰਦਾ। ਵੈਸੇ ਜੇ ਮੈਂ ਗਲਤ ਨਹੀਂ ਤਾਂ 14 ਹੋ ਗਈ, ਕੱਲ੍ਹ ਨੂੰ 15। ਇੱਥੇ ਕਿਤੇ ਆ ਕੇ ਹੀ ਬੜੇ ਆਸ ਉਮੀਦ ਕੀਤੀ ਜਾ ਰਹੀ ਸੀ। ਪਿਛਲੇ ਦਿਨੀ ਕੈਪਟਨ ਸਾਹਿਬ ਨੇ ਕਿਹਾ ਸੀ, ਉਦੋਂ ਪਹਿਲਾਂ ਸੁਖਬੀਰ ਬਾਦਲ ਸਾਹਿਬ ਨੇ ਕਿਹਾ ਸੀ, ਹੋਰ ਕਈ ਸਿੱਖ ਜਥੇਬੰਦੀਆਂ ਨੇ ਅਪੀਲ ਕੀਤੀ, ਐਸਜੀਪੀਸੀ ਵੀ ਬੇਨਤੀ ਕਰ ਚੁੱਕੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਜੇ ਤੁਸੀਂ ਆਜ਼ਾਦੀ ਦਿਹਾੜੇ ਦੇ ਮੌਕੇ ਦੇ ਉੱਪਰ ਇਹ ਗੱਲ ਕਰ ਲਓ ਤੇ ਵਧੀਆ ਕਿ ਵੀ ਜਿਹੜੇ ਬੰਦੀ ਸਿੱਖ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਛੱਡ ਦਿੱਤਾ ਜਾਵੇ। ਹੁਣ ਦੇਖੋ, ਮੰਗ ਤੇ ਜੇ ਹੈਗੀ ਆ, ਟਾਈਮ ਵੀ ਅਜੇ ਹੈਗਾ, ਪ੍ਰੈਸ਼ਰ ਵੀ ਹੈਗਾ, ਸ਼ਾਇਦ ਕੁਝ ਹੋ ਜਾਵੇ। ਅਕਾਲੀ ਦਲ ਸਭ ਤੋਂ ਅੱਗੇ ਹੈ ਇਸ ਮਸਲੇ ਦੇ ਵਿੱਚ, ਕਿਉਂਕਿ ਉਹਨਾਂ ਨੇ ਤਾਂ ਸੰਗਰੂਰ ਵਾਲੀ ਇਲੈਕਸ਼ਨ ਵੀ ਲੜੀ, ਬਾਅਦ ਵਿੱਚ ਵੀ ਲਗਾਤਾਰ ਉਹ ਇਸੇ ਮੁੱਦੇ ਤੇ ਮੰਗ ਕਰਦੇ ਆ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਅੱਗੇ ਆ, ਦੂਜੇ ਪਾਸੇ ਤੁਹਾਡੇ ਵਰਗੇ ਕਿਸੇ ਸਿਆਣੇ ਸੱਜਣ ਨੇ, ਸੁਖਜਿੰਦਰ ਸਿੰਘ ਰੰਧਾਵਾ ਸਾਹਿਬ, ਸਾਬਕਾ ਉਪ ਮੁੱਖ ਮੰਤਰੀ ਪੰਜਾਬ ਤੇ ਮੌਜੂਦਾ ਐਮਐਲਏ ਕਾਂਗਰਸੀ ਲੀਡਰ, ਉਹਨਾਂ ਨੂੰ ਸਵਾਲ ਪੁੱਛ ਲਓ ਵੀ ਤਿਰੰਗਾ ਯਾਤਰਾ ਕੱਢਦੇ ਹੋਏ ਓਲੇ ਕਿ ਜੀ ਉਹ ਮੰਗ ਕੀਤੀ ਜਾ ਰਹੀ ਹੈ ਲਗਾਤਾਰ ਬੰਦੀ ਸਿੰਘ ਜਿਹੜੇ ਉਹਨਾਂ ਰਿਹਾ ਕਰਨੇ। ਉਹ ਕਹਿੰਦੇ ਸੁਣ ਲਓ ਇਹ ਗੱਲ, ਜਿੱਦਾਂ ਉਹਨਾਂ ਦੀ ਆਦਤ ਹੈ ਨਾ, ਜਿੱਦਾਂ ਬੋਲਣ ਦਾ ਢੰਗ ਤਰੀਕਾ ਹੈ। ਉਹ ਕਹਿੰਦੇ ਮੈਂ ਹਿੱਕ ਠੋਕ ਕੇ ਕਹਿਣਾ, ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਮੈਂ ਮਿਨਿਸਟਰ ਸੀ, ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ, ਜ਼ਿਲ੍ਹਾ ਦੇ ਮੰਤਰੀ ਸੀ ਨਾ, ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ, ਕਹਿੰਦੇ ਜੀ 7 ਬੰਦੀ ਸਿੰਘ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚੋਂ ਮੈਂ ਰਿਹਾ ਕਰਾਇਆ। ਕਹਿੰਦੇ ਮੈਂ ਹਿੱਕ ਠੋਕ ਕੇ ਕਹਿਣਾ ਜਿੱਥੋਂ ਮਰਜ਼ੀ ਜਾ ਕੇ ਪਤਾ ਕਰ ਲਓ। ਇਹ ਤਾਂ ਇੱਕ ਗੱਲ ਸੀ। ਉਹ ਕਹਿੰਦੇ ਅੱਜ ਤੁਸੀਂ ਕਹਿੰਦੇ ਕਿ ਅਕਾਲੀ ਦਲ ਮੰਗ ਕਰਦਾ, ਉਹ ਕਹਿੰਦੇ ਮੈਨੂੰ ਦੱਸਣ ਬਾਦਲ ਪਰਿਵਾਰ ਵਾਲੇ ਜਿਹੜੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ 10 ਸਾਲ ਤੁਹਾਡੀ ਸਰਕਾਰ ਰਹੀ ਹੈ, ਕਹਿੰਦੇ ਇੱਕ ਵੀ ਬੰਦੀ ਸਿੰਘ ਤੁਸੀਂ ਰਿਹਾ ਕੀਤਾ, ਤੁਹਾਡੇ ਅਧਿਕਾਰ ਖੇਤਰ ਸੀ, ਤੁਹਾਡੀ ਸਰਕਾਰ ਤੋਂ ਬਾਅਦ ਅਸੀਂ ਰਿਹਾ ਕੀਤੇ ਆ। ਕਹਿੰਦੇ ਜੀ ਜਵਾਬ ਦੇਣ, ਰਾਜਨੀਤੀ ਨਾ ਕਰਨ। ਵਿੱਚੇ ਆਮ ਆਦਮੀ ਪਾਰਟੀ ਨੂੰ ਪੈ ਗਿਆ। ਉਹ ਕਹਿੰਦੇ ਮੈਂ ਉਦੋਂ ਲਿਖਿਆ ਕੇਜਰੀਵਾਲ ਸਾਹਿਬ ਨੂੰ ਕਿ ਪ੍ਰੋਫੈਸਰ ਭੁੱਲਰ ਨੂੰ ਰਿਹਾ ਕਰੋ, ਜਵਾਬ ਹੀ ਨਹੀਂ ਦਿੱਤਾ। ਕਹਿੰਦੇ ਉਹ ਕਮੇਟੀ ਵਾਲੇ ਜਵਾਬ ਦਿੰਦੇ ਰਹੇ ਸਾਨੂੰ, ਕੇਜਰੀਵਾਲ ਸਾਹਿਬ ਨੇ ਜਵਾਬ ਹੀ ਨਹੀਂ ਦਿੱਤਾ। ਪਰ ਹੁਣ ਜਿਸ ਤਰੀਕੇ ਉਹਨਾਂ ਦਾਅਵਾ ਕਰਤਾ ਕਿ ਭਾਈ ਮੈਂ 7 ਬੰਦੀ ਸਿੰਘ ਰਿਹਾ ਕੀਤੇ ਜਦੋਂ ਮਿਨਿਸਟਰ ਸੀ, ਬਾਰ-ਬਾਰ ਕੈਪਟਨ, ਹਾਲਾਂਕਿ ਮਤਭੇਦ ਬੜੇ ਸੀ ਉਹਨਾਂ ਦੇ ਕੈਪਟਨ ਸਾਹਿਬ ਨਾਲ, ਉਹਨਾਂ ਨੇ ਕੈਪਟਨ ਸਾਹਿਬ ਦਾ ਜ਼ਿਕਰ ਕੀਤਾ, ਕਹਿੰਦੇ ਉਹ ਮਿੰਟ 'ਚ ਲਿਖ ਦਿੰਦੇ ਸੀ ਕਿ ਭਾਈ ਛੱਡ ਦਿੰਦੇ ਆ। ਇਹਨਾਂ ਨੇ ਕਹਿੰਦੇ ਇੱਕ ਵੀ ਨਹੀਂ ਰਿਹਾ ਕੀਤਾ। ਹੁਣ ਜਵਾਬ ਇਹ 'ਤੇ ਕੀ ਆਊਗਾ ਦੇਖਦੇ ਹਾਂ। ਇੱਕ ਮੇਰੇ ਖਿਆਲ ਨਾਲ ਮਾਨ ਸਾਹਿਬ ਨੇ ਵੀ ਤਾਂ ਕਿਹਾ ਹੀ ਆ ਹੁਣ ਵੀ ਅਸੀਂ ਵੀ ਕੁਛ ਰਿਹਾਈ ਕਰਨੀ ਆ। ਮੇਰੇ ਖਿਆਲ ਜੇ ਕੋਈ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਕੁਝ ਹੋਵੇ, ਜੇ ਉਹ ਵੀ ਕੁਛ ਇਹੋ ਜਿਹਾ ਸਟੈਪ ਲੈ ਲੈਣ ਤੇ ਚੰਗੀ ਗੱਲ ਹੀ ਹੈ। ਉੱਪਰ ਦਿੱਲੀ ਵਾਲਿਆਂ ਨੂੰ ਵੀ ਕਹਿ ਦੇਣ ਜੇ ਕੇਜਰੀਵਾਲ ਸਾਹਿਬ ਦੇ ਅਧਿਕਾਰ ਖੇਤਰ 'ਚ ਕੁਛ ਹੈਗਾ ਕਾਨੂੰਨ ਦੇ ਮੁਤਾਬਕ, ਜੇ ਸੰਭਵ ਹੈ ਤਾਂ ਕਰਾ ਲੈਣਾ ਚਾਹੀਦਾ। ਗੱਲ ਕਿਹੜੀ ਹੈ? ਆਹੋ, ਨਹੀਂ ਦੇਖੋ, ਬਾਕੀ ਚਲੋ ਆਸ ਕਰਦੇ ਹਾਂ ਜੇ ਟਾਈਮ ਹੈਗਾ, ਜਦੋਂ ਟਾਈਮ ਨਿਕਲ ਜੂਗਾ ਫਿਰ ਆਪਾਂ ਉਹ 'ਤੇ ਵੀ ਗੱਲ ਕਰ ਲਵਾਂਗੇ। ਦੂਜੀ ਗੱਲ ਇਹ ਆ ਕਿ ਵੀ ਫਗਵਾੜਾ ਹੁਣ ਫਗਵਾੜੇ ਦੇ ਵਿੱਚ ਜਿਹੜਾ ਧਰਨਾ ਲੱਗਿਆ ਉਹਨੂੰ ਵਾਹਵਾ ਦਿਨ ਹੋ ਗਏ, ਐਂਡ ਹੌਲੀ ਹੌਲੀ ਉਹ ਧਰਨਾ ਮੈਨੂੰ ਲੱਗਦਾ ਵੀ ਹੁਣ ਸੈਂਟਰ ਆਫ ਅਟਰੈਕਸ਼ਨ ਬਣਨ ਲੱਗ ਪਿਆ। ਹੌਲੀ ਹੌਲੀ ਲੀਡਰ ਸਾਹਿਬਾਨ ਉੱਥੇ ਜਾਣ ਲੱਗ ਪਏ ਨੇ, ਪਲੱਸ ਉਹਨਾਂ ਨੇ ਵੀ ਆਪਣੇ ਅਗਲੇ ਪ੍ਰੋਗਰਾਮ ਕਹਿੰਦੇ ਵੀ ਹੁਣ ਉਹ ਲੀਕ ਲਿਆ ਵੀ ਜੇ ਨਹੀਂ ਇੱਦਾਂ ਗੱਲ ਬਣਦੀ ਤਾਂ ਫਿਰ ਤਾਂ ਹੁਣ ਭਾਈ ਸਾਹਿਬ ਖੜਨਾ ਹੀ ਪੈਣਾ, ਕਿਉਂਕਿ ਉਹ ਕਹਿੰਦੇ ਵੀ ਜੇ ਹੱਕ ਆ ਸਾਡਾ ਤੇ ਅਸੀਂ ਆਪਣਾ ਹੱਕ ਮੰਗਦੇ, ਅਸੀਂ ਕਿਹੜਾ ਕਹਿੰਦੇ ਵੀ ਵੀਰ ਮੇਰਾ ਆਧਾਰ ਦੇ ਦੇ ਸਾਨੂੰ, ਵੀ ਪੈਸੇ ਆਧਾਰ ਮੰਗਦੇ ਆ, ਵੀ ਤੁਸੀਂ ਕਹਿੰਦੇ ਸਾਡੇ ਕੋਲ ਹੈ ਨਹੀਂ ਯਾਰ, ਤੂੰ ਵੀਰ ਵੈਸੇ ਨਜਾਇਜ਼ ਬੂਹੇ ਅੱਗੇ ਬੈਠਾ। ਵੀ ਉਹ ਜਿਹੜੀ ਚੀਜ਼ ਆ ਉਹ ਜਿਸ ਹਿਸਾਬ ਨਾਲ ਮੈਨੂੰ ਲੱਗਦਾ ਵੀ ਹੁਣ ਵੱਖ-ਵੱਖ ਲੋਕਾਂ ਦੇ ਧਿਆਨ 'ਚ ਆਉਣ ਲੱਗ ਪਈ ਆ। ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੁੱਦਾ ਵੱਡਾ ਬਣ ਜਾਵੇ ਜੇ ਨਾ ਗੱਲ ਬਣੀ ਤਾਂ। ਹਾਲਾਂਕਿ ਪਿਛਲੇ ਦਿਨ ਹੀ ਚਲੋ ਮਾਨ ਸਾਹਿਬ ਨੇ ਆਪਣੇ ਉਹ ਜਿਹੜੇ ਗੰਨੇ ਦੇ ਬਕਾਇਆ ਸੀਗਾ ਜੋ ਸਰਕਾਰ ਵਾਲੇ ਪਾਸਿਓਂ ਬਣਦਾ ਸੀਗਾ ਉਹਨਾਂ ਨੇ ਆਪਣੇ ਵੱਲੋਂ ਦਿੱਤਾ ਵੀ, ਪਰ ਇਹ ਕਿਉਂਕਿ ਹੁਣ ਵੱਖਰਾ ਵਿਸ਼ਾ ਤੇ ਹੈ ਵੀ ਵਿਸ਼ਾ ਉੱਥੋਂ ਦੇ ਨਾਲ ਰਿਲੇਟਡ, ਗੱਲ ਤੇ ਔਖੀ ਜਾਪਦੀ। ਦੇਖੋ ਸੰਧਾਲੀਆ ਸਾਹਿਬ, ਗੰਨੇ ਦਾ ਮੁੱਦਾ ਯੂਪੀ 'ਚ ਵੀ ਭਖਦਾ, ਹਰਿਆਣੇ 'ਚ ਵੀ, ਪੰਜਾਬ 'ਚ ਵੀ, ਕਿਉਂਕਿ ਮਿੱਲਾਂ ਦੋ ਤਰ੍ਹਾਂ ਦੀਆਂ, ਇੱਕ ਕੋਆਪਰੇਟਿਵ ਇੱਕ ਪ੍ਰਾਈਵੇਟ। ਹੁਣ ਸਰਕਾਰ ਕਹਿੰਦੀ ਜੀ ਕੋਆਪਰੇਟਿਵ ਮਿੱਲਾਂ ਦੇ ਪੈਸੇ ਅਸੀਂ ਇੱਦਾਂ ਦੇ ਦੇਣੇ ਆ, ਪ੍ਰਾਈਵੇਟ ਤੋਂ ਦਵਾਉਣੇ ਆ, ਕਿਉਂਕਿ ਹੈ ਤਾਂ ਸਰਕਾਰ ਦੇ ਅਧੀਨ ਹੈ। ਹਰ ਵਾਰੀ ਕਿਸਾਨ ਕਦੇ ਰੇਲਾਂ ਰੋਕ, ਕਦੇ ਆਹ ਰੋਕ। ਦੇਖੋ ਆਪਦੀ ਫਸਲ ਬੀਜੀ ਆ, ਫਸਲ ਦੇ ਪੈਸੇ ਮੰਗਦੇ ਆ, ਕੋਈ ਭੀਖ ਨਹੀਂ ਮੰਗਦੇ। ਪਹਿਲੀ ਗੱਲ ਇਸ ਮਿੱਲ ਦਾ ਰਫੜ ਸਭ ਤੋਂ ਵੱਡਾ ਇਹ ਹੈ ਕਿ 72 ਕਰੋੜ ਦਾ ਕੱਲੀ ਦਾ
ਤੇ ਪਿਛਲੇ ਦਿਨੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਇਹਦੇ ਮਾਲਕ ਯੂਕੇ ਭੱਜ ਗਏ ਆ ਤੇ ਅਸੀਂ ਮਿਲ ਵੇਚ ਦੇਣੀ ਆ। ਮਿਲ ਦੀ ਪ੍ਰਾਪਰਟੀ ਜਿਹੜੀ ਆ ਉਹਨਾਂ ਨੇ ਐਲਾਨ ਕਰਤਾ ਸੀ ਕਿ ਸਾਰੇ ਡੀਸੀ ਸਾਹਿਬ ਦੱਸੋ ਪ੍ਰਾਪਰਟੀ ਕਿੰਨੀ ਆਪਾਂ ਵੇਚ ਦਈਏ। ਕਿਸਾਨ ਧਿਰਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ 7 ਸਤੰਬਰ ਤੱਕ ਨਿਬੇੜ ਦਿਆਂਗੇ ਪੈਸੇ, 100 ਕਰੋੜ ਇੱਕ ਵਾਰੀ, 100 ਕਰੋੜ ਇੱਕ ਵਾਰੀ, 100 ਕਰੋੜ ਸਾਰੇ ਪੰਜਾਬ ਦੀ ਗੱਲ ਕਰਦਾ। ਉਹਦਾ 100 ਕਰੋੜ ਮੁੱਖ ਮੰਤਰੀ ਹੋਰਾਂ ਨੇ ਜਾਰੀ ਕਰਤਾ, ਠੀਕ ਹੈ, ਪਰ ਇਧਰਲੇ ਪਾਸੇ ਫਗਵਾੜੇ 'ਚ ਕਿਉਂਕਿ ਕੱਲੀ ਦਾ 72 ਕਰੋੜ ਸੀ, ਉਹਦਾ ਰੇੜਕਾ ਪੈ ਗਿਆ। ਕਿਸਾਨ ਜਥੇਬੰਦੀਆਂ ਸੜਕ ਦੇ ਮੂਹਰੇ ਬਹਿ ਗਈਆਂ ਕਿ ਆ ਦਿੱਲੀ ਨੂੰ ਸੜਕ ਜਾਂਦੀ ਆ, ਇੱਕ ਪਾਸਾ ਅਸੀਂ ਰੋਕ ਦਿੱਤਾ, ਰੱਖੜੀ ਤੱਕ ਪੈਸੇ ਟੱਕੇ ਦਾ ਪ੍ਰਬੰਧ ਕਰ ਦਿਓ, ਨਹੀਂ ਤਾਂ ਔਖਾ। ਮੀਟਿੰਗਾਂ ਹੁੰਦੀਆਂ ਸੀ। ਕਿਸਾਨ ਜਥੇਬੰਦੀਆਂ ਨੂੰ ਲੱਗਦਾ ਕੀ ਸੀ, ਉਹ ਕਹਿੰਦੇ ਜੀ ਮਿਲ ਦੀ ਇੱਕ ਪ੍ਰਾਪਰਟੀ ਹੈ, ਉਹ ਵਿਕ ਚੱਲੀ ਸੀ, ਸਰਕਾਰ ਨੇ ਰੋਕ ਲਵਾਤੀ। ਸਰਕਾਰ ਹੁਣ ਕਹਿੰਦੀ ਜੀ ਅਸੀਂ ਰੋਕ ਵਾਪਸ ਲੈ ਲਈ ਆ ਕਿ ਉਹਦੇ ਵਿੱਚੋਂ ਥੋੜੇ ਪੈਸੇ ਬਣਨੇ ਆ, ਬਾਕੀ ਵੀ ਪੈਸੇ ਤੁਹਾਡੇ ਦੇਣੇ ਆ। ਮੰਤਰੀਆਂ ਨਾਲ ਮੀਟਿੰਗਾਂ ਹੁੰਦੀਆਂ। ਉਧਰੋਂ ਮਿਲ ਦੇ ਮਾਲਕਾਂ ਦਾ ਵੀ ਸੁਨੇਹਾ ਆ ਗਿਆ ਹੁਣ। ਉਹ ਕਹਿੰਦੇ ਜੀ ਗਲਤ ਗੱਲ ਆ, ਅਸੀਂ ਕਿਤੇ ਨਹੀਂ ਭੱਜੇ, ਅਸੀਂ ਵੀ ਦੁਖੀ ਆ ਬਹੁਤ ਕਿ ਕਿਸਾਨਾਂ ਦੇ ਪੈਸੇ ਨਹੀਂ ਦਿੱਤੇ ਜਾ ਸਕੇ, ਉਹਦੇ ਵਿੱਚ ਸਰਕਾਰ ਵੀ ਵੱਡਾ ਅੜਿੱਕਾ, ਕਈ ਕੁਛ ਉਹਨਾਂ ਨੇ ਕਿਹਾ। ਹੁਣ ਕੌਣ ਸੱਚਾ ਕੌਣ ਝੂਠਾ, ਪਿਸ ਕੌਣ ਰਿਹਾ ਕਿਸਾਨ? ਜੇ ਕਿਸੇ ਆਮ ਬੰਦੇ ਨੂੰ ਲੱਗਦਾ ਨਾ ਯਾਰ ਇਹ ਸੜਕ ਤੇ ਬਹਿੰਦੇ ਸਾਨੂੰ ਤੰਗ ਕਰਦੇ ਆ, ਤੁਹਾਡੀ ਦੁਕਾਨ ਹੋਵੇ, ਤੁਹਾਡੀ ਦੁਕਾਨ ਤੋਂ ਕੋਈ ਸੌਦਾ ਲੈ ਜਾ ਤੁਹਾਨੂੰ ਪੈਸੇ ਹੀ ਨਾ ਦੇਵੇ, ਤੁਸੀਂ ਵੀ ਅਗਲੇ ਦੇ ਘਰ ਜਾ ਕੇ ਬੈਠੋਗੇ, ਕੇਸ ਕੂਸ ਕਰੋਗੇ। ਕਿਸਾਨਾਂ ਦੇ ਕੋਲੇ ਹੋਰ ਕੋਈ ਹੈ ਹੀ ਨਹੀਂ। ਹੁਣ ਪ੍ਰਗਟ ਸਿੰਘ ਹੋਰੀ ਵੀ ਉੱਥੇ ਗਏ, ਬਲਵਿੰਦਰ ਸਿੰਘ ਹੋਰੀ ਫਗਵਾੜੇ ਦੇ ਐਮਐਲਏ ਨੇ, ਉਹ ਵੀ ਗਏ ਢਾਲੀਵਾਲ ਸਾਹਿਬ, ਤੇ ਨਾਲ ਹੀ ਬਲਵੀਰ ਸਿੰਘ ਰਾਜੇਵਾਲ ਸਾਹਿਬ ਵੀ ਪਹੁੰਚ ਗਏ, ਕਿਉਂਕਿ ਕਈ ਤਰ੍ਹਾਂ ਦੇ ਮਤਭੇਦ ਵੀ ਸੀਗੇ ਕਿਸਾਨ ਜਥੇਬੰਦੀਆਂ 'ਚ। ਉੱਥੇ ਰਾਜੇਵਾਲ ਸਾਹਿਬ ਕਹਿੰਦੇ ਜੀ ਪਹਿਲੀ ਗੱਲ ਮਤਭੇਦ ਕੋਈ ਨਹੀਂ, ਕਿਸਾਨਾਂ ਦੇ ਮਸਲਿਆਂ ਤੇ ਅਸੀਂ ਸਾਰੇ ਇਕੱਠੇ ਹਾਂ। ਦੂਸਰੀ ਗੱਲ ਉਹ ਕਹਿੰਦੇ ਕਿਸਾਨ ਅਸੀਂ ਤਾਂ ਇਹ ਵੀ ਕਹਿੰਦੇ ਆ ਕਿ ਮਿਲ ਵੇਚੋ ਹੀ ਨਾ, ਬੇਸ਼ੱਕ ਜੇ ਵੇਚਣੀ ਹੈ ਵੇਚ ਕੇ ਪੈਸੇ ਦੇ ਦਿਓ, ਨਹੀਂ ਤਾਂ ਮਿਲ ਤੁਸੀਂ ਆਪ ਚਲਾਓ। ਸਰਕਾਰ ਕੋਲ ਕਹਿੰਦੇ ਇੰਨੇ ਕੁ ਪੈਸੇ ਹੁੰਦੇ ਆ ਕਿ 72 ਕਰੋੜ ਰੁਪਈਆ ਕਿਸਾਨ ਦਾ ਦੇ ਸਕੇ, ਤਾਂ ਮਿਲ ਤੁਸੀਂ ਚਲਾਓ, ਕਿਉਂਕਿ ਗੰਨਾ ਤਾਂ ਫਿਰ ਬੀਜਿਆ, ਗੰਨਾ ਤਾਂ ਆਪਾਂ ਫਿਰ ਚੱਕਣਾ। ਜੇ ਮਿਲ ਵੇਚਦੇ ਆ ਗੰਨਾ ਵੇਚਣਾ ਕਿੱਥੇ ਆ? ਹੋਰ ਵੀ ਕਈ ਕੁਛ ਉਹਨਾਂ ਨੇ ਕਹਿ ਦਿੱਤਾ। ਹੁਣ ਸੰਧਾਲੀਆ ਸਾਹਿਬ ਦੇਖੋ, ਜੇ ਤਾਂ ਮਿਲ ਵੇਚ ਕੇ ਸਰਦਾ ਠੀਕ ਹੈ, ਜੇ ਮਿਲ ਚਲਾ ਕੇ ਸਰਦਾ ਤਾਂ ਚਲਾ ਕੇ ਵਧੀਆ। ਮੈਨੂੰ ਲੱਗਦਾ ਕਿ ਮਿਲ ਚਲਾ ਲਓ ਆਪ ਹੀ, ਉੱਥੇ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਹੁੰਦੀਆਂ। ਹਾਂ, ਪਰ ਕਿਸਾਨਾਂ ਨੇ ਇੱਕ ਹੋਰ ਕੰਮ ਕੀਤਾ। ਰੱਖੜੀ ਵਾਲੇ ਦਿਨ ਸ਼ਾਮ ਨੂੰ ਉਹਨਾਂ ਨੇ ਕਹਿਤਾ ਸੀ ਦੋਨੇ ਪਾਸੇ ਜਾਮ ਕਰ ਦਿਓ, ਕਰਤੇ, ਤੇ ਮੁੜ ਕੇ ਉਹਨਾਂ ਨੇ ਇੱਕ ਪਾਸਾ ਖੋਲਤਾ। ਉਹ ਕਹਿੰਦੇ ਜੀ ਦੇਖੋ ਸਰਕਾਰ ਨੇ ਨਹੀਂ ਕਿਹਾ, ਨਾ ਸਾਡੇ ਤੇ ਕੋਈ ਦਬਾਅ, ਅਸੀਂ ਦੇਖਿਆ ਲੋਕ ਤੰਗ ਹੁੰਦੇ ਆ ਵੀ ਅਸੀਂ ਤਾਂ ਲੋਕਾਂ ਦੇ ਲਈ ਤਾਂ ਧਰਨਾ ਲਾਏ, ਲੋਕ ਤੰਗ ਹੁੰਦੇ, ਕਹਿੰਦੇ ਇਹ ਖੋਲਤਾ, ਪਰ ਸੰਘਰਸ਼ ਸਾਡਾ ਤੇਜ਼ ਰਹੂਗਾ। ਹੁਣ ਦੇਖਦੇ ਹਾਂ ਕਹਾਣੀ ਕਿੱਧਰ ਨੂੰ ਜਾਂਦੀ ਹੈ। ਇੱਕ ਮੇਰਾ ਖਿਆਲ ਅੱਗੇ ਵੀ ਆਪਾਂ ਇੱਕ ਦਿਨ ਇੱਕ ਵਿਸ਼ੇ ਨੂੰ ਟੱਚ ਕੀਤਾ ਸੀ। ਉਹ ਵਿਸ਼ਾ ਇਹ ਆ ਵੀ ਜੇ ਮੰਨ ਲਓ ਆਪਾਂ ਨੂੰ ਲੱਗਦਾ ਵੀ ਯਾਰ ਗੰਨਾ ਵਾਧੂ, ਆਪਾਂ ਨੂੰ ਖੰਡ ਦੀ ਲੋੜ ਨਹੀਂ, ਡਾਕਟਰ ਵੀ ਕਹਿੰਦਾ ਨਾ ਖੰਡ ਨਹੀਂ ਖਾਣੀ, ਚਲੋ ਵੀ ਠੀਕ ਹੈ। ਜੇ ਤੁਹਾਨੂੰ ਲੱਗਦਾ ਵੀ ਖੰਡ ਫਾਲਤੂ ਅਤੇ ਇਹਦਾ ਕੋਈ ਨਾ ਕੋਈ ਹੱਲ ਚਾਹੀਦਾ। ਇੱਕ ਬੜੀ ਚਰਚਾ ਦਾ ਵਿਸ਼ਾ ਹੈ ਵੀ ਸ਼ਰਾਬ ਨੀਤੀ ਬਣਾਤੀ ਜੀ, ਸ਼ਰਾਬ ਬਣਦੀ ਜੇ ਤੋਂ ਬਣਦੀ ਉਹ ਤੋਂ ਬਣਦੀ ਹੈ ਨਾ। ਇੱਕ ਹੋਰ ਸ਼ਰਾਬ ਜਿਹਨੂੰ ਵਾਈਨ ਕਹਿੰਦੇ, ਵਾਈਨ ਅੰਗੂਰਾਂ ਤੋਂ ਬਣਦੀ, ਉਹ ਵੀ ਤਾਂ ਜ਼ਮੀਨ 'ਤੇ ਹੁੰਦਾ, ਅਤੇ ਬਣਾਉਣ ਵਾਲੇ ਵੀ ਬੰਦੇ ਉੱਥੇ ਲੱਭ ਜਾਣਗੇ, ਜਾਂ ਜਿਨ੍ਹਾਂ ਨੂੰ ਜੇ ਸਿਖਾਉਣਾ ਜਾਂ ਜਿਨ੍ਹਾਂ ਨੇ ਮੰਨ ਲਓ ਵਾਈਨਰੀ ਲਾਉਣੀ ਉਹ ਵੀ ਲੱਭ ਜਾਣਗੇ। ਜੇ ਆਪਾਂ ਨੂੰ ਲੱਗਦਾ ਵੀ ਹੁਣ ਯਾਰ ਗੰਨੇ ਦਾ ਕੰਮ ਲੰਘ ਗਿਆ, ਹੁਣ ਖੰਡ ਦੀ ਲੋੜ ਨਹੀਂ ਰਹੀ, ਹੁਣ ਜੀ ਫਸਲੀ ਵਿਭਿੰਨਤਾ ਦੀ ਲੋੜ ਹੈ, ਅਤੇ ਅੰਗੂਰ ਕਿਹੜਾ ਹੁੰਦਾ ਨਹੀਂ ਪੰਜਾਬ 'ਚ ਵੀ ਜੇ ਤੁਸੀਂ ਮੰਨ ਲਓ ਇੰਨੇ ਸਾਲਾਂ ਬਾਅਦ ਆਪਣਾ ਰੇੜਕਾ ਹੀ ਪੈ ਗਿਆ। ਹੁਣ ਇਹ ਤਾਂ ਉਹ ਗੱਲ ਚੱਲਦੀ ਵੀ ਐਤਕੀ ਤੁਸੀਂ ਦੇਖੋ ਖੇਤੀ ਮੁੱਦਾ ਇੱਕ ਦਿਨ ਬੰਦਾ ਪੁੱਛਦਾ ਯਾਰ ਅਚਾਨਕ ਖੇਤੀ ਇੰਨੀ ਮਤਲਬ ਸਾਹਮਣੇ ਕਿਉਂ ਆ ਗਿਆ, ਇਹਦੇ 'ਚ ਆ ਵੀ ਮੁੱਦਾ, ਇਹਦੇ 'ਚ ਆ ਵੀ ਮੁੱਦਾ। ਮੈਂ ਕਿਹਾ ਜੀ ਗੱਲ ਉੱਦਾਂ ਵੀ ਉਹ ਗੱਲ ਹੋ ਗਈ ਵੀ ਇੱਕ ਬੰਦੇ ਨੂੰ ਤੁਸੀਂ ਧੱਕਾ ਮਾਰਿਆ, ਥੋੜ੍ਹਾ ਪਿਛਾਂਹ ਹੋ ਗਿਆ, ਫੇਰ ਮਾਰਿਆ ਹੋਰ ਪਿਛਾਂਹ ਹੋ ਗਿਆ, ਫੇਰ ਮਾਰਿਆ ਹੋਰ ਪਿਛਾਂਹ ਹੋ ਗਿਆ, ਹੁਣ ਮਗਰ ਆ ਗਈ ਕੰਧ, ਉਹਨੇ ਹੁਣ ਇੱਟਾ ਚੱਕ ਲਿਆ, ਉਹਨੇ ਇੱਟਾ ਚੱਕ ਲਿਆ। ਉਹ ਕਹਿੰਦਾ ਵੀ ਵੀਰ ਇਹ ਤੋਂ ਬਾਅਦ ਮੇਰੇ 'ਚ ਕੋਈ ਵਾਹ ਨਹੀਂ ਹੈਗੀ। ਹੁਣ ਤੁਸੀਂ ਦੇਖੋ ਵੀ 72 ਕਰੋੜ ਰੁਪਈਆ ਜੇ ਇੱਕ ਮਿਲਦਾ ਉਹਨਾਂ ਲੋਕਾਂ ਦਾ ਦੇਣ ਵਾਲਾ, ਹੁਣ ਉਹ ਕਰੋੜ ਰੁਪਈਆ ਇਹ ਤਾਂ ਹੈ ਨਹੀਂ ਵੀ 72 ਜਾਣਿਆਂ ਦਾ ਕਰੋੜ ਦੇਣਾ, ਕਿੰਨੇ ਨੇ ਜਿਨ੍ਹਾਂ ਦਾ ਪਤਾ ਨਹੀਂ ਕਿੰਨੇ ਹੋਣੇ ਆ, ਅਤੇ ਉਹਨਾਂ ਦਾ ਕਦੋਂ ਦਾ ਹਿਸਾਬ ਕਿੱਥੇ ਨਹੀਂ ਰਲਦਾ ਹੋਣਾ। ਮੈਂ ਨਾ ਫਿਰ ਵੀ ਤਗੜੇ ਨੇ ਬੰਦੇ ਵੀ ਉਹ ਹਿਸਾਬ ਕਿਤਾਬ ਨਹੀਂ ਲਾ ਕੇ ਪੈਂਦੇ। ਜੇ ਕਿਤੇ ਹਿਸਾਬ ਕਿਤਾਬ ਕਾਪੀ 'ਤੇ ਲਿਖਿਆ ਹੋਵੇ ਅਤੇ ਉੱਥੇ ਨਾਲ ਸ਼ਾਹੂਕਾਰ ਦਾ ਵਿਆਜ ਲਿਖਿਆ ਹੋਵੇ ਵੀ ਯਾਰ ਇੰਨੇ ਆਪਾਂ ਇੱਧਰੋਂ ਲੈਣੇ ਸੀ, ਇਹਨਾਂ ਆਪਾਂ ਨੂੰ ਦਿੱਤੇ ਨਹੀਂ, ਇੰਨਾ ਆਪਾਂ ਉਦੋਂ ਸ਼ਾਹੂਕਾਰ ਤੋਂ ਲੈ ਲਿਆ, ਇੰਨਾ ਆਪਾਂ ਲਿਮਟ ਚੱਕ ਲਈ, ਇੰਨਾ ਆਪਾਂ ਵਿਆਜ ਚੱਕ ਲਿਆ, ਉਹ ਤੇਰਾ ਭਲਾ ਜੇ ਇੰਨੇ ਚਿਰ ਦੇ ਵਿੱਚ ਐਦੋਂ ਬਾਅਦ ਤੇ ਆਪਾਂ ਵਿਆਜ ਹੀ ਦੇ ਚੁੱਕੇ ਹਾਂ, ਅਤੇ ਜਿੰਨੇ ਕਿ ਆਪਣੇ ਪੈਸੇ ਉੱਧਰ ਮਰੇ ਸੀ। ਜੇ ਉਹ ਇਹ ਹਿਸਾਬ ਕਰਨ 'ਤੇ ਆ ਜਾਣ ਤਾਂ ਫਿਰ ਰੌਲਾ ਹੋਰ ਪੈ ਜੇ। ਮੈਨੂੰ ਐਂ ਲੱਗਦਾ ਵੀ ਜੇ ਖੇਤੀ ਦੇ ਵਿੱਚ ਉਦੋਂ ਦੀਆਂ ਚੋਰ ਮੋਰੀਆਂ ਸੀ, ਹਰੇਕ ਦਾ ਦਾਅ ਲੱਗਦਾ ਰਿਹਾ, ਹੁਣ ਉਹ ਗੱਲ ਉਹਦੀ ਤੋਕੜ ਮੱਝ ਵਾਲੀ ਹੋ ਗਈ ਵੀ ਦੁੱਧ ਹੈ ਨਹੀਂ, ਅਤੇ ਜੇ ਖੇਤੀ 'ਚ ਹੁਣ ਲੱਭਦਾ ਵੀ ਤੋਕੜ ਮੱਝਾਂ ਨੂੰ ਦੁੱਧ ਹੈ ਨਹੀਂ, ਅਤੇ ਫਿਰ ਆਪਾਂ ਹੋਰ ਸੋਚ ਲਈਏ ਕੋਈ, ਜਾਂ ਤਾਂ ਮੱਝ ਹੋਰ ਲੈ ਆਈਏ, ਕਿਉਂਕਿ ਇਹ ਤਾਂ ਹੋ ਨਹੀਂ ਸਕਦਾ ਵੀ ਡੰਡੇ ਮਾਰ ਕੇ ਇਹੋ ਹੀ ਚੋਣੀ ਭਾਈ, ਜੇ ਨਹੀਂ ਦੁੱਧ ਹੈਗਾ ਤਾਂ ਤਾਂ ਵੀ ਦੇਵੇ। ਸੋ ਮੈਂ ਸੋਚਦਾ ਵੀ ਜੇ ਇਹੋ ਜਿਹੀ ਚੀਜ਼ ਹੋ ਸਕਦੀ ਆ ਵੀ ਜੇ ਪੰਜਾਬ ਦੀ ਧਰਤੀ 'ਤੇ ਫਸਲੀ ਵਿਭਿੰਨਤਾ ਹੋ ਸਕਦੀ, ਅਤੇ ਯਾਰ ਕੋਈ ਅੰਗੂਰਾਂ ਵਾਲੀ ਖੇਤੀ ਕਰਕੇ ਵੇਖ ਲਓ। ਦੇਖੋ ਰਾਏ ਤੁਹਾਡੀ ਠੀਕ ਹੈ, ਉਧਰਲੇ ਪਾਸੇ ਧਿਆਨ ਕੋਈ ਦਿੰਦਾ ਕਿ ਨਹੀਂ ਦਿੰਦਾ ਇਹ ਪਤਾ ਨਹੀਂ। ਬਾਕੀ ਸੰਧਾਲੀਆ ਸਾਹਿਬ ਕਿਸੇ ਨੂੰ ਭੁਲੇਖਾ ਨਾ ਹੋਵੇ ਕਿ ਸ਼ਾਇਦ 15 ਕੁ ਦਿਨ ਪਹਿਲਾਂ ਪੈਸੇ ਦੇਣੇ ਸੀ ਜਿਹੜੇ ਮਿਲੇ ਨਹੀਂ ਨਾ। ਪਿਛਲੇ ਸਾਲ ਜਦੋਂ ਅਜੇ ਸਰਕਾਰ ਵੀ ਨਹੀਂ ਸੀ ਬਦਲੀ, ਜਦੋਂ ਅਜੇ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਪ੍ਰਚਾਰ ਚੱਲਦਾ ਸੀ, ਨਵੰਬਰ ਦੀਆਂ ਮਿਲਾਂ ਚੱਲੀਆਂ, ਯਾਨੀ ਜਿਹੜੇ ਕਿਸਾਨ ਨੇ 2020 'ਚ ਗੰਨਾ ਬੀਜਿਆ ਸੀ 2 ਸਾਲ ਪਹਿਲਾਂ,
ਉਹਨੇ ਨਵੰਬਰ ਮਹੀਨੇ ਦੇ ਵਿੱਚ ਗੰਨਾ ਛਿੱਲਿਆ ਸਾਰਾ ਸਾਲ ਸਾਂਭ ਕੇ। ਉਹਨੇ 2020 ਦੇ ਐਂਡ 'ਚ ਗੰਨਾ ਬੀਜਤਾ, ਉਹਨੂੰ ਨਹੀਂ 2020 ਤੋਂ ਕੋਈ ਪੈਸਾ ਆਇਆ। 2021 ਦੀ ਨਵੰਬਰ ਜਾਂ ਦਸੰਬਰ ਮਹੀਨੇ ਦੇ ਵਿੱਚ ਉਹਨੇ ਗੰਨਾ ਛਿੱਲਿਆ, ਉਹਨੇ ਭਾਰੇ ਬੰਨੇ, ਉਹਨੇ ਟਰਾਲੀ ਟਰੱਕ ਤੇ ਲੱਦਿਆ ਤੇ ਉਹ ਮਿੱਲ 'ਚ ਲੈ ਆਇਆ। ਨਵੰਬਰ, ਦਸੰਬਰ, ਜਨਵਰੀ, ਫਰਵਰੀ, ਆਪਾਂ ਦਸੰਬਰ ਵਾਲਾ ਮਹੀਨਾ ਲਾ ਲੈਂਦੇ ਹਾਂ। ਹੁਣ 1 ਸਾਲ ਪਹਿਲਾਂ ਖੇਤ ਉਹਦਾ ਬਿਜ਼ੀ ਰਿਹਾ, ਉਹਨੇ ਇਨਵੈਸਟਮੈਂਟ ਕੀਤੀ। ਦਸੰਬਰ 'ਚ ਉਹਨੇ ਫਸਲ ਵੇਚ ਦਿੱਤੀ ਕਿ ਭਾਈ ਹੁਣ ਪੈਸੇ ਆ ਜਾਣਗੇ, ਮੈਂ ਪਿਛਲਿਆਂ ਦਾ ਹਿਸਾਬ ਕਰ ਦੂੰ, ਮੈਂ ਅਗਲੀ ਫਸਲ ਬੀਜ ਦੂੰ। ਆਮ ਹੀ ਹੁੰਦਾ ਜੀ, 4 ਮਹੀਨੇ ਹੋ ਗਿਆ ਤਨਖਾਹ ਨਹੀਂ ਮਿਲੀ, 6 ਮਹੀਨੇ ਹੋ ਗਿਆ ਤਨਖਾਹ ਨਹੀਂ ਮਿਲੀ। ਇਹਨਾਂ ਨੂੰ ਦਸੰਬਰ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, 9 ਤੋਂ 10 ਮਹੀਨੇ ਹੋ ਗਏ। ਸਾਲ ਪਹਿਲਾਂ ਵਿੱਚ ਪਾ ਲਓ, ਉਸ ਹਿਸਾਬ ਨਾਲ 22 ਮਹੀਨੇ ਹੋ ਗਏ। 1 ਟਕਾ ਨਹੀਂ ਕਿਸਾਨ ਦੇ ਹੱਥ ਆਇਆ। ਉਹ ਅਗਲੀ ਫਸਲ ਕਿੱਥੋਂ ਬੀਜੂਗਾ? ਉਹਨੇ ਨਿਆਣੇ ਨਹੀਂ ਪਾਲਣੇ, ਉਹ ਢਿੱਡ ਨੂੰ ਗੰਢ ਮਾਰ ਕੇ ਸੌਂਦਾ, ਉਹਦੇ ਘਰੇ ਕੋਈ ਮਵਾਠ ਮਾਰ ਨਹੀਂ ਹੁੰਦਾ, ਉਹਨੇ ਕਿਸੇ ਦਿਨ ਸੋਤੇ ਨਹੀਂ ਜਾਣਾ, ਉਹਨੇ ਸਿਆਲਾਂ ਨੂੰ ਕੋਟੀ ਨਹੀਂ ਲੈਣੀ, ਉਹਨੇ ਗਰਮੀਆਂ ਨਿਆਣਿਆਂ ਨੂੰ ਝੱਗਾ ਨਹੀਂ ਲੈ ਕੇ ਦੇਣਾ। ਜਾਣੀ ਕਿ 22 ਮਹੀਨਿਆਂ ਤੋਂ ਜਿਹੜੇ ਕਿਸਾਨ ਦੇ ਕੋਲੇ 1 ਰੁਪਈਆ ਨਹੀਂ ਆਇਆ, ਹੁਣ ਸੜਕ ਤੇ ਨਾ ਬੈਠੇ ਤਾਂ ਹੋਰ ਕਿੱਥੇ ਜਾ ਕੇ ਬੈਠੇ? ਸਿੰਘਾਸਨ ਤੇ। ਇਹ ਗੱਲ ਹੈਗੀ। ਦੇਖੋ, ਆਪਾਂ ਤਾਂ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਵਿਸ਼ਾ, ਕਿਉਂਕਿ ਬਹੁਤ ਸਾਰੇ ਮੈਸੇजेस ਆਉਂਦੇ ਨੇ ਵੀ ਯਾਰ ਇਦਾਂ ਕਿੱਦਾਂ, ਇਹ ਕਿਸਾਨ ਤਾਂ ਦੂਜੇ ਦਿਨ ਬਹਿ ਜਾਂਦੇ। ਹੁਣ ਗੱਲ ਇਹ ਆ ਵੀ ਉੱਥੇ ਕਿਹੜਾ ਕਿਸੇ ਦਾ ਬਹਿਣ ਨੂੰ ਜੀ ਕਰਦਾ। ਰਿਸੈਪਸ਼ਨ ਦਾ ਕਾਰਡ ਤਾਂ ਐ ਨਹੀਂ ਵੀ ਭਾਜੀ ਆਇਓ ਤੇ ਫਗਵਾੜੇ ਨਾ ਬਿਲਕੁਲ ਸੜਕ ਦੇ ਸਾਹਮਣੇ ਬਹਿਣਾ ਆਪਾਂ 2-3 ਘੰਟੇ, ਹੈ ਨਾ? ਇਹੋ ਜਿਹੀ ਤਾਂ ਗੱਲ ਹੈ ਨਹੀਂ। ਮਾਰੀ ਦੇ ਬਹਿੰਦਾ ਜਿਹੜਾ ਬੰਦਾ ਵਿਚਾਰਾ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਵੀ ਜੇ ਪਿਛਲੇ ਦਿਨੀ ਜਿਹੜੀ ਉਹ ਨੀਤੀ ਆਯੋਗ ਵਾਲੀ ਮੀਟਿੰਗ ਹੋਈ ਸੀ, ਉਹਦੇ ਵਿੱਚ ਵੀ ਖੇਤੀ ਵਿਭਿੰਨਤਾ ਦੀ ਗੱਲ ਚੱਲੀ ਸੀ ਵੀ ਨਵਾਂ ਕੀ ਕਰ ਸਕਦੇ। ਪੰਜਾਬ ਸਰਕਾਰ ਵੀ ਕਹਿੰਦੀ ਵੀ ਖੇਤੀ ਵਿਭਿੰਨਤਾ ਵਾਲੇ ਪਾਸੇ ਆਉਣਾ। ਪਿਛਲੇ ਦਿਨੀ ਖੇਤੀ ਮੰਤਰੀ ਤੋਮਰ ਸਾਹਿਬ ਕਹਿੰਦੇ ਸੀ ਵੀ ਆਪਾਂ ਖੇਤੀ ਵਿਭਿੰਨਤਾ ਵਾਲੇ ਪਾਸੇ ਆਈਏ। ਖੇਤੀ ਵਿਭਿੰਨਤਾ ਵਾਲੇ ਪਾਸੇ ਆਉਣਾ ਤੇ ਜ਼ਰੂਰ ਇਹੋ ਜਿਹਾ ਵੀ ਸੋਚ ਲੈਣਾ ਚਾਹੀਦਾ ਵੀ ਯਾਰ ਉਹ ਧਰਤੀ, ਉਹ ਮਿੱਟੀ, ਉਹ ਜ਼ਮੀਨ, ਉਹਦੇ ਜੇ ਸਾਰਾ ਕੁਝ ਹੋ ਸਕਦਾ ਤੇ ਫਿਰ ਆਪਾਂ ਨੂੰ ਇਹ ਵੀ ਸੋਚ ਲੈਣਾ ਚਾਹੀਦਾ ਵੀ ਯਾਰ ਉਹ ਫਸਲਾਂ ਜਿਹੜੀਆਂ ਕਿ ਹੁਣ ਜਾਪਦਾ ਆਪਾਂ ਨੂੰ ਵੀ ਯਾਰ ਸਾਡਾ ਹੋਰਨਾਂ ਥਾਵਾਂ ਤੋਂ ਸੌਖਾ ਸਰਦਾ ਤੇ ਬਾਕੀ ਹੋਰ ਕੈਸ਼ ਕ੍ਰੌਪਸ ਹੋ ਸਕਦੀਆਂ, ਇਹ ਸ਼ਬਦ ਵਰਤੇ ਹਨ, ਤੇ ਕੈਸ਼ ਕ੍ਰੌਪ ਵਾਲੇ ਪਾਸੇ ਯਾਰ ਲੋਕਾਂ ਨੂੰ ਲਾ ਦਿਓ। ਇੱਥੇ ਕਿਹੜਾ ਕਿਸੇ ਨੂੰ ਬੀਜਣਾ ਨਹੀਂ ਆਉਂਦਾ, ਇਹਨਾਂ ਨੂੰ ਧਨੀਆ ਨਹੀਂ ਬੀਜਣਾ ਆਉਂਦਾ, ਇਹਨਾਂ ਨੂੰ ਅੰਗੂਰ ਨਹੀਂ ਲਾਉਣੇ ਆਉਂਦੇ, ਸਾਰਾ ਕੁਝ ਬੀਜ ਲੈਂਦੇ ਆ। ਫਰਕ ਸਿਰਫ ਇੰਨਾ ਹੈਗਾ ਵੀ ਤੁਸੀਂ ਉੱਪਰੋਂ ਥੋੜ੍ਹੀ ਜਿਹੀ ਨੀਤੀ ਸਾਫ਼ ਰੱਖੋ। ਇਹ ਨਾ ਹੋਵੇ ਵੀ ਅਗਲਾ ਕਹਿੰਦਾ ਨਹੀਂ ਇਸੇ ਤੇ ਰੱਖ, ਕਿਉਂ ਇੰਨੇ ਦੀ ਖਾਦ ਲੱਗ ਜਾਣੀ, ਇੰਨੇ ਦੀ ਦਵਾਈ ਵਿਕ ਜਾਣੀ। ਤੁਸੀਂ ਇੱਕ ਸ਼ਬਦ ਵਿੱਚੋਂ ਭੁੱਲ ਜਾਂਦੇ, ਨੀਤੀ ਤੇ ਨੀਤ ਸਾਫ਼ ਰੱਖੋ। ਨਹੀਂ, ਨੀਤ ਤੇ ਸਾਫ਼ ਹੈ, ਸੇਵਾ ਤੇ ਕਰਨ ਡਿਆ, ਹੋਰ ਕੀ ਕਰੀਏ? ਮਤਲਬ ਹੁਣ ਸੇਵਾ ਕਰਨ ਵਾਲੇ ਲੋਕਾਂ ਦੀ ਨੀਤ ਤੁਹਾਨੂੰ ਸਾਫ਼ ਨਹੀਂ ਲੱਗਦੀ? ਮੈਂ ਵੈਸੇ ਸੰਧਾਲੀਆ ਸਾਹਿਬ 5-5 ਸਾਲ ਨਿਆਣਿਆਂ ਤੋਂ ਦੂਰ ਰਹਿ ਕੇ ਅਸੀਂ ਸੇਵਾ ਕਰਦੇ, ਤੁਹਾਨੂੰ ਸਾਡੀ ਨੀਤ ਤੇ ਸ਼ੱਕ ਆ? ਨਹੀਂ, ਨੀਤ ਤੇ ਕੋਈ ਸ਼ੱਕ ਨਹੀਂ, ਕਿਉਂਕਿ ਸਾਨੂੰ ਪਤਾ ਆ। ਨੀਤ ਤੇ ਕਾਹਦੀ ਸ਼ੱਕ ਕਰੀਏ ਜਦ ਪਤਾ ਹੀ ਆ। ਅੱਛਾ ਬਾਬਾ ਜੀ, ਇੱਦਾਂ ਆ ਸੰਧਾਲੀਆ ਸਾਹਿਬ, ਗੱਲ ਕਹਾਣੀ ਥੋੜ੍ਹੀ ਜਿਹੀ ਨਾ ਉਲਝ ਜਾਣੀ ਹੈ। ਚੰਡੀਗੜ੍ਹ ਦੇ ਵਿੱਚ ਕੰਮ ਹੋ ਗਿਆ, ਕਹਿੰਦੇ ਪੰਜਾਬ 'ਚ ਹੋ ਜੂ ਸ਼ਾਇਦ। ਚੰਡੀਗੜ੍ਹ ਦੇ ਵਿੱਚ ਕਿਉਂਕਿ ਹਾਈ ਕੋਰਟ, ਮਾਣਯੋਗ ਹਾਈ ਕੋਰਟ ਤਾਂ ਪਹਿਲਾਂ ਹੀ ਕਹਿ ਚੁੱਕੀ ਆ ਕਿ ਉੱਚੀ ਆਵਾਜ਼ ਦੇ ਵਿੱਚ ਤੁਸੀਂ ਸਪੀਕਰ ਨਾ ਵਜਾਓ, ਐਵੇਂ ਆਂਢੀਆਂ ਗੁਆਂਢੀਆਂ ਦਾ ਸਿਰ ਨਾ ਖਾਓ। ਇੱਕ ਸੀਮਤ ਮਾਤਰਾ ਦੇ ਵਿੱਚ ਤੁਸੀਂ ਆਵਾਜ਼ ਉੱਚੀ ਕਰ ਸਕਦੇ ਹੋ, ਸੀਮਤ ਸਮੇਂ ਦੇ ਲਈ ਤੁਸੀਂ ਗਿੱਧੇ ਭੰਗੜੇ ਪਾਉਣੇ ਆ, ਕੁਛ ਵੀ ਕਰਨਾ। ਫਿਰ ਕੋਈ ਹਟਦਾ, ਕਹਿੰਦੇ ਇੱਥੇ ਕਿਹੜਾ ਪੁੱਛਦਾ, ਸਾਡੀ ਫਲਾਣੇ ਤੱਕ ਪਹੁੰਚ ਹੈ। ਚੰਡੀਗੜ੍ਹ ਦੇ ਵਿੱਚ ਇੱਕ ਕਲੱਬ ਵਾਲੇ ਡਮ ਉੱਚੀ ਅਗਲਿਆਂ ਨੇ ਹਾਈ ਕੋਰਟ ਦੇ ਗੁਆਂਢੀਆਂ ਨੇ ਕਿਹਾ ਜੀ ਅਸੀਂ ਤੰਗ ਬੜੇ ਆ ਵੀ, ਯਾਨੀ ਚੰਡੀਗੜ੍ਹ ਦੇ ਵਿੱਚ ਰਹਿ ਕੇ ਵੀ ਸਾਨੂੰ ਜੇ ਆਰਾਮ ਨਹੀਂ। ਪ੍ਰਸ਼ਾਸਨ ਆਇਆ, ਉਹਨਾਂ ਨੇ ਜੋ ਉਹਨਾਂ ਦੇ ਬਾਜੇ ਬੂਜੇ ਸੀ, ਜੋ ਸਪੀਕਰ ਸਾਰੇ ਚੱਕ ਕੇ ਲੱਦ ਲਏ ਤੇ ਸੀਲ ਕਲੱਬ। ਨਾਲ ਹੀ ਬਾਕੀ 3 ਉਹਨੂੰ ਕਹਿਤਾ ਵੀ ਤੁਹਾਡੀਆਂ ਵੀ ਸ਼ਿਕਾਇਤਾਂ ਆਈਆਂ, ਸਿੱਧੇ ਹੋ ਜਾਓ, ਨਹੀਂ ਤਾਂ ਪੁੱਠੇ ਢੰਗ ਦਿਆਂਗੇ। ਹੁਣ ਸੰਧਾਲੀਆ ਸਾਹਿਬ, ਆਪਣੇ ਵੀ ਇਹ ਸਮੱਸਿਆ ਤਾਂ ਆਉਂਦੀ ਹੈ। ਇਹ ਬੜਾ ਜ਼ਰੂਰੀ ਹੈ ਯਾਰ, ਇਹ ਚੰਡੀਗੜ੍ਹ ਪੰਜਾਬ ਦਾ ਹੋਣਾ ਚਾਹੀਦਾ। ਉਹ ਨਹੀਂ ਫਿਰ ਆਹ ਕੋਈ ਗੱਲ ਥੋੜਾ ਵੀ ਮਤਲਬ ਦਾ ਸਮਾਨ ਚੱਕ ਕੇ ਲੈ ਜਾਓ। ਹਾਂ ਵੀ ਨਹੀਂ ਵੀ ਕਲੱਬ ਹੁਣ ਜਿਹਨੇ ਬਣਾਇਆ, ਹੁਣ ਤੁਸੀਂ ਬਣਾ ਕੇ ਖਾਓ ਮੈਨੂੰ ਕਲੱਬ। ਤੁਹਾਡੇ ਕੋਲੋਂ 4 ਕਨਾਤਾਂ ਲੱਗਦੀਆਂ, ਮੁੜ ਕੇ ਉਹ 6 ਮਹੀਨੇ ਗੇੜੇ ਮਾਰਦਾ ਟੈਂਟ ਵਾਲਾ। ਲੱਗਦੀਆਂ ਨਹੀਂ, ਜਾਣੀ ਜੇ ਕੋਈ ਤੁਸੀਂ ਦੇ ਵੀ ਜਾਓ ਨਾ ਸਾਨੂੰ, ਮੇਰੇ ਤੋਂ ਤਾਂ ਵੀ ਨਹੀਂ ਲੱਗਣੀ। ਬਾਂਸ ਕਿੱਥੇ ਕੱਟ ਹੋਣੇ ਮੇਰੇ ਤੋਂ? ਮੈਂ ਤੇ ਪਹੁੰਚ ਦੀ ਗੱਲ ਕਰਦਾ ਵੀ ਬਾਅਦ 6 ਮਹੀਨੇ ਟੈਂਟ ਵਾਲਾ ਗੇੜੇ ਮਾਰਦਾ ਵੀ ਯਾਰ ਪੈਸੇ ਤੇ ਦੇ ਦਿਓ, ਤੁਹਾਡੇ ਤੰਬੂ ਲਾਇਆ ਹੈ ਨਾ, ਵੀ ਜਿਨ੍ਹਾਂ ਨੇ ਕਾਰੋਬਾਰ ਚਲਾਇਆ ਉਹਨਾਂ ਨੂੰ ਪਹੁੰਚ ਆ ਮਾਇਆਧਾਰੀ ਸਾਹਮਣੇ ਜੀ, ਉਹਨਾਂ ਦੇ ਵੀ ਵਾਜੇ ਚੁੱਕ ਕੇ ਲੈ ਜਾਣੇ ਆ। ਤੇ ਫੇਰ ਕੋਈ ਗੱਲ ਥੋੜਾ ਯਾਰ, ਇੱਕ ਸੰਧਾਲੀਆ ਹੋ ਜਾਣੇ ਪੰਜਾਬ 'ਚ ਹੋਵੇ ਕੋਈ ਕੰਮ। ਹੁਣ ਤਾਂ ਨਹੀਂ ਮੈਨੂੰ ਪਤਾ, ਚਲੋ ਪਹਿਲੇ ਸਾਲ ਮੈਂ ਤੇ ਗੱਲ ਕਰਦਾ। ਅਗਲਾ ਕਹਿੰਦਾ ਵੀ ਇੱਧਰੋਂ ਜਨਾਬ ਹੋਣੀ ਅੰਦਰ ਐਂਟਰ ਮਗਰੋਂ ਕਰਨ, ਉਧਰ ਕੰਨ ਨੂੰ ਫੋਨ ਲੱਗਾ ਹੋਵੇ, ਜਨਾਬ ਹੋਣੀ ਉਸੇ ਤਰ੍ਹਾਂ ਪੁੱਠੇ ਪੈਰੀਂ ਵਾਪਸ ਮੁੜ ਜਾਂਦੇ। ਕੋਈ ਅਗਲੀ ਰਾਂ ਕੰਪਲੇਂਟ ਨਾ ਕਰਿਓ, ਕੋਈ ਕਰ ਲਵਾਂਗੇ। ਆਹੋ, ਇੱਕ ਮੈਂ ਬੇਨਤੀ ਕਰਨੀ ਸੰਧਾਲੀਆ ਸਾਹਿਬ, ਬੀਬੀ ਜੋਤੀ ਨੂਰਾ, ਉਹ ਪਿਛਲੇ ਦਿਨ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਪਹਿਲੀ ਗੱਲ ਕਿ ਉਹ, ਕਿਉਂਕਿ ਸਾਨੂੰ ਇੰਨਾ ਤਾਂ ਨਹੀਂ ਪਤਾ ਕਿ ਸੰਗੀਤ ਦੀਆਂ ਡੂੰਘਾਈਆਂ, ਪਰ ਦੱਸਣ ਵਾਲੇ ਦੱਸਦੇ ਆ ਕਿ ਭਾਈ ਉਹ ਕਮਾਲ ਦਾ ਗਾਉਂਦੇ ਆ। ਦੋਨੋਂ ਭੈਣਾਂ ਨੂਰਾ ਸਿਸਟਰਸ ਜਦੋਂ ਆਈਆਂ ਸੀ, ਉਹ ਬੀਬੀ ਜੀ ਨੇ ਪਿਛਲੇ ਦਿਨ ਪ੍ਰੈਸ ਕਾਨਫਰੰਸ ਕੀਤੀ, ਹੋਰ ਗਵਈਆ ਵੀ ਨਾਲ ਬੈਠੇ ਸੀ, ਕਿ ਮੈਂ ਜਿਹਦੇ ਨਾਲ ਕੁਨਾਲ ਪਾਸੀ ਨਾਲ ਵਿਆਹ ਕਰਾਇਆ ਵੀ ਬਹੁਤ ਕੁੱਟਮਾਰ ਕਰਦਾ, ਇੰਨੇ ਕਰੋੜ ਰੁਪਈਆ ਮੇਰਾ ਹੈ ਹੀ ਕੁਛ ਨਹੀਂ, 70,000 ਰੁਪਈਆ, ਖਰੇ 90,000 ਬੀਬੀ ਨੇ ਕਿਹਾ ਸੀ ਮੇਰੇ ਖਾਤੇ 'ਚ, ਅਸੀਂ ਕਿਰਾਏ 'ਤੇ ਆ, ਕਾਰਾਂ ਵੀ ਇੱਦਾਂ ਹੀ ਆ, ਕੱਖ ਨਹੀਂ ਜੇ ਛੱਡਿਆ, ਲੁੱਟ ਕੇ ਖਾ ਗਿਆ ਬੰਦਾ। ਤੇ
ਨਸ਼ਾ ਛੱਡਦਾ ਕੋਈ ਨਹੀਂ। ਸਾਰਿਆਂ ਨੂੰ ਦੱਸਦੀ ਹੋਈ ਕਿ ਬੀਬੀ ਨਾਲ ਭਾਈ ਧੱਕਾ ਹੋਇਆ ਵੀ ਇਦਾਂ ਨਹੀਂ ਹੋਣਾ ਚਾਹੀਦਾ। ਇਹ ਕੀ ਗੱਲ ਹੈ ਕਿ ਬੀਬੀ ਦੇ ਕੋਲੇ ਏਡੀ ਵੱਡੀ ਕਲਾ ਹੈ। ਚਲੋ ਆਪਣਾ ਦੁੱਖ ਹੁੰਦਾ ਦੱਸਣਾ ਚਾਹੀਦਾ। ਆਪਾਂ ਕਹਿੰਦੇ ਹੁੰਦੇ ਕਿ ਭਾਈ ਦੁੱਖ ਦੱਸੋ ਅੰਦਰੋਂ ਅੰਦਰ। ਉਹ ਕਹਿੰਦੀ ਮੈਂ ਕੋਸ਼ਿਸ਼ ਬੜੀ ਕੀਤੀ ਪਰ ਨਹੀਂ, ਮੈਨੂੰ ਕੁੱਟਮਾਰ ਵੀ ਕੀਤੀ ਆ, ਮੈਂ ਬਹੁਤ ਔਖੇ ਦਿਨ ਕੱਟਿਆ। ਹਮਦਰਦੀ ਹੋਈ ਸਾਰਿਆਂ ਨੂੰ। ਹੁਣ ਉਹ ਫੇਰ ਆਏ ਉਹ ਕਨਾਲ ਪਾਸੀ ਨਾਲ, ਕਹਿੰਦੇ ਸਾਡੀਆਂ ਗਲਤਫਹਿਮੀਆਂ ਦੂਰ ਹੋ ਗਈਆਂ, ਇਦਾਂ ਦੀ ਗੱਲ ਹੀ ਕੋਈ ਨਹੀਂ ਸੀਗੀ। ਉਹ ਕਹਿੰਦੇ ਬੀਬੀ ਕਹਿੰਦੀ ਮਾੜੀ ਮੋਟੀ ਭੰਗ ਭੁੰਗ ਪੀਂਦਾ ਤੇ ਸਾਰਾ ਕੁਝ ਠੀਕ ਹੋ ਜਾਊਗਾ। ਦੇਖੋ ਘਰ ਵਸਿਆ, ਬਹੁਤ ਚੰਗੀ ਗੱਲ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਭਾਈ ਘਰ ਟੁੱਟਣੇ ਨਹੀਂ ਚਾਹੀਦੇ, ਘਰ ਵਸਣੇ ਚਾਹੀਦੇ ਆ, ਘਰ ਜੁੜਨੇ ਚਾਹੀਦੇ ਆ। ਪਰ ਅਸੀਂ ਇੱਕ ਬੇਨਤੀ ਜ਼ਰੂਰ ਕਰਦੇ, ਬੀਬੀ ਜੀ ਤੁਹਾਡੀ ਕਲਾ ਨੂੰ ਸਲੂਟ ਹੈ, ਕਲਾ ਵਧੇ ਫੁੱਲੇ, ਚੰਗਾ ਗੀਤ ਸੰਗੀਤ ਤੁਸੀਂ ਲੋਕਾਂ ਦੇ ਅੱਗੇ ਲੈ ਕੇ ਜਾਓ। ਪਰ ਤੁਹਾਨੂੰ ਤੁਹਾਡੀ ਗਾਇਕੀ ਨੂੰ ਪਿਆਰ ਕਰਨ ਵਾਲੇ ਬਹੁਤ ਨੇ, ਲੱਖਾਂ ਨੇ। ਅੱਧਾ ਘੰਟਾ ਤੁਸੀਂ ਉਸ ਦਿਨ ਪ੍ਰੈਸ ਕਾਨਫਰੰਸ 'ਚ ਲਾਇਆ ਹੋਣਾ, 5-7 ਥਾਵਾਂ ਦੇ ਉੱਤੇ ਤੁਸੀਂ ਮੁੜ ਕੇ ਇੰਟਰਵਿਊ ਦਿੱਤੇ ਹੋਣੇ ਆ, ਲੱਖਾਂ ਲੋਕਾਂ ਦਾ ਕਿੰਨਾ ਸਮਾਂ ਜਾਇਆ ਕੀਤਾ। ਜੇ ਇਕੱਲੀ ਗਲਤਫਹਿਮੀ ਸੀ ਤਾਂ ਕਾਹਲੀ ਕਰਨ ਦੀ ਕੀ ਲੋੜ ਆ। ਤੁਸੀਂ ਅਦਾਲਤ 'ਚ ਅਰਜ਼ੀ ਵੀ ਦੇ ਦਿੱਤੀ, ਵਾਪਸ ਵੀ ਲੈ ਲਈ, ਇੱਕ ਹੋਇਆ ਘਰ ਬਹੁਤ ਚੰਗਾ। ਹੁਣ ਫੇਰ ਤੁਸੀਂ ਪ੍ਰੈਸ ਕਾਨਫਰੰਸ ਕਰਦੀ ਹੋ, ਫੇਰ ਕਹਿੰਦੇ ਗੱਲੇ ਹੀ ਕੋਈ ਨਹੀਂ ਹੈ, ਗਲਤਫਹਿਮੀ ਦੂਰ ਹੋ ਗਈ। ਜਦੋਂ ਤੁਸੀਂ ਪਬਲਿਕ ਫਿਗਰ ਹੋ, ਜਦੋਂ ਤੁਸੀਂ ਉੱਚੇ ਥਾਂ ਦੇ ਉੱਤੇ ਪਹੁੰਚ ਗਏ ਹੋ, ਤਾਂ ਪੰਜਾਬ 'ਚ ਬਹੁਤ ਸਮੱਸਿਆਵਾਂ ਨੇ, ਬਹੁਤ ਜ਼ਿਆਦਾ ਸਮੱਸਿਆਵਾਂ ਨੇ। ਤੁਸੀਂ ਤਾਂ ਸਗੋਂ ਲੋਕਾਂ ਨੂੰ ਉਧਰਲੇ ਪਾਸੇ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਤੇ ਲਾਓ। ਅੱਜ ਕੱਲ੍ਹ ਬੂਟੇ ਲਾਉਣ ਦੀ ਮੁਹਿੰਮ ਚੱਲਦੀ ਹੈ। ਹੁਣ ਜੇ ਦੋਨੋਂ ਜਣੇ ਇੱਕ ਹੋ ਗਏ ਹੋ ਤਾਂ ਇੰਨਾ ਕੁ ਸਮਾਂ ਕਿਤੇ ਉਧਰਲੇ ਪਾਸੇ ਵੀ ਦੇ ਦਿਓ। ਲੋਕਾਂ ਦਾ ਸਮਾਂ ਇਦਾਂ ਦੀਆਂ ਗੱਲਾਂ ਦੇ ਉੱਤੇ ਖਰਾਬ ਨਾ ਕਰੋ। ਲੋਕ ਤੁਹਾਡੇ ਤੋਂ ਇਦਾਂ ਦੀ ਆਸ ਨਹੀਂ ਰੱਖਦੇ। ਤੁਹਾਡਾ ਘਰ ਜੁੜਿਆ, ਮੁਬਾਰਕ। ਇਹ ਗੱਲ ਠੀਕ ਹੈ ਗੱਲ, ਪਰ ਚਲੋ ਮਤਲਬ ਇਹ ਆ ਵੀ ਕਾਹਲਾ ਨਹੀਂ ਸੀ ਵਗਣਾ ਚਾਹੀਦਾ, ਵੀ ਪਹਿਲਾਂ ਪਤਾ ਕਰ ਲੈਂਦੇ, ਕਿਉਂਕਿ ਜੇ ਗਲਤਫਹਿਮੀ ਸੀਗੀ ਤਾਂ ਛੇਤੀ ਵੀ ਹੱਲ ਕੀਤੀ ਜਾ ਸਕਦੀ। ਪਤਾ ਨਹੀਂ ਕਿੰਨੇ ਕੁ ਕਰੋੜ ਮੈਂ ਹੋਇਆ ਵੀ ਝੱਟੇ ਹੀ ਗਿਣੋਗਾ ਮੁੜ ਕੇ। ਹਾਂ, ਮੁੜ ਕੇ ਤਾਂ ਚਲੋ ਸਾਰਾ ਸੈੱਟ ਹੋ ਗਿਆ, ਚੰਗੀ ਗੱਲ ਹੈ, ਚਲੋ ਸੈੱਟ ਹੋ ਗਿਆ। ਇੱਕ ਆਪਾਂ ਜਾਂਦੇ ਜਾਂਦੇ ਜ਼ਿਕਰ ਕਰ ਲਈਏ, ਪਿਛਲੇ ਦਿਨ ਹੀ ਇੱਕ ਉਹ ਦਰਬਾਰ ਸਾਹਿਬ ਦੇ ਵਿੱਚ ਇੱਕ ਛੋਟੀ ਜਿਹੀ ਬੱਚੀ ਦੇ ਬਾਰੇ ਖਬਰ ਆਈ ਸੀ ਜੀ, ਵੀ ਉਹਦੀ ਲਾਸ਼ ਕੋਈ ਔਰਤ ਰੱਖ ਗਈ। ਬਾਅਦ 'ਚ ਪਤਾ ਲੱਗਿਆ ਵੀ ਉਹ ਤੇ ਉਹਦੀ ਮਾਂ ਹੀ ਸੀਗੀ ਜੀ, ਨਾਲ ਉਹਦੇ ਇੱਕ ਛੋਟਾ ਜਿਹਾ ਹੋਰ ਬੱਚਾ ਸੀ। ਤੇ ਰਾਜਪੁਰੇ ਜਾ ਕੇ ਜਦੋਂ ਰਿਪੋਰਟ ਲਿਖਾਉਣ ਲੱਗੀ ਗੁੰਮਸ਼ੁਦਗੀ ਦੀ, ਤੇ ਉਦੋਂ ਉਹਨਾਂ ਨੇ ਘੇਰ ਲਿਆ। ਉਹ ਕਹਿੰਦੇ ਵੀ ਉਹ ਗੁੰਮਸ਼ੁਦ ਨਹੀਂ ਹੋਈ, ਉਹ ਤਾਂ ਤੂੰ ਆਪ ਉੱਥੇ ਰੱਖ ਕੇ ਆਈ ਆ, ਉਹ ਵੀ ਮ੍ਰਿਤਕ। ਤੇ ਹੁਣ ਜੋ ਮੋਟੀ ਮੋਟੀ ਜੀ ਗੱਲ ਸਾਹਮਣੇ ਆਉਂਦੀ ਵੀ ਉਹਦੇ ਨਾਲ ਇੱਕ ਹੋਰ ਉਹਦਾ ਬੇਟਾ ਵੀ ਸੀਗਾ। ਉਹਨੇ ਦੱਸਿਆ ਵੀ ਮੇਰੀ ਮਾਂ ਨੇ ਕਿਸੇ ਬੰਦੇ ਨਾਲ ਮਿਲ ਕੇ ਮਾਰਿਆ ਮੇਰੀ ਭੈਣ ਨੂੰ। ਸੰਧਾਲੀਆ ਸਾਹਿਬ ਦੇਖੋ, ਘਰ ਦੇ ਵਿੱਚ ਹੋ ਸਕਦਾ ਝਗੜਾ ਹੋਵੇ, ਤੁਹਾਡੇ ਬੱਚੇ ਨੇ 5 ਸਾਲ ਦੀ ਬੱਚੀ, ਜਿਹਨੇ ਫੋਟੋ ਦੇਖੀ ਹੋਊਗੀ, ਯਾਨੀ ਬੱਚੇ ਸਾਰੇ ਹੀ ਖੂਬਸੂਰਤ ਹੁੰਦੇ ਆ। ਤੇ ਆਮ ਤੌਰ ਦੇ ਉੱਤੇ ਅਸੀਂ ਗੁਰੂ ਘਰ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਫਰਸ਼ ਲੱਗੀ ਹੋਈ ਆ ਬਹੁਤ ਸੋਹਣੀ ਮੰਦਿਰਾਂ ਦੇ ਵਿੱਚ, ਮਸਜਿਦਾਂ, ਨਿਆਣੇ ਨੂੰ ਚੱਕ ਕੇ ਲਿਜਾਈਦਾ, ਕਿਉਂਕਿ ਪੈਰ ਨੰਗੇ ਹੁੰਦੇ ਆ, ਬਹੁਤ ਤੇਰੇ ਪੈਰ ਨਾ ਸੇਕ ਨਾ ਲੱਗੇ। ਤੇ ਜੇ ਆਪਾਂ ਗਲ ਘੁੱਟਦੇ ਆ, ਜ਼ਹਿਰ ਦਿੰਦੇ ਆ, ਜਾਣੀ ਚਾਹੇ ਉਹ ਮਾਂ ਨਾ ਵੀ ਹੋਵੇ, ਕੋਈ ਪਰਾਇਆ ਵੀ ਹੋਵੇ, ਕੋਈ ਵੀ ਬੰਦਾ ਹੋਵੇ, ਬੀਬੀ ਹੋਵੇ, ਤੁਸੀਂ ਬੱਚੇ ਨੂੰ ਕਿੱਦਾਂ ਮਾਰ ਸਕਦੇ ਹੋ? ਤੁਸੀਂ ਉਹਦੇ ਚੁੰਡੀ ਵੀ ਕਿੱਦਾਂ ਵੱਢ ਸਕਦੇ ਹੋ? ਜਾਣੀ ਉਹ ਮਨੁੱਖ ਦੀ ਫਿਤਰਤ ਤਾਂ ਹੈ ਹੀ ਨਹੀਂ। ਇੱਦਾਂ ਦੀਆਂ ਵਹਿਸ਼ੀਆਨਾ ਕਾਰਵਾਈਆਂ ਦੇ ਲਈ ਤੁਹਾਡੇ ਮਨ ਦੇ ਵਿੱਚ ਖਿਆਲ ਵੀ ਕਿੱਦਾਂ ਆ ਸਕਦਾ ਹੈ? ਤੁਹਾਡੇ ਘਰ 'ਚ ਲੜਾਈ ਹੈ, ਵੱਖਰੀ ਗੱਲ ਹੈ, ਤੁਸੀਂ ਕਿਸੇ ਹੋਰ ਪਾਸੇ ਰਹਿਣਾ ਚਾਹੁੰਦੇ ਹੋ, ਵੱਖਰੀ ਗੱਲ ਹੈ, ਪਰ ਤੁਹਾਨੂੰ ਇਹ ਤਾਂ ਕੋਈ ਹੱਕ ਨਹੀਂ ਹੈ ਨਾ। ਹੁਣ ਖਾਓ ਧੱਕੇ। ਉਹ ਮੈਂ ਸਭ ਤੋਂ ਵੱਧ ਦੁੱਖ ਕਿਸ ਗੱਲ ਦਾ ਸੰਧਾਲੀਆ ਸਾਹਿਬ, ਠੀਕ ਹੈ, ਤੂੰ ਜੇਲ੍ਹ 'ਚ ਰਹੇਂਗੀ ਬੀਬੀ ਜੇ ਕਸੂਰ ਕੀਤਾ, ਜੇ ਤੇਰੇ ਨਾਲ ਕੋਈ ਬੰਦਾ ਸੀ ਉਹ ਵੀ ਰਹੂਗਾ। ਉਹ ਪਿਓ ਦਾ ਇਨਸਾਫ ਮੰਗਦਾ ਫਿਰਦਾ। ਮੈਨੂੰ ਸੀ ਕਿ ਜੇ ਇਸ ਮੁੰਡੇ ਦੇ ਸਾਹਮਣੇ ਉਹਦੀ ਭੈਣ ਦਾ ਕਤਲ ਹੋਇਆ, ਉਹ ਕਹਿੰਦਾ ਪਹਿਲਾਂ ਰੱਖੜੀ ਬੰਨੀ, ਬੱਚਾ ਛੋਟਾ, ਉਹ ਸਾਰੀ ਉਮਰ ਕਦੇ ਸਧਾਰਨ ਜ਼ਿੰਦਗੀ ਜੀ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਤੁਸੀਂ ਇੱਕ ਨਹੀਂ ਕਈ ਘਰ ਬਰਬਾਦ ਕਰ ਦਿੱਤੇ। ਨਾਲੇ ਦੇਖੋ, ਜਦੋਂ ਉਹਨੇ ਕਿਹਾ ਵੀ ਹਾਂ ਇਹਨੂੰ, ਉਹਦਾ ਵਰਡ ਸੀ ਜਵਾਕ ਦਾ, ਵੀ ਹਾਂ ਵੀ ਇਹਨੂੰ ਨਾਲ ਐਵੇਂ ਚੁੱਕੀ ਫਿਰਦੇ, ਐਵੇਂ ਚੁੱਕੀ ਫਿਰਦੇ, ਵੀ ਉਹ ਜਵਾਕੜੀ ਵਿਚਾਰੀ ਨੂੰ ਤਾਂ ਪਤਾ ਵੀ ਨਹੀਂ ਹੋਣਾ ਤੂੰ ਬੀਬੀ ਕੀ ਕਰਦੀ ਫਿਰਦੀ ਆ, ਵੀ ਜੇ ਤੈਨੂੰ ਏਡੀ ਗੱਲ ਤੂੰ ਘਰੇ ਛੱਡਿਆ। ਬੜੇ ਲੋਕ ਨੇ ਸਾਂਭਣ ਵਾਲੇ, ਘਰ ਦੇ ਵੀ ਨਹੀਂ ਸਾਂਭਦੇ, ਬੜੇ ਲੋਕ ਨੇ ਸਾਂਭਣ ਵਾਲੇ। ਐਸੀ ਗੱਲ ਨਹੀਂ, ਜਿੱਥੇ ਅੰਮ੍ਰਿਤਸਰ ਜਲੰਧਰ ਦੂਰ ਨਹੀਂ ਹੈ ਉੱਥੇ ਸਾਂਭਦੇ ਆ, ਅੰਮ੍ਰਿਤਸਰ ਵੀ ਸਾਂਭਦੇ ਆ, ਉੱਥੇ ਹੈ ਨੇੜੇ ਹੀ। ਬਿਲਕੁਲ, ਜੇ ਨਹੀਂ ਸਮਝ ਆਉਂਦੀ ਤਾਂ ਕਿਸੇ ਤੋਂ ਪੁੱਛ ਲੈਣਾ ਸੀ। ਚਲੋ ਮਾੜੀ ਗੱਲ ਹੋਈ ਹੈ ਜੀ, ਆਪਣੇ ਹੁਣ ਜਾਣ ਦਾ ਵੇਲਾ ਹੋ ਗਿਆ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।